सवाल ਵੱਡੇ ਨੇ ਕਿ ਨਾਜਾਇਜ਼ ਫੈਕਟਰੀਆਂ ਹੁਣ ਫੜੀਆਂ ਜਾ ਰਹੀਆਂ ਨੇ ਮੁਸਤੈਦੀ ਹੈ ਜਾਂ ਸਵਾਲ ਖੜੇ ਹੋਣ ਤੋਂ ਬਾਅਦ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਖਾਣਾ ਪੂਰਤੀ ਉਹ ਸਵਾਲ ਨੇ ਇਹਨਾਂ ਦੋਵਾਂ ਦਾ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਮੁਸਤੈਦੀ ਜਾਂ ਖਾਣਾ ਪੂਰਤੀ। ਔਰ ਸਭ ਤੋਂ ਵੱਡਾ ਸਵਾਲ ਫੈਕਟਰੀਆਂ ਚੱਲ ਕਦੋਂ ਤੋਂ ਰਹੀਆਂ ਸੀ ਔਰ ਕਿਸ ਦੀ ਸ਼ੈ ਤੇ ਇਹ ਫੈਕਟਰੀਆਂ ਚੱਲ ਰਹੀਆਂ ਸੀ ਔਰ ਜੋ ਘਮਸਾਨ ਇਸ ਵੇਲੇ ਐਕਸਾਈਜ਼ ਪਾਲਿਸੀ ਨੂੰ ਲੈ ਕੇ ਹੈ ਕਿ ਉਸ ਦੇ ਨਾਲ ਕੀ ਕਨੈਕਸ਼ਨ ਇਹਦਾ ਹੈ। चार खास मेहमान साडे नाल जुड़ चुके हैं। राणा बलजीत सिंह चहल साहब प्रमुख बुलारे ने कांग्रेस पार्टी के साडे नाल जुड़ चुके हैं। राजेंद्र दीपा जी श्रोमणी अकाली दल तो जुड़े हुए हैं। अरविंद मित्तल साहब भारतीय जनता पार्टी तो, सतबीर वालिया जी आम आदमी पार्टी तो। चारे खास मेहमान जिहड़े जुड़े ने मैं उन्होंने को जाऊँगा, पर सब तो पहले चहल साहब इनू खाना पूर्ति कहिए या मुस्तैदी कहिए? पहला सवाल यही है, मैं उस तो बाद बाकी चीज़ों से जाऊँगा। नहीं जी, ये मुस्तैदी है जी। जिद्दां तुसीं देखिया पिछले दिनों के विच कई सवाल उठे लीकर नूं लैके, उदों बाद कैप्टन साहब ने डायरैक्शनस दित्तियां डी साहब तो बाद अलग अलग ਜ਼ਿਲ੍ਹਿਆਂ ਦੇ SSP ਸਾਹਿਬਾਨ ਨਾਲ मीटिंग करके ਉਹਨਾਂ ਨੂੰ ਉੱਤੇ ਕਿਹਾ ਗਿਆ ਕਿ ਸਭ ਨੂੰ ਤੁਸੀਂ ਅਵੇਅਰ ਕਰੋ ਕਿੱਥੇ ਕਿੱਥੇ ਨਜਾਇਜ਼ ਸ਼ਰਾਬ ਵਿਕਦੀ ਹੈ ਜਾਂ ਗਲਤ ਇਲੀਗਲ ਕਹਿ ਸਕਦਾ ਵੀ ਇਹਦੀ ਸਪਲਾਈ ਚੱਲ ਰਹੀ ਹੈ, ਤੇ ਉਹਦੇ ਹੇਠ ਪੁਲਿਸ ਨੇ ਆਪਣਾ ਕੰਮ ਕੀਤਾ ਤੇ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ। ਮੁਸਤੈਦੀ ਤਹਿਤ ਇਹ ਸਾਰਾ ਕੁਝ ਹੋ ਰਿਹਾ ਜੀ। मुस्तैदी पर सवाल यह भी है कि चल क्यों रही सी, मतलब किन्ने समय तो ये चल रही सी, उस वेले मुस्तैदी क्यों नहीं विखाई गई? आज सवाल जो खड़े हुए हैं उस तो बाद ही मुस्तैदी क्यों? चहल साहब ਨਵਨੀਤ ਜੀ ਦੇਖੋ, ਤੁਹਾਨੂੰ ਪਤਾ ਹੁਣ ਇਸ ਮੁੱਦੇ ਦੇ ਆਪਾਂ ਸਟਾਰਟਿੰਗ ਤੋਂ ਜਾ ਕੇ ਜਿਸ ਦਿਨ ਉਸ ਦਿਨ ਮੀਟਿੰਗ ਤੋਂ ਕਰਨ ਅਵਤਾਰ ਸਿੰਘ ਹੋਰਾਂ ਨਾਲ ਮੀਟਿੰਗ ਚੱਲਦੀ ਆ, ਮੀਟਿੰਗ ਤੋਂ ਬਾਅਦ ਉਹਨਾਂ ਨੇ ਸਭ ਤੋਂ ਪਹਿਲਾ ਸਵਾਲ ਕੀਤਾ ਗਿਆ ਮਿਨਿਸਟਰ ਸਾਹਿਬਾਨ ਵੱਲੋਂ ਕਿ ਇਹ ਜਿਹੜਾ ਸਾਡੇ 3 ਸਾਲ ਤੋਂ ਆ ਜੋ ਇੱਕ ਲੀਕਰ ਦਾ ਲਾਸ ਜਾ ਰਿਹਾ, ਇਹਦਾ ਕਾਰਨ ਕੀ ਹੈ? ਸਵਾਲ ਪੁੱਛਿਆ ਗਿਆ। ਉਸ ਸਵਾਲ ਦੇ ਉੱਪਰ ਉਹਨਾਂ ਦੇ ਆਪਸ ਦੇ ਵਿੱਚ ਸਭ ਨੂੰ ਪਤਾ, ਮੀਡੀਆ ਦੇ ਵਿੱਚ ਗੱਲਾਂ ਆਈਆਂ ਕਿ ਬਹਿਸਬਾਜ਼ੀ ਹੋਈ, ਉਦੋਂ ਬਾਅਦ ਦੇ ਵਿੱਚ ਵਾਕਆਊਟ ਕੀਤਾ ਗਿਆ। ਮੈਂ ਪਾਰਟੀ ਕਈ ਗੱਲਾਂ ਹੁੰਦੀਆਂ ਪਾਰਟੀ ਲਾਈਨ ਤੋਂ ਹਟ ਕੇ ਵੀ ਸਾਨੂੰ ਕਰਨੀਆਂ ਪੈਂਦੀਆਂ ਜੋ ਸੱਚ ਦੀਆਂ ਗੱਲਾਂ ਹੁੰਦੀਆਂ। ਪੰਜਾਬ ਦੇ ਲੋਕਾਂ ਦਾ ਪੈਸਾ, ਪੰਜਾਬ ਦੇ ਲੋਕਾਂ ਦੇ ਪੈਸੇ ਦੇ ਉੱਪਰ ਬਹੁਤ ਵੱਡਾ ਡਾਕਾ ਪਿਆ ਸੀ। 3 ਸਾਲ ਦੇ ਉੱਪਰੋਂ ਘਾਟੇ ਦੇ ਵਿੱਚ ਜਾ ਰਿਹਾ ਸੀ ਸਾਡਾ ਐਕਸਾਈਜ਼ ਦਾ ਡਿਪਾਰਟਮੈਂਟ, ਤੇ ਉਹਨੂੰ ਉਜਾਗਰ ਕਰਨ ਲਈ ਉਹਨਾਂ ਨੇ ਆਵਾਜ਼ ਬੁਲੰਦ ਕੀਤੀ। ਉਸ ਤੋਂ ਬਾਅਦ ਮੈਂ ਇਹ ਚਾਹਣਾ ਕਿ ਇਹਦਾ ਬਾਰੇ ਪਤਾ ਲੱਗਣਾ ਚਾਹੀਦਾ, ਕਿਉਂਕਿ MLA ਹੋਣ ਚਾਹੇ ਅਸੀਂ ਹੋਈਏ, ਕੱਲ ਨੂੰ ਅਸੀਂ ਲੋਕਾਂ ਦੇ ਵਿੱਚ ਜਾਣਾ, ਲੋਕਾਂ ਤੋਂ ਜਵਾ ਕੇ ਜਵਾਬ ਦੇਣਾ। ਉਹ ਜਵਾਬ ਕਿਉਂ ਦੇਣਾ? ਉਹ ਲੋਕਾਂ ਦੇ ਜਵਾਬ ਇਸ ਲਈ ਦੇਣਾ ਕਿਉਂਕਿ ਪਿਛਲੇ 10 ਸਾਲਾਂ ਦੇ ਵਿੱਚ ਜਿਹੜੇ ਅੱਜ ਲੋਕ ਟੀਵੀਆਂ ਦੇ ਉੱਪਰ ਆ ਕੇ ਬੋਲ ਰਹੇ ਆ ਕਿ ਜੀ ਮਾਫੀਆ ਵਰਡ, ਗੈਂਗਸਟਰ ਵਰਡ ਇਹਨਾਂ ਨੇ ਯੂਜ਼ ਕੀਤਾ, ਇਹ ਮਾਫੀਆ ਵਰਡ ਦੀ ਜਿਹੜੀ ਐਸਟੈਬਲਿਸ਼ਮੈਂਟ ਸੀ ਇਹ ਪਿਛਲੇ 10 ਸਾਲਾਂ ਦੇ ਵਿੱਚ ਇਹਨਾਂ ਦੇ ਰਾਜ ਦੇ ਵਿੱਚ ਹੋਈ। ਅਕਾਲੀ ਦਲ BJP ਦੇ ਰਾਜ ਦੇ ਵਿੱਚ ਇਹਨਾਂ ਨੇ ਮਾਫੀਆ ਚਲਾਇਆ, ਚਾਹੇ ਰੇਤ ਮਾਫੀਆ ਹੋਵੇ, ਚਾਹੇ ਡਰੱਗ ਮਾਫੀਆ ਹੋਵੇ, ਚਾਹੇ ਲੀਕਰ ਮਾਫੀਆ ਹੋਵੇ, ਅਲੱਗ-ਅਲੱਗ ਤਰ੍ਹਾਂ ਦੇ ਮਾਫੀਆ ਚਲਾਏ। ਪਰ ਅਸੀਂ ਚਾਹੇ ਸਾਨੂੰ ਸਾਡੀ ਪਾਰਟੀ ਦੇ ਖਿਲਾਫ ਲੋਕਾਂ ਲਈ ਆਵਾਜ਼ ਬੁਲੰਦ ਕਰਨੀ ਪਵੇ, ਕਿਉਂਕਿ ਇਹਨਾਂ ਮਾਫੀਆ ਨੂੰ ਖਤਮ ਕਰਨ ਲਈ ਲੋਕਾਂ ਨੇ ਸਾਨੂੰ ਪਾਵਰ ਦੇ ਵਿੱਚ ਲੈ ਕੇ ਆਏ ਸੀ। ਤੇ ਜੇ ਅਸੀਂ ਪਰ ਕਿੰਨਾ ਮਾਫੀਆ ਖਤਮ ਹੋਇਆ ਰਾਣਾ ਬਲਜੀਤ ਜੀ? ਮੈਂ ਤਾਂ ਅੱਜ ਵੀ ਤੁਹਾਨੂੰ ਇਹ ਗੱਲ ਕਿਹਾ ਵੀ ਜਿੰਨਾ ਸਵਾਲ ਉੱਠੇ ਆ ਜਿਹੜੇ ਇਸ ਲੀਕਰ ਮਾਫੀਆ ਨੂੰ ਲੈ ਕੇ ਉੱਠੇ ਆ, ਇਹਦੇ ਲਈ ਅਸੀਂ ਚਾਹੇ ਸਾਡੇ ਮੰਤਰੀ ਸਾਹਿਬਾਨ ਕੈਪਟਨ ਸਾਹਿਬ ਨੂੰ ਅਸੀਂ ਇੱਕੋ ਹੀ ਮੰਗ ਕੀਤੀ ਆ। ਹੁਣ ਇਹ ਲੋਕ ਆਏ ਵੀ ਕਹਿਣਗੇ ਬਾਅਦ ਦੇ ਵਿੱਚ ਜਦੋਂ ਤੁਸੀਂ ਇਹਨਾਂ ਦੇ ਰਿਐਕਸ਼ਨ ਲਓਗੇ ਕਿ ਆਪਦੀ ਸਰਕਾਰ ਦੇ ਵਿੱਚ ਹੀ ਮੰਗ ਕਰੀ ਜਾਂਦੇ ਆ। ਮੰਗ ਤਾਂ ਜੀ ਜਦੋਂ ਸਾਡੇ ਘਰ ਦੇ ਵਿੱਚ ਸਾਨੂੰ ਕੋਈ ਆਪਦਾ ਸਗਾ ਬਾਪ, ਕੋਈ ਪਿਤਾ ਸਾਨੂੰ ਕੋਈ ਚੀਜ਼ ਨਹੀਂ ਦਿੰਦਾ, ਅਸੀਂ ਉਹਨੂੰ ਵੀ ਮੰਗ ਕਰਦੇ ਹਾਂ ਕਿ ਭਾਈ ਇਸ ਚੀਜ਼ ਦੇ ਵਿੱਚ ਸੁਧਾਰ ਚਾਹੀਦਾ, ਫਲਾਨੀ ਸਾਡੀ ਖੇਤ ਨੂੰ ਪਾਣੀ ਵੱਧ ਲੱਗ ਗਿਆ ਜਾਂ ਘੱਟ ਲੱਗ ਗਿਆ। ਉਸ ਤਰ੍ਹਾਂ ਅਸੀਂ ਕੈਪਟਨ ਸਾਹਿਬ ਨੂੰ ਵੀ ਇਹ ਗੱਲ ਕਹਿੰਦੇ ਆ ਵੀ ਇਹਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਆ। ਜੋ ਵੀ ਇਸ ਚੀਜ਼ ਦੇ ਵਿੱਚ ਆਉਂਦਾ, ਚਾਹੇ ਜਿਵੇਂ ਕਰਨ ਅਵਤਾਰ ਸਿੰਘ ਹੋਰਾਂ ਦੇ ਸੁਪੁੱਤਰ ਦਾ ਨਾਮ ਆਇਆ, ਉਹ ਲੋਕਾਂ ਦੇ ਸਾਹਮਣੇ ਜਾਂ ਆਪੋਜੀਸ਼ਨ ਦੇ ਸਾਹਮਣੇ ਕਲੀਅਰ ਕਰੋ ਜੋ ਹੈ ਨਹੀਂਗਾ, ਤੇ ਨਹੀਂ ਕਿਤੇ ਨਾ ਕਿਤੇ ਜਿਵੇਂ CM ਸਾਹਿਬ ਕੋਲੇ ਡਿਪਾਰਟਮੈਂਟ ਹੈਗਾ, ਇਹ ਸਿੱਧਾ ਸਵਾਲ CM ਸਾਹਿਬ ਤੇ ਸਿੱਧਾ ਸਵਾਲ, ਮਤਲਬ ਹੁਣ ਤੱਕ ਜਿੰਨੇ ਸਵਾਲ ਹੋਏ ਨੇ ਸਿੱਧੇ CM ਸਾਹਿਬ ਨੇ। ਮੈਂ ਬਿਲਕੁਲ ਕਿਸੇ, ਮੈਂ ਤੁਹਾਨੂੰ ਪਹਿਲਾਂ ਗੱਲ ਕਹੀ ਹੈ, ਕਈ ਮੁੱਦੇ ਹੁੰਦੇ ਆ, ਅਸੀਂ ਲੋਕਾਂ ਦੇ ਜਵਾਬ ਦੇਣਾ ਜੀ। ਪਾਰਟੀ ਲਾਈਨ ਤੋਂ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਅਸੀਂ ਲੋਕਾਂ ਨੂੰ ਜਵਾਬ ਦੇਣਾ। ਜੇ ਅੱਜ ਕੱਲ ਨੂੰ ਜਾ ਕੇ ਲੋਕਾਂ ਨੂੰ ਜੋ ਵਾਅਦੇ ਕੀਤੇ ਆ ਉਹ ਪੂਰੇ ਨਾ ਹੋਣਗੇ, ਉਹੀ ਡਰੱਗ ਮਾਫੀਆ ਚੱਲੀ ਜਾਊ, ਉਹੀ ਰੇਤ ਮਾਫੀਆ ਚੱਲੀ ਜਾਊਗਾ, ਤੇ ਲੋਕਾਂ ਦੇ ਵਿੱਚ ਸਾਨੂੰ ਕਿਸ ਬੇਸਿਸ ਦੇ ਉੱਪਰ ਵੋਟਾਂ ਦੇਣਗੇ? ਜੋ ਸੱਚਾਈ ਵਾਲੀ ਗੱਲ ਆ ਅਸੀਂ ਕਵਾਂਗੇ ਇਹਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਆ, ਨਿਰਪੱਖ ਮੰਗਦੇ ਆ। ਤੇ ਜਿਹੜਾ ਪੰਜਾਬ ਦੇ ਖਜ਼ਾਨੇ ਦੇ ਉੱਪਰ 3 ਸਾਲਾਂ ਦੇ ਉੱਪਰ ਡਾਕਾ ਲੱਗਿਆ, ਘਾਣ ਲੱਗਿਆ, ਸੰਨ ਲੱਗੀ ਆ, ਮਤਲਬ ਇਹ ਤਾਂ ਚਲੋ ਮੈਂ ਅੱਗੇ ਚੱਲੂਗਾ, ਪਰ ਇਹ ਤੁਸੀਂ ਮੰਨਦੇ ਹੋ ਕਿ 3 ਸਾਲਾਂ 'ਚ ਡਾਕਾ ਪਿਆ? ਬਿਲਕੁਲ ਬਿਲਕੁਲ, ਜੋ ਵੀ ਉਹਦੇ ਕਿਤੇ ਨਾ ਕਿਤੇ ਬਹੁਤ ਚੰਗੀ ਗੱਲ, ਮਤਲਬ ਜੇ ਤੁਸੀਂ ਐਡਮਿਟ ਕਰ ਰਹੇ ਹੋ ਔਰ ਵਾਕਈ ਜਾਂਚ ਹੋਣੀ ਚਾਹੀਦੀ ਹੈ। ਦੀਪਾ ਸਾਹਿਬ ਬਿਲਕੁਲ ਨਵਨੀਤ ਜੀ, ਇਹ ਖਾਨਾ ਪੂਰਤੀ ਹੈ, ਲੀਪਾ ਪੋਤੀ ਕਹਿ ਦਈਏ। ਤੁਸੀਂ ਵੇਖਿਆ ਪਿੱਛੇ ਮਾਈਨਿੰਗ ਦਾ ਵੀ ਜਦੋਂ ਰੋਲਾ ਪਿਆ, ਕੈਪਟਨ ਸਾਹਿਬ ਨੇ ਹੈਲੀਕਾਪਟਰ ਚੁੱਕਿਆ, ਜਾਂਦੇ ਸੀ ਹਾਂਜੀ ਇੱਥੇ ਮਾਈਨਿੰਗ ਹੋ ਰਹੀ ਹੈ। 5-7 ਦਿਨ ਮੁਸਤੈਦੀ ਜਿਹੜਾ ਵਰਡ ਕਹਿੰਦੇ ਆ ਪੁਲਿਸ ਨੇ ਵਿਖਾਈ ਔਰ ਥੋੜਾ ਬਹੁਤ ਕਿਹਾ ਕਿ ਕੰਮ ਬੰਦ। ਨਹੀਂ, ਉਹ ਮੁਸਤੈਦੀ ਨਹੀਂ ਹੁੰਦੀ ਜੇ 5-7 ਦਿਨ ਵਾਲੀ ਹੈ ਤੇ 5-7 ਦਿਨ ਨਹੀਂ ਹੁੰਦੀ ਹੈ, ਖਾਨਾ ਪੂਰਤੀ ਹੈ, ਮੁਸਤੈਦੀ ਨਹੀਂ ਹੁੰਦੀ। ਉਹ ਮੁਸਤੈਦੀ ਹੋਏ ਜਿਹੜੀ ਲਗਾਤਾਰ ਵਿਖਾਈ ਦੇਵੇ, ਔਰ ਇਹ ਆਪ ਹੀ ਪਹਿਲਾਂ ਰਿਪੋਰਟ ਕਰ ਦਿੰਦੇ ਇਹਨਾਂ ਦੇ ਅਫਸਰ, ਇਹਨਾਂ ਦੇ ਪੁਲਿਸ ਵਾਲੇ ਵੀ ਹੁਣ ਸਖਤੀ ਹੋਊਗੀ, ਥੋੜੇ ਦਿਨ ਚੁੱਪ ਕਰ ਜਾਓ, ਫਿਰ ਆਪਾਂ ਸ਼ੁਰੂ ਕਰ ਲਾਂਗੇ। ਪੰਜਾਬ ਪੁਲਿਸ ਹੋਵੇ, ਕੋਈ ਬਾਰਡਰ ਤੇ ਤਾਂ ਨਹੀਂ ਬੈਠੇ ਸੀ,
ਹੈ ਦਰਿਆ ਦੇ ਵਿੱਚ ਜੇ ਉਹਨਾਂ ਨੂੰ ਤੈਰਨਾ ਆਉਂਦਾ, ਪੰਜਾਬ ਪੁਲਿਸ ਕੋਲ ਤਰਾਕੇ ਨਹੀਂ ਹੈ। ਜੇ ਪਹਿਲਾਂ ਤੁਸੀਂ ਘੇਰਾ ਪਾਓ ਤਾਂ ਸ਼ਰਾਬ ਤਾਂ ਫੜੀ ਜਾਂਦੀ ਹੈ, ਟਿਊਬਾਂ ਫੜੀਆਂ ਜਾਂਦੀਆਂ, ਬੰਦਾ ਕੋਈ ਫੜਿਆ ਨਹੀਂ ਜਾਂਦਾ। ਸਾਨੂੰ ਵੀ ਪਤਾ ਹੈ, ਪਹਿਲਾਂ ਇਤਲਾਹ ਕਰ ਦਿੱਤੀ ਹੋਣੀ ਵੀ ਅੱਜ ਛਾਪਾ ਮਾਰਨਾ ਮਿੱਤਰੋ, ਨਿਕਲ ਜਾ ਜੇ, ਥੋੜਾ ਬਹੁਤ ਸਮਾਨ ਛੱਡ ਜਾ ਜੇ, ਉਹ ਅਸੀਂ ਆਪਦੀ ਖਾਨਾ ਪੂਰਤੀ ਕਰ ਦਾਂਗੇ। ਇਹ ਹੁੰਦਾ ਹੈ, ਇਹਦੇ 'ਚ ਆਪਾਂ ਮਨਾ ਕਰਾਂਗੇ ਨਾ ਕਰਾਂਗੇ ਬਿਲਕੁਲ ਗਲਤ ਹੈ। ਦੇਖੋ ਕੈਪਟਨ ਅਮਰਿੰਦਰ ਸਿੰਘ ਜੀ ਕੋਲ ਐਕਸਾਈਜ਼ ਦਾ ਡਿਪਾਰਟਮੈਂਟ ਹੈ। ਜੇ ਇੱਥੇ ਇਲੀਗਲ ਜਿਹੜੀ ਫੈਕਟਰੀ ਫੜੀ ਗਈ ਹੈ ਉਹ ਰਾਜਪੁਰੇ 'ਚ ਫੜੀ ਗਈ ਹੈ, ਜਿਹੜੇ ਉੱਥੋਂ ਐਮਐਲਏ ਦੇ ਨਾਂ ਦੇ ਆ, ਘਨੌਰ ਦਾ ਆਵੇ ਜਾਂ ਰਾਜਪੁਰੇ ਦਾ ਆਵੇ, ਉਹ ਕਾਂਗਰਸ ਦੇ ਐਮਐਲਏ ਤਾਂ ਹੋਰ ਵੀ ਹੈ, 70-75 ਹੈ, ਪਰ ਉਹ ਉਸ ਜ਼ਿਲ੍ਹੇ 'ਚੋਂ ਹੈ, ਉਸ ਪਾਰਲੀਮੈਂਟ 'ਚੋਂ ਜਿਹੜੇ ਪਰਿਵਾਰਿਕ ਮੈਂਬਰ ਹੈ, ਪਰਿਵਾਰ ਨਾਲ ਜੁੜੇ ਹੋਏ ਹੈ। ਤਾਂ ਉਂਗਲ ਕੈਪਟਨ ਅਮਰਿੰਦਰ ਸਿੰਘ ਜੀ ਤੇ ਉੱਠ ਰਹੀ ਹੈ, ਪਰਿਵਾਰ ਤੇ ਉੱਠ ਰਹੀ ਹੈ, ਜਵਾਬ ਉਹਨਾਂ ਨੂੰ ਦੇਣਾ ਪੈਣਾ। ਇਹ ਠੀਕ ਹੈ, ਐਮਐਲਏ ਗੱਲ ਕਰ ਰਹੇ ਹੈ, ਜਿਵੇਂ ਕਹਿੰਦੇ ਆ ਸਨਾਨੀ ਧੀ ਨੂੰ ਕਹਿਣਾ ਨੌ ਨੂੰ, ਇਹ ਐਮਐਲਏ ਕਹਿ ਰਹੇ ਹੈ, ਮਿਨਿਸਟਰ ਕਹਿ ਰਹੇ ਹੈ। ਮਤਲਬ ਤੁਸੀਂ ਕਹਿ ਸਕਦੇ ਹੋ ਕਿ ਜਿਵੇਂ ਬਿਲਕੁਲ ਰਾਣਾ ਬਲਜੀਤ ਚੱਲ ਰਿਹਾ ਕਿਹਾ ਕਿ ਸਵਾਲ ਕੈਪਟਨ ਸਾਹਿਬ ਪਤਾ ਹੈ ਚੀਫ ਸੈਕਟਰੀ ਦੀ ਕੀ ਹੈਸੀਅਤ ਹੈ, ਕੀ ਕਿਸੇ ਅਫਸਰ ਦੀ ਨੌਕਰੀ ਹੈ ਨਾ, ਨੌਕਰਸ਼ਾਹੀ ਹੈ। ਪਰ ਉਹੀ ਤੇ ਹਾਵੀ ਹੈ, ਉਹੀ ਤੇ ਬਾਰ-ਬਾਰ ਸਵਾਲ ਉੱਠਦੇ ਨੇ, ਉਹ ਤੁਸੀਂ ਵੀ ਚੁੱਕਦੇ ਰਹੇ ਹੋ, ਉਹ ਵੀ ਚੁੱਕਦੇ ਰਹੇ ਨੇ ਕਿ ਉਹੀ ਤੇ ਹਾਵੀ ਹੈ, ਕੋਈ ਹਾਵੀ ਨਹੀਂ ਹੈ। ਨੋ ਹਾਵੀ ਕੀਤੇ ਹੋਏ ਹੈ। ਅੱਜ ਕੈਪਟਨ ਸਾਹਿਬ ਆਪਦੀ, ਮੈਂ ਕਹਿੰਦਾ ਜਿਹੜੀ ਟਾਪ ਦੇਖੋ, ਉੱਤੋਂ ਜੇ ਇਮਾਨਦਾਰੀ ਹੋਵੇ, ਥੱਲੇ ਮੈਂ 100% ਤਾਂ ਨਹੀਂ ਕਵਾਂ, 50% ਇਮਾਨਦਾਰੀ 1 ਘੰਟਾ ਲੱਗਦਾ ਹੈ। ਅੱਜ ਦਿਲੋਂ ਮਨ ਸਾਫ਼ ਕਰ ਲੈਣ ਕੈਪਟਨ ਅਮਰਿੰਦਰ ਸਿੰਘ, ਮੈਂ ਗੱਲ ਕਰ ਰਿਹਾ ਡੀਸੀ ਔਰ ਐਸਐਸ ਦਿਲੋਂ ਕਿ ਯੈਸ ਬਹੁਤ ਹੋ ਗਿਆ, ਅੱਜ ਤੋਂ ਬਾਅਦ ਇਮਾਨਦਾਰੀ ਨਾਲ ਸਰਕਾਰ ਚੱਲਣੀ ਹੈ। 1 ਘੰਟੇ 'ਚ ਥੱਲੇ ਪਟਵਾਰੀ ਤੱਕ ਤੇ ਐਸਐਚਓ ਤੇ ਕਾਂਸਟੇਬਲ ਤੱਕ ਸੁਨੇਹਾ ਨਾ ਪਹੁੰਚ ਜੇ ਔਰ 50% ਕਰਪਸ਼ਨ 1 ਘੰਟੇ 'ਚ ਨਾ ਖਤਮ ਹੋ ਜੇ ਤਾਂ ਅਸੀਂ ਵੀ ਕੋਈ ਇੰਨਾ ਵਕਤ ਗੁਜ਼ਾਰੇ ਹੈ। ਅਸੀਂ ਰਾਜਨੀਤਿਕ ਲੋਕ ਪੋਲਿਟਿਕਸ ਦੇ ਵਿੱਚ ਪੈਸਾ ਕਮਾਉਣ ਆ ਗਏ ਆ। ਮੈਂ ਇੱਕ ਪਾਰਟੀ ਦੀ ਗੱਲ ਨਹੀਂ ਕਰਾਂ, ਮੈਂ ਇਕੱਲੀ ਕਾਂਗਰਸ ਪਾਰਟੀ ਦੀ ਗੱਲ ਨਹੀਂ ਕਰਦਾ, ਸਾਡੀ ਪਾਰਟੀ 'ਚ ਇਹੋ ਜਿਹੇ ਬਹੁਤ ਲੀਡਰ ਹੋਣਗੇ। ਅਸੀਂ ਪੈਸਾ ਕਮਾਉਣ ਆ ਗਏ ਆ। ਜਿਹੜੀ ਸੇਵਾ ਭਾਵਨਾ ਹੈ ਨਾ, ਉਹਦੇ ਨਾਲ ਰਾਜਨੀਤੀ ਘਟਦੀ ਜਾਂਦੀ ਹੈ। ਲੋਕ ਐਸੇ ਤੱਕ ਤੋਂ ਚਾਹੁੰਦੇ ਆ, ਤਾਂ ਹੀ ਸਿਸਟਮ ਤੋਂ ਤੰਗ ਹੈ, ਤਾਂ ਹੀ ਉਹ ਸਿਸਟਮ ਨੂੰ ਬਦਲਣਾ ਚਾਹੁੰਦੇ ਆ। ਇਹ ਅਸੀਂ ਰਾਜਨੀਤਿਕ ਲੋਕਾਂ ਨੂੰ ਮੰਨ ਲੈਣਾ ਚਾਹੀਦਾ। ਲੋਕ ਖੜੇ ਹੋ ਗਏ, ਲੋਕ ਸਿਆਣੇ ਆ, ਜਿੱਥੇ ਉਹਨਾਂ ਨੂੰ ਆਲਟਰਨੇਟਿਵ ਮਿਲਿਆ ਉੱਥੇ ਉਹ ਬਦਲਾਅ ਕਰਨਗੇ। ਸਮਝ ਜਾਈਏ, ਨਹੀਂ ਤਾਂ ਲੋਕ ਸਮਝਾ ਦੇਣਗੇ, ਲੁੱਟ ਲਓਗੇ ਜਿੰਨਾ ਮਰਜ਼ੀ, ਹੱਥ ਲਾ ਵੇਖਾਂਗੇ ਆਪਾਂ ਰਾਜਨੀਤਿਕ ਲੋਕ। ਸਭ ਲੋਕਾਂ ਨੂੰ ਪਤਾ ਹੈ ਕਿਹੜਾ ਇਮਾਨਦਾਰ ਹੈ, ਕਿਹੜਾ ਬੇਈਮਾਨ ਹੈ। ਪੈਸੇ ਨੇ ਨਾਲ ਨਹੀਂ ਜਾਣਾ, ਪੈਸਾ ਸਾਰਾ ਕੁਝ ਨਹੀਂ ਹੈ, ਪੈਸਾ ਬਹੁਤ ਕੁਝ ਹੈ, ਪਰ ਪੈਸਾ ਸਾਰਾ ਕੁਝ ਨਹੀਂ ਹੈ। ਪੈਸੇ ਨੇ ਨਾਲ ਨਹੀਂ ਜਾਣਾ, ਇੱਜ਼ਤ ਜਾਣੀ ਹੈ, ਤੁਹਾਡਾ ਚਿਹਰਾ ਪੈਸਾ ਸਾਰਾ ਕੁਝ ਔਰ ਪੈਸਾ ਕੁਝ ਵੀ ਨਹੀਂ ਹੈ। ਪਰ ਸਵਾਲ ਵੱਡਾ ਹੋਈ ਹੈ ਕਿ ਅਗਾ ਸ਼ਾਇਦ ਪਾਰਟੀਆਂ ਨੂੰ ਵੋਟਾਂ ਵੀ ਨਾ ਪੈਣ, ਬੰਦਿਆਂ ਨੂੰ ਵੋਟਾਂ ਪੈਣ। ਮੈਂ ਮੰਨ ਗਿਆ ਤੁਹਾਡੀ ਗੱਲ, ਪਰ ਉਹ ਸਿਆਸਤ ਹੁਣ ਰਹੀ ਕਿੱਥੇ ਹੈ ਜਿਹੜੀ ਤੁਸੀਂ ਪਰਸਨ ਬੇਸ ਜਾਂ ਕਹਿ ਲਓ ਬੰਦੇ ਦੀ ਗੱਲ ਕਰ ਰਹੇ ਹੋ? ਉਹ ਸਿਆਸਤ ਕਿੱਥੇ ਰਹੇਗੀ? ਤੁਸੀਂ ਆਪ ਵੀ ਕਹਿ ਰਹੇ ਹੋ ਪੈਸਾ ਹੈ ਵੀ ਜ਼ਰੂਰੀ ਔਰ ਪੈਸਾ ਕਿਤੇ ਜਾਣਾ ਵੀ ਨਹੀਂ, ਪਰ ਸਵਾਲ ਦੋਵੇਂ ਨੇ। ਮਿੱਤਲ ਸਾਹਿਬ ਜੀ, ਖਾना पूर्ति और मुस्तैदी तो अगे मैं चलना हूँ, लगता है कि बिना शह तो ये नहीं हो सकता और शह है थोड़े मुस्तैदी और या खाना पूर्ति ਦਾ ਜਾਂ ਉਸ ਤੋਂ ਸ਼ਹਿ ਦੀ ਗੱਲ ਕਰੀਏ, ਜਿਹੜਾ ਤੁਹਾਡਾ ਟੈਲੀਵਿਜ਼ਨ ਆਪਰੇਟਰ ਨੇ ਜਿਹੜਾ ਉੱਥੇ ਪ੍ਰਸ਼ਨ ਕੀਤਾ ਪੁਲਿਸ ਦੇ ਕਰਮਚਾਰੀ ਨੂੰ, ਉਹਦੇ ਜਵਾਬ ਤੋਂ ਸਾਰੀਆਂ ਚੀਜ਼ਾਂ ਸਪਸ਼ਟ ਨਜ਼ਰ ਆਉਂਦੀਆਂ ਕਿ ਇਹ ਖਾਣਾ ਪੂਰਤੀ ਵੀ ਹੈ ਔਰ ਸ਼ਹਿ ਵੀ ਹੈ। ਕਿਉਂ? ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਆਂਦੇ ਹਾਂ, ਟਾਪੂ ਹੈ, ਪਾਣੀ ਨਾਲ ਘਿਰਿਆ ਹੋਇਆ ਹੈ, ਇਹ ਆ ਜਾਂਦੇ ਆ ਟਿਊਬ ਦੇ ਵਿੱਚ ਹਵਾ ਭਰ ਕੇ ਉਹਦੇ ਨਾਲ ਆ ਜਾਂਦੇ ਆ ਤੇ ਭੱਜ ਕੇ ਕਿੱਥੇ ਚਲੇ ਜਾਂਦੇ ਆ? ਤੁਸੀਂ ਜਦੋਂ ਆਉਂਦੇ ਹੋ ਕੋਈ ਪਲੈਨਿੰਗ ਕਰਕੇ ਆਉਂਦੇ ਹੋ ਜਾਂ ਨਹੀਂ ਆਉਂਦੇ? ਉਹ ਤੈਰਨਾ ਜਾਣਦੇ ਆ, ਤੁਹਾਨੂੰ ਤੈਰਨਾ ਨਹੀਂ ਆਉਂਦਾ। ਮਤਲਬ ਬੜਾ ਅਜੀਬੋ-ਗਰੀਬ ਜਿਹਾ ਜਵਾਬ ਸੀਗਾ, ਜਿਹਨੂੰ ਕਿ ਮੈਨੂੰ ਨਹੀਂ ਲੱਗਦਾ ਕਿ ਪਿੰਡ ਦਾ ਇੱਕ ਸਿੱਧਾ ਆਦਮੀ ਵੀ ਇਸ ਗੱਲ ਜਵਾਬ ਦੇ ਉੱਤੇ ਹੱਸ ਪਏਗਾ ਕਿ ਕੀ ਜਵਾਬ ਦੇ ਰਿਹਾ। ਉੱਥੋਂ ਇੱਕ ਗੱਲ ਬੜੀ ਸਪਸ਼ਟ ਹੈ ਕਿ ਇਹ ਪੁਲਿਸ ਵੱਲੋਂ ਵੀ ਖਾਣਾ ਪੂਰਤੀ ਹੈ, ਇਹ ਪ੍ਰਸ਼ਾਸਨ ਵੱਲੋਂ ਵੀ ਖਾਣਾ ਪੂਰਤੀ ਹੈ, ਸਰਕਾਰ ਵੱਲੋਂ ਵੀ ਖਾਣਾ ਪੂਰਤੀ। ਮੈਂ ਚਾਹਲ ਸਾਹਿਬ ਦੀ ਤਾਰੀਫ ਕਰਾਂਗਾ ਕਿ ਉਹਨਾਂ ਨੇ ਪਾਰਟੀ ਲੈਵਲ ਤੋਂ ਉੱਪਰ ਉੱਠ ਕੇ ਸਪਸ਼ਟ ਗੱਲ ਕੀਤੀ ਹੈ। ਇਹ ਬਿਲਕੁਲ ਉਹਨਾਂ ਨੇ ਸਹੀ ਕਿਹਾ ਕਿ 3 ਸਾਲ ਤੋਂ ਲਗਾਤਾਰ ਰੈਵਨਿਊ ਘਟ ਰਿਹਾ ਹੈ, ਐਕਸਾਈਜ਼ ਦਾ ਰੈਵਨਿਊ ਘਟ ਰਿਹਾ ਹੈ। ਤੁਸੀਂ ਇਹ ਦੇਖੋ ਵੀ ਪੰਜਾਬ ਸਰਕਾਰ ਨੇ ਲਗਾਤਾਰ ਇੱਕੋ ਇੱਕ ਡਿਮਾਂਡ ਕਿ ਸ਼ਰਾਬ ਦੇ ਠੇਕੇ ਖੋਲ੍ਹ ਦਿਓ, ਸ਼ਰਾਬ ਦੇ ਠੇਕੇ ਖੋਲ੍ਹ ਦਿਓ, ਸ਼ਰਾਬ ਦੀ। ਉਸ ਤੋਂ ਬਾਅਦ ਇਹ ਵੀ ਖਬਰਾਂ ਆ ਗਈਆਂ ਕਿ ਜੀ ਕਿ ਹੁੱਕਾ ਬਾਰ ਚੱਲ ਰਹੀ ਹੈ, ਫੈਕਟਰੀਆਂ ਦੇ ਵਿੱਚੋਂ ਨਜਾਇਜ਼ ਸ਼ਰਾਬ ਵਿਕ ਰਹੀ ਹੈ। ਸਾਰੇ ਹਿੰਦੁਸਤਾਨ 'ਚ ਅਸੀਂ ਦੇਖਿਆ ਸ਼ਰਾਬ ਦੇ ਠੇਕੇ ਖੁੱਲੇ ਤਾਂ ਲਾਈਨਾਂ ਧੱਕੇ ਪੈ ਗਏ, ਪੁਲਿਸ ਨੂੰ ਡੰਡੇ ਮਾਰ ਕੇ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨ 'ਚ ਦਿੱਕਤ ਆਈ। ਲੇਕਿਨ ਪੰਜਾਬ 'ਚ ਕਿਤੇ ਕੁਝ ਨਹੀਂ ਹੋਇਆ। ਕਿਉਂ ਨਹੀਂ ਹੋਇਆ? ਕਿਉਂਕਿ 2 ਨੰਬਰ 'ਚ ਸ਼ਰਾਬ ਵਿਕਦੀ ਪਈ ਸੀ, ਲੋਕਾਂ ਨੂੰ ਲਾਈਨ 'ਚ ਜਾ ਕੇ ਲੱਗਣ ਦੀ ਲੋੜ ਨਹੀਂ ਪਈ। ਲੱਗਦਾ ਕਿ ਹੋਮ ਡਿਲੀਵਰੀ ਵਾਲਾ ਆਪਸ਼ਨ ਨਹੀਂ ਆਇਆ, ਕਿਉਂਕਿ ਉਹ ਤਾਂ ਪਹਿਲਾਂ ਹੀ ਹੋ ਰਹੀ ਸੀ। ਅਸੀਂ WhatsApp ਗਰੁੱਪਾਂ ਦੇ ਵਿੱਚ ਲੋਕਾਂ ਦੇ ਬਿੱਲ ਦੇਖੇ ਉਹਨਾਂ ਦਿਨਾਂ ਦੇ, ਕੋਈ ਕਰਨਾਟਕ ਦਾ, ਕੋਈ ਬੰਗਾਲ ਦਾ, ਕੋਈ 90,000 ਦੀ ਸ਼ਰਾਬ ਖਰੀਦ ਕੇ ਲੈ ਕੇ ਗਿਆ, ਕੋਈ 50,000 ਦੀ ਸ਼ਰਾਬ ਖਰੀਦ ਕੇ ਲੈ ਕੇ ਗਿਆ। ਕਿਉਂ? ਵੀ ਪਤਾ ਨਹੀਂ ਮੁੜ ਕੇ ਵਾਰੀ ਕਦੋਂ ਆਣੀ ਹੈ, ਐਡੀ ਲੰਬੀ ਲਾਈਨ 'ਚ ਅੱਜ ਹੀ ਲੈ ਜਾਓ। ਪੰਜਾਬ 'ਚੋਂ ਕਿਉਂ ਨਹੀਂ ਆਏ ਇਦਾਂ ਦੇ ਬਿੱਲ? ਕਿਉਂਕਿ ਪੰਜਾਬ ਦੇ ਵਿੱਚ ਲੋਕਾਂ ਦੀ ਜ਼ਰੂਰਤ ਨਹੀਂ ਸੀ।
ਪੰਜਾਬ ਇਹ ਸਿਰਫ ਇੱਕ ਡਰਾਮਾ ਸੀ ਔਰ ਅੱਜ ਵੀ ਜਿਹੜੀ ਇਹ ਕਾਰਵਾਈ ਹੋਈ ਹੈ ਇਹ ਸਿਰਫ ਤੇ ਸਿਰਫ ਪ੍ਰਸ਼ਾਸਨ ਵੱਲੋਂ ਇੱਕ ਕਾਰਵਾਈ ਕੀਤੀ ਗਈ ਹੈ ਦਿਖਾਉਣ ਵਾਸਤੇ ਕਿ ਦੇਖੋ ਜੀ ਅਸੀਂ ਕੁਝ ਕਰ ਰਹੇ ਹਾਂ। ਅਦਰਵਾਈਜ਼ ਤੁਸੀਂ ਦੱਸੋ ਮੈਨੂੰ, ਇਸ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਦੇਖਣ ਨੂੰ ਮਿਲਿਆ ਕਿ ਮੰਤਰੀ ਕੈਬਨਿਟ ਦੀ ਮੀਟਿੰਗ ਹੋਵੇ ਔਰ ਚੀਫ ਸੈਕਟਰੀ ਦਾ ਬਾਈਕਾਟ ਕਰਕੇ ਮੰਤਰੀ ਵਿੱਚੋਂ ਉੱਠ ਕੇ ਆ ਰਹੇ ਹੂ ਇਜ਼ ਚੀਫ ਸੈਕਟਰੀ। ਅਸੀਂ ਜਿਹੜੇ ਲੋਕ ਵਕਾਲਤ ਨਾਲ ਜਾਂ ਸੰਵਿਧਾਨ ਦੇ ਢਾਂਚੇ ਨੂੰ ਜਾਣਦੇ ਆ ਉਹ ਸਭ ਇਸ ਗੱਲ ਨੂੰ ਸਮਝਦੇ ਆ ਕਿ ਚੀਫ ਕੈਬਨਿਟ ਸੁਪਰੀਮ ਹੈ, ਚੀਫ ਸੈਕਟਰੀ ਇਜ਼ ਨੋਬਡੀ। ਚੀਫ ਸੈਕਟਰੀ ਤੱਕ ਸਿਰਫ ਉਹਨਾਂ ਨੂੰ ਇੱਕ ਰਿਪੋਰਟ ਕਰਨ ਵਾਸਤੇ ਉੱਥੇ ਇੱਕ ਗਵਰਨਮੈਂਟ ਦਾ ਐਗਜ਼ੀਕਿਊਟਿਵ ਦਾ ਹੈਡ ਬੈਠਾ ਹੈ ਉੱਥੇ। ਸੁਪਰੀਮ ਜਿਹੜਾ ਫੈਸਲਾ ਲੈਣਾ ਹੈ ਉਹ ਕੈਬਨਿਟ ਨੇ ਲੈਣਾ ਹੈ। ਕੈਬਨਿਟ ਬਾਈਕਾਟ ਕਰਨ ਦਾ ਕੀ ਮਤਲਬ ਹੋਇਆ? ਇਹਦਾ ਮਤਲਬ ਕਿਤੇ ਨਾ ਕਿਤੇ ਵਿੱਚ ਜਿਹੜੀ ਅੰਦਰਲੀ ਧਾਂਦਲੀ ਹੈ ਉਹ ਜਿਹੜਾ ਵੀ ਉਹਦੇ ਵਿੱਚ ਬੈਕਗ੍ਰਾਉਂਡ ਦੇ ਵਿੱਚ ਜਿਹੜਾ ਮਸਲਾ ਸੀ, ਯਾਨੀ ਕਿ ਜਿਨ੍ਹਾਂ ਨੇ ਬਾਈਕਾਟ ਕੀਤਾ ਉਹ ਵੀ ਰਲੇ ਹੋਏ ਨੇ। ਮੈਨੂੰ ਮੈਂ ਬੜਾ ਸਿੱਧਾ ਸਵਾਲ ਕਰ ਰਿਹਾ। ਬਿਲਕੁਲ ਮੈਂ ਤੇ ਸਾਫ਼ ਕਹਿ ਰਿਹਾ ਹਾਂ ਕਿ ਇਹ ਜਿਹੜੀ ਅੰਦਰਲੀ ਗੱਲ ਕੀ ਹੈ, ਕਿਸ ਗੱਲ ਦੇ ਉੱਤੇ ਲੜਾਈ ਹੈ। ਜਿਹੜੇ ਅੰਦਰ ਬੈਠੇ ਲੜ ਕੇ ਬਾਈਕਾਟ ਕਰਕੇ ਬਾਹਰ ਆਏ ਦੋਸ਼ੀ ਉਹ ਹੈ ਜਾਂ ਚੀਫ ਸੈਕਟਰੀ ਦੋਸ਼ੀ ਹੈ ਜਾਂ ਅਫਸਰ ਦੋਸ਼ੀ ਹੈ, ਇਹ ਤਾਂ ਜਾਂਚ ਦੇ ਉੱਤੇ ਪਤਾ ਲੱਗਣਾ ਹੈ। ਇਸੇ ਕਰਕੇ ਸਾਡੇ ਪ੍ਰਧਾਨ ਜੀ ਨੇ, ਸਾਡੀ ਪਾਰਟੀ ਨੇ ਇਸ ਗੱਲ ਦੀ ਡਿਮਾਂਡ ਕੀਤੀ ਹੈ ਕਿ ਇਸ ਦੀ ਸੀਬੀਆਈ ਵੱਲੋਂ ਜਾਂਚ ਹੋਣੀ ਚਾਹੀਦੀ। ਠੀਕ ਹੈ, ਰਾਣਾ ਬਲਜੀਤ ਜੀ ਕੁਝ ਕਹਿਣਾ ਚਾਹ ਰਹੇ, ਫਿਰ ਮੈਂ ਆਰਿਆਵਾਲੀਆ ਸਾਹਿਬ ਕੋਲ। ਹਾਂਜੀ, ਮੈਂ ਇਹ ਗੱਲ ਕਹਿਣਾ ਚਾਹਣਾ, ਮਿੱਤਲ ਸਾਹਿਬ ਦੀ ਗੱਲ ਦਾ ਜਵਾਬ ਦੇਣਾ ਚਾਹਣਾ ਕਿ ਸਾਡੇ ਲੋਕਤੰਤਰਿਕ ਢੰਗ ਦੇ ਨਾਲ ਪਾਰਟੀਆਂ ਦੇ ਐਮਐਲਏ ਚੁਣੇ ਜਾਂਦੇ ਆ, ਲੋਕਾਂ ਦੁਆਰਾ ਚੁਣੇ ਜਾਂਦੇ। ਤੇ ਪਹਿਲਾਂ ਵੀ ਮੈਂ ਗੱਲ ਕੀਤੀ ਹੈ ਸੈਗਮੈਂਟ ਦੇ ਵਿੱਚ, ਲੋਕਾਂ ਨੂੰ ਜਵਾਬਦੇ ਆ। ਉਹ ਜਿਹੜੇ ਐਮਐਲਏ ਆ ਕਾਂਗਰਸ ਪਾਰਟੀ ਦੇ ਵਿੱਚ ਕਿਤੇ ਨਾ ਕਿਤੇ 3 ਸਾਲ ਦੇ ਉੱਪਰ ਉਹ ਪੂਰੀ ਬਿਊਰੋਕ੍ਰੇਸੀ ਜਿਹੜੀ ਹੈਗੀ ਆ ਹਾਵੀ ਹੋਈ ਬੈਠੀ ਆ। ਉਹਦੇ ਅਧੀਨ ਜਦੋਂ ਉਹਨਾਂ ਨੇ ਇੱਕ ਕੁਐਸਚਨ ਕੀਤਾ ਐਮਐਲਏ ਸਾਹਿਬਾਨ ਨੇ ਕਿ ਐਕਸਾਈਜ਼ ਪਾਲਿਸੀ, ਪਹਿਲੀ ਤਾਂ ਗੱਲ ਇਹ ਹੋਈ ਵੀ ਰੈਵਨਿਊ ਦੀ ਗੱਲ ਪੁੱਛੀ ਤਾਂ ਉਹਨਾਂ ਨੇ ਇਹ ਗੱਲ ਕਹੀ ਵੀ ਮੈਂ ਤੁਹਾਨੂੰ ਜਵਾਬ ਦੇ ਨਹੀਂ ਹੈਗਾ। ਠੀਕ ਆ, ਉੱਥੇ ਉਹਨਾਂ ਨੇ ਆਪਦਾ ਕਰਨ ਅਵਤਾਰ ਸਿੰਘ ਨੇ ਥੋੜਾ ਜਿਹਾ ਦਿਖਾਇਆ ਜਿਸ ਦਾ ਕਰਕੇ ਵਾਕਆਊਟ ਕੀਤਾ। ਦੂਸਰੀ ਗੱਲ, ਮੈਂ ਵੀ ਇਸ ਗੱਲ ਨਾਲ ਇਹਨਾਂ ਦੀ ਨਾਲ ਸਹਿਮਤ ਹਾਂ ਕਿ ਜਿਹੜਾ ਹੋਮ ਸੈਕਟਰੀ ਹੀ ਇਜ਼ ਨਥਿੰਗ। ਠੀਕ ਹੈ, ਤੇ ਦੂਜੀ ਗੱਲ ਆ ਗਈ ਜਿਹੜੀ ਪਾਲਿਸੀ ਲਿਆ ਰਹੇ ਸੀ, ਉਹ ਪਾਲਿਸੀ ਉਹਨਾਂ ਨੇ ਆਪਦੀ ਇੱਕ ਹੋਮੇ ਲਾ ਲਓ ਬਿਊਰੋਕ੍ਰੇਸੀ ਦੇ ਵਿੱਚ ਉਹਨਾਂ ਨੂੰ WhatsApp ਕੀਤੀ। ਇਹਨਾਂ ਦੋ ਗੱਲਾਂ ਦਾ ਕਰਕੇ ਗਿਆ। ਇਸ ਚੀਜ਼ ਨੂੰ ਗਲਤ ਟਰਨ ਆਊਟ ਦੇ ਕੇ ਇਹ ਗੱਲ ਕਹਿਣਾ ਕਿ ਜੀ ਅੰਦਰ ਕੋਈ ਧਾਂਦਲੀ ਚੱਲ ਰਹੀ ਆ ਉਹਦੇ ਕਰਕੇ ਰੌਲਾ ਪਿਆ, ਬੜੀ ਗਲਤ ਗੱਲ ਆ। ਜਿਹੜੀ ਗੱਲ ਸਹੀ ਆ ਉਹਨੂੰ ਸਹੀ ਆਖੋ। ਹਰੇਕ ਥਾਂ ਦੇ ਉੱਪਰ ਪੋਲਿਟਿਕਸ ਨਾ ਕਰੋ। ਕਿ ਉਹਨਾਂ ਦਾ ਵੀ ਕੱਲ ਮੈਂ ਅੱਜ ਮੇਰੀ ਸੁਬਾਹ ਵਿਰਸਾ ਸਿੰਘ ਵਲਟੋਆ ਹੋਰਾਂ ਨਾਲ ਵੀ ਗੱਲ ਹੋਈ ਸੀ, ਜਦੋਂ ਕਿ ਮੈਂ ਅੱਜ ਇੱਥੇ ਬੈਠਾ, ਅੱਜ ਮੈਂ ਆਪਦੀ ਪਾਰਟੀ ਨੂੰ ਡਿਫੈਂਡ ਨਹੀਂ ਕਰ ਰਿਹਾ, ਸੱਚੀ ਗੱਲ ਕਰ ਰਿਹਾ ਕਿ ਮੈਂ ਵੀ ਇੱਥੇ ਕਿਸੇ ਮੈਨੂੰ ਨਹੀਂ ਸੰਪਤੀ ਮਿਲੀ ਵੀ ਮੈਂ ਤਾਂ ਰੌਲਾ ਪਾ ਰਿਹਾ ਇਸ ਗੱਲ ਦਾ ਕਰਕੇ। ਇਹ ਗੱਲ ਛੱਡ ਦਿਓ, ਬਹੁਤ ਪਾਰਟੀਆਂ ਦੇ ਵਿੱਚ ਚੰਗੇ ਲੋਕ ਬੈਠੇ ਆ, ਬਹੁਤ ਚੰਗੀ ਗੱਲ ਕਰਨ ਵਾਲੇ ਬੈਠੇ ਆ। ਦੀਪਾ ਜੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਲਚਰ ਤੋਂ ਹਟ ਕੇ ਗੱਲ ਕੀਤੀ। ਇਹਨਾਂ ਨੇ ਮੈਨੂੰ ਬਹੁਤ ਖੁਸ਼ੀ ਵਾਲੀ ਗੱਲ ਹੋਈ ਕਿ ਕੱਲ ਨੂੰ ਲੋਕਾਂ ਨੇ ਕੋਈ ਵੀ ਬੰਦਾ ਹੋਵੇ ਵੋਟ ਨਹੀਂ ਪਾਉਣੀ, ਬੰਦਾ ਦੇਖ ਕੇ ਵੋਟ ਪਾਉਣੀ ਆ। ਸੋ ਇਸ ਗੱਲ ਨੂੰ ਹਮੇਸ਼ਾ ਪੋਲੀਟੀਕਲ ਐਂਗਲ ਨਾਲ ਨਹੀਂ ਗੱਲ ਨੂੰ ਦੇਖਣਾ ਚਾਹੀਦਾ। ਉਸ ਚੀਜ਼ ਨੂੰ ਥੋੜਾ ਜਿਹਾ ਡੀਪਲੀ ਸੋਚ ਕੇ ਮੈਂ ਥੋੜੀ ਜਿਹੀ ਕਲੈਰੀਫਾਈ ਦੇਖਣਾ ਚਾਹੀਦਾ। ਮਿੱਤਲ ਸਾਹਿਬ, ਪਰ ਮੈਂ ਇੱਕ ਚੀਜ਼ ਹੋਰ ਸਮਝ ਨਹੀਂ ਚਾਹ ਰਿਹਾ ਰਾਣਾ ਬਲਜੀਤ ਜੀ, ਕਿਉਂ ਜਵਾਬ ਦੇ ਨਹੀਂ ਨੇ ਉਹ ਚੀਫ ਸੈਕਟਰੀ ਜਦੋਂ ਉਹਨਾਂ ਕੋਲ ਐਡੀਸ਼ਨਲ ਚਾਰਜ ਹੈ ਐਜ਼ ਫਾਈਨੈਂਸ਼ੀਅਲ ਕਮਿਸ਼ਨਰ ਐਕਸਾਈਜ਼ ਡਿਪਾਰਟਮੈਂਟ? ਫਿਰ ਕਿਉਂ ਜਵਾਬ ਦੇ ਨਹੀਂ ਹੈਗੇ? ਇੱਕ ਦੂਜਾ, ਕਿਹੜੀ ਤਬਦੀਲੀ ਕਰ ਦਿੱਤੀ ਗਈ ਹੁਣ ਇਸ ਐਕਸਾਈਜ਼ ਪਾਲਿਸੀ ਦੇ ਵਿੱਚ ਜਿਹੜੀ ਨਵੀਂ ਕਹੀ ਜਾ ਰਹੀ ਹੈ? ਮੈਨੂੰ ਇਹ ਦੱਸ ਦਿਓ, ਇਹ ਤਬਦੀਲੀ ਕਿਹੜੀ ਹੈ, ਕੀ ਕੁਝ ਨਵਾਂ ਕੀਤਾ ਗਿਆ? ਨਵਨੀਤ ਜੀ, ਮੈਂ ਤੁਹਾਡੀ ਇਸ ਗੱਲ ਨਾਲ, ਮੈਂ ਇਸੇ ਗੱਲ ਦਾ ਤਾਂ ਕਿਹਾ ਨਾ ਵੀ ਜਿਵੇਂ ਤੁਸੀਂ ਗੱਲ ਦਾ ਸਵਾਲ ਉਠਾਇਆ, ਮੈਂ ਵੀ ਇਹ ਗੱਲ ਕਿਹਾ ਵੀ ਉਹਨਾਂ ਨੇ ਜੇ ਗੱਲ ਕੀਤਾ ਮਿਸਬਿਹੇਵ ਕੀਤਾ ਤਾਂ ਹੀ ਉਹ ਮੰਤਰੀਆਂ ਸਾਹਿਬਾਨ ਨੇ ਵਾਕਆਊਟ ਕੀਤਾ ਉਸ ਗੱਲ ਦੇ ਵਿੱਚ। ਠੀਕ ਆ, ਉਸ ਗੱਲ ਨੂੰ ਹੁਣ ਤੁਸੀਂ ਗਲਤ ਐਂਗਲ ਨਾਲ, ਹੁਣ ਜੇ ਬੰਦਾ ਕੋਈ ਇਹਨਾਂ ਦੇ ਵਿੱਚੋਂ ਦੋਨਾਂ ਜਣਿਆਂ ਦੇ ਵਿੱਚੋਂ ਮੈਨੂੰ ਕੋਈ ਬੰਦਾ ਗੱਲ ਇਹ ਦੱਸ ਮੇਰੀ ਇੱਕ ਵਾਰੀ ਗੱਲ ਕਰ, ਮੈਂ ਇੰਡੀਵਿਜੂਅਲੀ ਨਵਨੀਤ ਜੀ ਬਿਨਾਂ ਤੱਥ ਤੋਂ ਕਦੇ ਕੋਈ ਗੱਲ ਨਹੀਂ ਕੀਤੀ। ਜਿੱਦਣ ਵਾਕਆਊਟ ਹੋਇਆ ਉਸ ਦਿਨ ਮੇਰੀ ਮਿਨਿਸਟਰ ਸਾਹਿਬਾਨ ਨਾਲ ਗੱਲ ਹੋਈ ਹੈ ਜਿਨ੍ਹਾਂ ਦਾ ਰੌਲਾ ਪਿਆ। ਉਹਨਾਂ ਨੂੰ ਮੈਂ ਗੱਲ ਆਖੀ ਹੈ ਜੀ ਸਾਨੂੰ ਜਾ ਕੇ ਜਵਾਬ ਦੇਣਾ ਪੈਂਦਾ, ਕੀ ਗੱਲ ਹੈ ਕੀ ਹੈ। ਉਹਨਾਂ ਨੇ ਰੀਜ਼ਨ ਬਿਹਾਈਂਡ ਦਾ ਕਰਟਨ ਦੱਸਤਾ ਸੀ ਵੀ ਆਹ ਰੌਲਾ ਹੈ, ਆਹ ਨਹੀਂ ਹੈ। ਹੁਣ ਜੇ ਇਹਨਾਂ ਦੋਨਾਂ ਦੇ ਵਿੱਚੋਂ ਕਿਸੇ ਦੀ ਗੱਲ ਹੋਈ ਹੈ, ਕਿਸੇ ਦੇ ਨਾਲ, ਕਿਸੇ ਮਿਨਿਸਟਰ ਨਾਲ ਗੱਲ ਹੋਈ ਹੈ, ਤਾਂ ਲੋਕਾਂ ਨੂੰ ਕਲੀਅਰ ਕਰ ਦੇਣ। ਦੀਪਾ ਸਾਹਿਬ, ਇਸ ਤਰ੍ਹਾਂ ਥੋੜਾ ਬਹੁਤ ਆਪਾਂ ਵੀ ਰਾਜਨੀਤੀ ਚ ਆ, ਭਾਵੇਂ ਪਾਰਟੀ ਚਲੇ ਗਏ ਆ, ਰਿਲੇਸ਼ਨ ਹੈਗੇ ਆ, ਗੱਲਬਾਤ ਵੀ ਹੁੰਦੀ ਹੈ। ਬਾਕੀ ਇਹ ਜਿਹੜੀ ਅਖਬਾਰਾਂ 'ਚ ਵੀ ਜਿਹੜਾ ਚੀਜ਼ ਆਈ ਹੈ, ਬਿਲਕੁਲ ਜਿਹੜੀ ਤੂੰ ਮੈਂ ਹੋਈ ਹੈ, ਬਿਲਕੁਲ ਇਹ ਗੱਲ ਹੋਈ ਕਿ ਚੀਫ ਸੈਕਟਰੀ ਸਾਹਿਬ ਪਾਲਿਸੀ ਲਿਆ ਰਹੇ ਹੋ ਤੁਸੀਂ, ਇਹ ਰੈਵਨਿਊ ਕਿਉਂ ਘਟ ਰਿਹਾ? ਤਾਂ ਉਹਨਾਂ ਨੇ ਦੱਸਿਆ ਰੈਵਨਿਊ ਤਾਂ ਘਟ ਰਿਹਾ ਹੈ, ਇੱਕ ਤਾਂ ਸਮਗਲਿੰਗ ਹੁੰਦੀ ਹੈ, ਇੱਕ ਸਮਗਲਿੰਗ ਹੁੰਦੀ ਹੈ, ਇੱਕ ਜਿਹੜੀਆਂ 2 ਨੰਬਰ ਦੀਆਂ ਤੁਹਾਡੀਆਂ ਡਿਸਟਿਲਰੀਜ਼ ਹੈ, ਸਾਡੀਆਂ 1 ਨੰਬਰ ਦੀਆਂ ਡਿਸਟਿਲਰੀਜ਼ ਹੈ, ਉੱਥੋਂ ਬਿਨਾਂ ਬਿੱਲ ਤੋਂ ਸ਼ਰਾਬ ਜਾ ਕੇ ਵਿਕਦੀ ਹੈ। ਪੈਸਾ ਜਿਹੜਾ ਸਰਕਾਰ ਕੋਲ ਆਉਣਾ ਚਾਹੀਦਾ ਉਹ ਜਾ ਰਿਹਾ ਉਵੇਂ। ਔਰ ਤੁਹਾਡੇ ਐਮਐਲਏ ਔਰ ਐਮਐਲਏ ਦੇ ਨਾਂ ਤੇ ਵੀ ਹੈਗੇ ਠੇਕੇ ਜਿਹੜੇ ਸਿੱਧੇ ਕੰਮ ਕਰ ਰਹੇ ਤੇ ਬਿਨਾਂ ਨਾਂ ਤੋਂ ਵੀ ਹੈਗੇ ਆ, ਇਸ ਕਰਕੇ ਰੈਵਨਿਊ ਘਟ ਰਿਹਾ। ਉਹਨਾਂ ਨੇ ਐਮਐਲਏ ਤੇ ਉਹਨਾਂ ਤੇ ਐਲੀਗੇਸ਼ਨ ਲਾਇਆ ਜਾਂ ਉਹਨਾਂ ਨੇ ਸਿੱਧੀ ਗੱਲ ਕੀਤੀ?
ਤੇ ਦੂਜੇ ਪਾਸੇ ਜਿਹੜਾ ਰਾਜਾ ਵੜਿੰਗ ਨੇ ਆਪਦਾ ਟਵੀਟ ਕੀਤਾ ਹੈ, ਜਾਂ ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ, ਜਾਂ ਦੂਜੇ ਮਿਨਿਸਟਰਾਂ ਨੇ ਕਿਹਾ ਹੈ, ਉਹਨਾਂ ਨੇ ਸਿੱਧਾ ਚੀਫ ਸੈਕਟਰੀ ਦੇ ਲੜਕੇ ਦਾ ਨਾਂ ਲੈਤਾ। ਇਹ ਹਿੱਸਾ ਤਾਂ ਤੁਹਾਡੇ ਬੇਟੇ ਦਾ ਵੀ, ਹਰਮਨ ਸਿੰਘ ਦਾ, ਉਸ ਅਮੀਰਾ ਵਾਲੀ ਫੈਕਟਰੀ ਦੇ ਵਿੱਚ। ਹੁਣ ਇਹਦੇ ਚ ਗੱਲ ਸਾਫ਼ ਹੈ, ਜਾਂ ਤਾਂ ਜੇ ਐਲੀਗੇਸ਼ਨ ਗਲਤ ਹੈ ਤਾਂ ਇਨਕੁਆਇਰੀ ਹੋ ਕੇ ਬਿਲਕੁਲ ਪਰਚਾ ਹੋਣਾ ਚਾਹੀਦਾ ਇੱਕ ਦੂਜੇ ਤੇ, ਜੇ ਗਲਤ ਹੈ ਤਾਂ ਇਨਕੁਆਇਰੀ ਕਰੋ। ਇਨਕੁਆਇਰੀ ਦੀ ਮੰਗ ਤੇ ਕਰ ਹੀ ਰਹੇ ਨੇ, ਸਾਰੇ ਕਰ ਰਹੇ ਨੇ। ਇਨਕੁਆਇਰੀ ਕੋਈ ਨਹੀਂ ਹੋਣੀ ਇੱਥੇ ਸਾਰੇ ਕਰ ਰਹੇ ਨੇ, ਕਾਂਗਰਸ ਪਾਰਟੀ ਦੇ ਲੀਡਰ ਵੀ ਕਰ ਰਹੇ ਨੇ। ਰਾਣਾ ਬਲਜੀਤ ਜੀ ਨੇ ਪਹਿਲੇ ਹੀ ਕਹਿਤਾ ਕਿ ਜਾਂਚ ਹੋਣੀ ਚਾਹੀਦੀ ਹੈ। ਬਿਲਕੁਲ ਸਿੱਧਾ ਕਹਿਤਾ। ਪ੍ਰਗਟ ਸਿੰਘ ਨੇ ਬਿਲਕੁਲ ਖੋਲ ਕੇ ਕਹਿਤਾ, ਇੱਕ ਬੰਦਾ ਇੱਕ ਐਮਐਲਏ ਪਾਰਟੀ 'ਚ ਰਹੇ ਤੇ ਇਸ ਤੋਂ ਵੱਧ ਕੀ ਕਹਿ ਸਕਦਾ ਜੋ ਪ੍ਰਗਟ ਸਿੰਘ ਨੇ ਨਹੀਂ ਕਿਹਾ। ਪਰ ਫਿਰ ਵੀ ਕੋਈ ਅਸਰ ਨਹੀਂ, ਕੋਈ ਇਨਕੁਆਇਰੀ ਨਹੀਂ ਹੋਣੀ, ਬੜੀ ਲੀਪਾ ਪੋਤੀ ਹੋਣੀ ਹੈ। ਸਭ ਪਤਾ ਹੈ, ਸਭ ਦੇ ਇੰਟਰਸਟ ਹੈ। ਜਿਹੜੇ ਐਲੀਗੇਸ਼ਨ ਲਾ ਰਹੇ ਸੀ, ਮੈਂ ਅੱਜ ਵੀ ਕਹਿੰਦਾ ਕੈਬਨਿਟ ਮੰਤਰੀ ਦੇ ਜਿਹੜੇ ਵਿੱਚ ਐਮਐਲਏ ਵੀ ਜਿਹੜੇ ਲਾ ਰਹੇ ਆ, ਸਭ ਦਾ ਇੰਟਰਸਟ ਹੈ, ਸਭ ਆਪਦੇ ਹਲਕਿਆਂ 'ਚ ਨਹੀਂ। ਜਾਂਚ ਦੀ ਗੱਲ ਸਾਰੇ ਕਹਿ ਰਹੇ ਨੇ। ਆਮ ਆਦਮੀ ਪਾਰਟੀ ਨੇ ਤਾਂ ਕਹਿਤਾ, ਆਮ ਆਦਮੀ ਪਾਰਟੀ ਨੇ ਤਾਂ ਰਾਜਪੁਰਾ ਇੰਸੀਡੈਂਟ ਤੋਂ ਬਾਅਦ ਕਹਿਤਾ ਕਿ ਆਲ ਪਾਰਟੀ ਇੱਕ ਡੈਲੀਗੇਸ਼ਨ ਬਣਾ ਲਓ ਔਰ ਬਹਿ ਕੇ ਮੀਟਿੰਗ ਕਰ ਲਓ, ਹੱਲ ਕੱਢ ਲਾਂਗੇ। ਵਾਲੀਆ ਸਾਹਿਬ। ਹਾਂਜੀ ਨਵਨੀਤ ਜੀ ਦੇਖੋ, ਸਭ ਤੋਂ ਪਹਿਲਾਂ ਤਾਂ ਬੜੀ ਮੰਦਭਾਗੀ ਗੱਲ ਹੈ ਕਿ ਜਦੋਂ ਸਾਡੇ ਪੰਜਾਬ ਦੇ ਲੋਕ ਕਰੋਨਾ ਵਰਗੀ ਮਹਾਮਾਰੀ ਤੇ ਜੂਝ ਰਹੇ ਨੇ, ਜ਼ਿੰਦਗੀ ਔਰ ਮੌਤ ਦਾ ਸਵਾਲ ਸਾਡੇ ਲੋਕਾਂ ਵਾਸਤੇ ਬਣਿਆ ਹੋਇਆ, ਉੱਥੇ ਸਰਕਾਰ ਦਾ ਦਾਇਿਤਵ ਹੁੰਦਾ, ਫਰਜ਼ ਹੁੰਦਾ ਕਿ ਲੋਕਾਂ ਦੀ ਜਾਨ ਬਚਾਉਣਾ, ਲੋਕਾਂ ਦੇ ਤੱਕ ਰਾਸ਼ਨ ਪਹੁੰਚਾਉਣਾ। ਪਰ ਅਫਸੋਸ ਦੀ ਗੱਲ ਹੈ ਕਿ ਪੰਜਾਬ ਸਰਕਾਰ ਦੇ ਅੱਜ ਵੀ ਨੁਮਾਇੰਦੇ ਤੇ ਮੰਤਰੀ ਤੱਕ ਜਿਹੜੇ ਹੈਗੇ ਨੇ, ਉਹ ਲੋਕਾਂ ਤੱਕ ਰਾਸ਼ਨ ਪਹੁੰਚੇ ਨਾ ਪਹੁੰਚੇ, ਸ਼ਰਾਬ ਜ਼ਰੂਰ ਪਹੁੰਚਣੀ ਚਾਹੀਦੀ, ਨਸ਼ਾ ਜ਼ਰੂਰ ਪਹੁੰਚਣਾ ਚਾਹੀਦਾ, ਮਾਈਨਿੰਗ ਹੋਵੇ ਚਾਹੇ ਉਹ ਜ਼ਰੂਰ ਕਰਨੀ ਹੈ। ਇਹ ਕੰਮਾਂ 'ਚ ਜ਼ਿਆਦਾ ਲੱਗੀ ਹੋਈ ਹੈ ਤੇ ਬੜੀ ਸ਼ਰਮਨਾਕ ਗੱਲ ਇਹ ਹੈਗੀ ਹੈ। ਬਾਕੀ ਜੀ ਮੈਂ ਤੁਹਾਨੂੰ ਗੱਲ ਦੱਸਾਂ, ਤੁਸੀਂ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਵੀ ਰਿਪਰੈਜ਼ੈਂਟੇਸ਼ਨ ਦਿੱਤੀ ਹੈ ਕਿ ਆਲ ਪਾਰਟੀ, ਸਾਰੀ ਪਾਰਟੀਜ਼ ਦੇ ਐਮਐਲਏਜ਼ ਨੂੰ ਇੱਕ ਟੀਮ ਬਣਾ ਕੇ ਇਨਵੈਸਟੀਗੇਸ਼ਨ ਇਨਕੁਆਇਰੀ ਟੀਮ ਬਣਾਈ ਜਾਵੇ, ਜਿਹੜੀ ਉਹ ਟੀਮ ਇਨਕੁਆਇਰੀ ਕਰੇਗੀ ਵੀ ਕਿਹੜਾ ਇਨਵੋਲਵ ਹੈ, ਕਿੱਥੇ ਕਿਆ ਚੱਕਰ ਪੈ ਰਿਹਾ, ਕਿਉਂਕਿ ਰੈਵਨਿਊ ਲਾਸ ਤਾਂ ਪੰਜਾਬ ਨੂੰ ਹੋ ਰਿਹਾ ਇਸ ਚੀਜ਼ ਦਾ। ਮੈਂ ਥੋੜੇ ਜਿਹੇ 2-3 ਤੱਥ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ। ਇੱਕ ਤਾਂ ਤੁਹਾਨੂੰ ਯਾਦ ਹੋਏਗਾ, ਰਾਣਾ ਗੁਰਜੀਤ ਜੀ ਦੀ ਫੈਕਟਰੀ ਹੈ RFL ਡਿਸਟਿਲਰੀ ਦੇ ਨਾਂ ਤੇ। ਇਹ ਹੈਗੀ ਹੈ 1150 ਪੇਟੀਆਂ ਇਲੀਗਲ ਸ਼ਰਾਬ ਦੀਆਂ, ਮਤਲਬ ਵਿਦਾਊਟ ਵੀ ਐਕਸਾਈਜ਼ ਡਿਪਾਰਟਮੈਂਟ ਨੇ ਫੜੀਆਂ ਸੀਗੀਆਂ ਇਲੈਕਸ਼ਨ ਦੇ ਟਾਈਮ ਤੇ। ਉਹਨਾਂ ਦੀ ਫੈਕਟਰੀ ਦੇ ਇੱਕ ਟਰੱਕ ਤੇ ਇੱਕ ਸਕਾਰਪੀਓ ਫੜੀ ਸੀਗੀ। ਹੁਣ ਕਾਂਗਰਸ ਸ਼ਰੇਆਮ 2 ਨੰਬਰ ਸ਼ਰਾਬ ਵੇਚ ਰਹੀ, ਇਹ ਇੱਕ ਸਬੂਤ ਹੈਗਾ। ਦੂਜਾ ਇੱਕ ਇੰਡੀਅਨ ਐਕਸਪ੍ਰੈਸ ਦੀ ਮੇਰੇ ਕੋਲ ਖਬਰ ਹੈਗੀ ਹੈ, ਜਿਸ 'ਚ 28 ਜਨਵਰੀ 2018 ਦੀ ਜਦੋਂ ਕਿਹਾ ਗਿਆ ਸੀਗਾ ਕਿ ਜੀ ਸਰਕਾਰ ਪਲਾਨਿੰਗ ਕਰ ਰਹੀ ਹੈ ਕਿ ਲੀਕਰ ਕਾਰਪੋਰੇਸ਼ਨ ਬਣਾਈ ਜਾਵੇ। ਆਮ ਆਦਮੀ ਪਾਰਟੀ ਨੇ ਵੀ, ਤੁਹਾਨੂੰ ਪਤਾ ਹੋਊਗਾ, ਪਿੱਛੇ ਵਿਧਾਨ ਸਭਾ 'ਚ ਮਤਾ ਪਾਸ ਕੀਤਾ, ਮਤਾ ਭੇਜਿਆ ਸੀਗਾ ਸ਼੍ਰੀ ਅਮਨ ਅਰੋੜਾ ਜੀ ਨੇ ਕਿ ਲੀਕਰ ਕਾਰਪੋਰੇਸ਼ਨ ਬਣਾਈ ਜਾਵੇ। ਵੀ ਤਮਿਲਨਾਡੂ ਨੂੰ 29,000 ਕਰੋੜ ਦਾ ਬੈਨੀਫਿਟ ਹੈਗਾ, ਤਾਂ ਕਿਉਂ ਪੰਜਾਬ ਨੂੰ ਕਿਉਂ ਨਾ ਹੈਗਾ। ਬਿਲਕੁਲ। ਪਰ ਮੈਂ ਤੁਹਾਨੂੰ ਦੱਸਦਾ ਹੁਣ ਇਹਦੇ ਪਿੱਛੇ ਰੀਜ਼ਨ ਕੀ ਹੈ, ਕਿਉਂ ਨਹੀਂ ਇਹ ਲੀਕਰ ਕਾਰਪੋਰੇਸ਼ਨ ਪੰਜਾਬ ਸਰਕਾਰ ਬਣਾਉਣਾ ਚਾਹੁੰਦੀ। ਕਿਉਂਕਿ ਇਹ ਰਲ ਮਿਲ ਕੇ ਬਿਜ਼ਨਸ ਚੱਲ ਰਿਹਾ, ਚਾਹੇ ਅਕਾਲੀ ਹੋਣ ਚਾਹੇ ਕਾਂਗਰਸੀ ਹੋਣ। ਤੇ ਇਹ ਮੇਰੇ ਕੋਲ ਰਿਪੋਰਟ ਜਿਹੜੀ ਕਹਿ ਰਹੀ ਹੈ ਕਿ ਉਸ 2018 ਚ 5900 ਦੇ ਕਰੀਬ ਲੀਕਰ ਵੈਂਡਰ ਸੀਗੇ ਪੰਜਾਬ 'ਚ, ਜਿਸ 'ਚ 500 ਜਿਹੜੇ ਹੈਗੇ ਆ ਆਪਣਾ 500 ਪਲੱਸ 200 700 ਆਊਟਲੈਟ ਜਿਹੜੇ ਹੈਗੇ ਆ ਅਕਾਲੀ ਦੇ, ਜਿਹੜੀ ਸਾਈਡ ਜਿਹੜੇ ਅਕਾਲੀ ਦੇ ਲੀਡਰ ਹੈਗੇ ਆ, ਅਕਾਲੀ ਲੀਡਰਸ ਦੇ ਸੀਗੇ। ਤੇ ਉਸ ਤੋਂ ਬਾਅਦ ਸਮਰਾਲੇ ਐਮਐਲਏ ਕਾਂਗਰਸ ਦੇ ਜਿਹੜੇ ਆਊਟਲੈਟ ਸੀਗੇ। ਬਲਬੀਰ ਸਿੱਧੂ ਜਿਹੜੇ ਕਿ ਆਪਣੇ ਹੈਲਥ ਮਿਨਿਸਟਰ ਨੇ, ਉਹਨਾਂ ਦੇ ਭਾਈ ਦੇ ਵੀ 30 ਲੀਕਰ ਆਊਟਲੈਟ ਹੈਗੇ ਆ। ਜਦੋਂ ਸਰਕਾਰ ਆਪ ਹੀ ਇਨਵੋਲਵ ਹੋਵੇ ਇਹ ਕੰਮਾਂ ਵਿੱਚ ਤਾਂ ਧਾਂਦਲੀ ਤਾਂ ਸਾਫ਼ ਹੈ। ਬਾਕੀ ਬਿਆਨ ਜੋ ਦਿੱਤਾ ਜਲੰਧਰ ਦੇ ਇਨਸੀਡੈਂਟ ਨੂੰ, ਟਾਪੂ ਵਾਲੇ ਇਨਸੀਡੈਂਟ ਨੂੰ ਲੈ ਕੇ ਪੁਲਿਸ ਅਫਸਰ ਨੇ, ਉਹ ਬਿਆਨ ਇਟਸੈਲਫ ਹੀ ਸ਼ੋਅ ਕਰ ਰਿਹਾ ਕਿ ਸਰਕਾਰ ਦਾ ਪੂਰਾ ਹੱਥ, ਐਡਮਿਨਿਸਟ੍ਰੇਸ਼ਨ ਦਾ ਪੂਰਾ ਹੱਥ ਹੈਗਾ ਇਲੀਗਲ ਸ਼ਰਾਬ ਵੇਚਣ 'ਚ। ਕਿਉਂਕਿ ਜੋ ਲੀਪਾ ਪੋਤੀ ਉਹਨਾਂ ਨੇ ਆਪਣੇ ਇਸ ਬਿਆਨ 'ਚ ਕੀਤੀ, ਉਹ ਸਾਫ਼ ਨਜ਼ਰ ਆ ਰਹੀ ਹੈ। ਨਵਨੀਤ ਜੀ, ਇੱਕ ਮੈਂ ਤੁਹਾਨੂੰ ਹੋਰ ਇਨਸੀਡੈਂਟ ਦੱਸਦਾ, ਤੁਸੀਂ ਸੁਣ ਕੇ ਹੈਰਾਨ ਰਹੋਗੇ ਕਿ ਕਾਂਗਰਸ ਦੇ ਕਿੱਡੇ ਸੀਨੀਅਰ ਲੀਡਰ ਤੇ ਕਿਵੇਂ ਇਹਨਾਂ ਦਾ ਹੱਥ ਜਿਹੜਾ ਹੈਗਾ ਇਹ ਮਾਫੀਆ ਦੇ, ਚਾਹੇ ਮਾਈਨਿੰਗ ਮਾਫੀਆ ਚਾਹੇ ਸ਼ਰਾਬ ਮਾਫੀਆ, ਇਹਨਾਂ ਤੇ ਰਹਿੰਦਾ ਹੈ। ਪਲੀਜ਼ ਮੈਨੂੰ ਸਮਾਂ ਦਿਓ 1 ਮਿੰਟ ਦਾ ਹੋਰ ਪਲੀਜ਼। ਤੁਸੀਂ ਦੇਖਿਆ ਹੋਊਗਾ ਪਿੱਛੇ ਰੋਪੜ 'ਚ ਸੈਦਪੁਰ ਪਿੰਡ ਦੀ ਖਬਰ ਸੀਗੀ ਕਿ ਉੱਥੇ ਮਾਈਨਿੰਗ ਮਾਫੀਆ ਨੇ 11 ਪਿੰਡ ਸੀਲ ਸੀਗੇ ਰੋਪੜ ਦੇ, ਤੇ ਤਕਰੀਬਨ ਸਾਰੇ ਪਿੰਡਾਂ ਦੇ ਠਿਕਰੀ ਪੈ ਰਹੇ ਸੀਗੇ ਕੋਈ ਬਾਹਰੋਂ ਨਾ ਆਵੇ ਕਰੋਨਾ ਮਹਾਮਾਰੀ ਤੋਂ ਡਰਦੇ ਮਾਰੇ। ਤੇ ਪਰ ਉੱਥੇ ਲੈਂਡ ਜਿਹੜਾ ਮਾਈਨਿੰਗ ਮਾਫੀਆ ਚੱਲ ਰਿਹਾ ਸੀਗਾ, ਟਰੱਕ ਜਿਹੜੇ ਉੱਥੇ ਗੋਲੀਬਾਰੀ ਸੈਦਪੁਰ ਪਿੰਡ 'ਚ ਕੀਤੀ ਗਈ। ਤੇ ਉਹ ਪਿੰਡ 'ਚ ਪੂਰੀ ਪੰਚਾਇਤ ਨੇ ਤੇ ਪਿੰਡ ਵਾਲਿਆਂ ਨੇ ਇੱਕ ਪੁਲਿਸ ਕੰਪਲੇਂਟ ਦਿੱਤੀ, ਜਿਸ 'ਚ ਮਨਦੀਪ ਸਿੰਘ ਨੂੰ ਮੁੱਖ ਮੰਨਿਆ ਗਿਆ। ਨੀਨੋ ਹੇੜੀ ਤੋਂ ਮਨਦੀਪ ਸਿੰਘ ਨੂੰ ਮੁੱਖ ਮੰਨਿਆ ਗਿਆ ਕਿ ਉਹਨੇ ਮੇਨ ਗੋਲੀਬਾਰੀ ਵੀ ਕੀਤੀ, ਉਹਦੀ ਐਸਯੂਵੀ ਸੀਗੀ, ਉਹ ਮਾਈਨਿੰਗ ਦਾ ਕੰਮ ਕਰਦਾ ਸੀਗਾ। ਤੇ ਉਹਦੇ ਪਰ ਉਹ ਪੁਲਿਸ ਨੇ ਅਨਆਇਡੈਂਟੀਫਾਈਡ ਪਰਸਨ ਤੇ ਪਰਚਾ ਦਰਜ ਕਰਤਿਆ, ਪਰ ਮਨਦੀਪ ਸਿੰਘ ਨੂੰ ਫੜਾਇਆ ਵੀ ਉਹਨਾਂ ਦੇ ਪਿੰਡ ਵਾਲਿਆਂ ਨੇ, ਉਹਨੂੰ ਛੱਡਤਿਆ, ਅਨਆਇਡੈਂਟੀਫਾਈਡ ਤੇ ਪਰਚਾ ਦਰਜ ਕਰਤਿਆ। ਅੱਜ ਦੇ ਅਖਬਾਰ ਦੀ ਇਹ ਸਪਲੀਮੈਂਟਰੀ ਹੈ, ਰੋਪੜ ਦੇ ਅੱਜ ਦੇ ਅਖਬਾਰ ਦੀ ਸਪਲੀਮੈਂਟਰੀ ਹੈ। ਇਹ ਜਿਹੜੇ ਸਰਦਾਰ ਜੀ ਨੇ ਆਪਣੇ ਹੈਗੇ, ਇਹ ਮਨਦੀਪ ਸਿੰਘ ਜੀ ਨੇ ਤੇ ਇਹ ਰਾਣਾ ਕੇਪੀ ਜੀ ਨੇ। ਇੱਧਰ ਰਾਣਾ ਕੇਪੀ ਜੀ ਜਿਹੜੇ ਸਪੀਕਰ ਨੇ ਤੇ ਕਾਂਗਰਸ ਦੇ ਸੀਨੀਅਰ ਲੀਡਰ।
ਤੇ ਉਹੀ ਮਨਦੀਪ ਸਿੰਘ ਜਿਹਨੂੰ ਪਿੰਡ ਵਾਲਿਆਂ ਨੇ ਫੜ ਕੇ ਪੁਲਿਸ ਦੇ ਹਵਾਲੇ ਕੀਤਾ, ਜਿਹਨੇ ਫਾਇਰਿੰਗ ਕੀਤੀ, ਜਿਹੜਾ ਧੜੱਲੇ ਨਾਲ ਇਸ ਮਹਾਮਾਰੀ 'ਚ ਵੀ ਰੋਕ ਦੇ ਬਾਵਜੂਦ ਮਾਈਨਿੰਗ ਕਰਦਾ ਰਿਹਾ। ਜਦ ਇਹੋ ਜਿਹੇ ਮਾਈਨਿੰਗ ਮਾਫੀਆ ਤੇ ਲੀਕਰ ਮਾਫੀਆ ਦੀਆਂ ਫੋਟੋਆਂ ਕਾਂਗਰਸ ਦੇ ਸੀਨੀਅਰ ਲੀਡਰਾਂ ਨਾਲ ਅਖਬਾਰਾਂ 'ਚ ਲੱਗਣਗੀਆਂ ਤਾਂ ਕਿਹੜੇ ਪੁਲਿਸ ਅਫਸਰ ਦੀ ਹਿੰਮਤ ਹੋਊਗੀ, ਕਿਹੜੇ ਪੁਲਿਸ ਅਫਸਰ ਦੀ ਹਿੰਮਤ ਹੋਊਗੀ ਉਹਨਾਂ ਨੂੰ ਹੱਥ ਪਾ ਲੇ। ਮੈਂ ਪਰਸਨਲੀ ਇਸ ਚੀਜ਼ ਨੂੰ ਕਹਿਣਾ ਕਿ ਸਿਆਸੀ ਬੰਦੇ ਦਾ ਕੋਈ ਨਿੱਜੀ ਜ਼ਿੰਦਗੀ ਨਹੀਂ ਹੁੰਦੀ, ਕਿਉਂਕਿ ਅਜਿਹੀਆਂ ਫੋਟੋਆਂ ਆਉਂਦੀਆਂ ਨੇ। ਦੇਖੋ ਇਹਦੇ 'ਚ ਕੋਈ ਦੋ ਰਾਏ ਨਹੀਂ, ਪਰ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਠੀਕ ਹੈ ਫੜਨ ਦੇ ਬਾਵਜੂਦ ਵੀ ਅਨਆਇਡੈਂਟੀਫਾਈਡ ਪਰਚਾ ਦਰਜ ਹੋਇਆ, ਉਹ ਗਲਤ ਹੈ, ਉਹਦੇ ਤੇ ਮੈਂ ਆ ਸਕਦਾ। ਪਰ ਫੋਟੋਆਂ ਦੇਖੋ ਜੇ ਸਿਆਸੀ ਜੀਵਨ ਹੈ ਤੇ ਹੁੰਦੀਆਂ ਨੇ, ਪਰ ਸਵਾਲ ਹੁਣ ਮਾਫੀਆ ਨੂੰ ਲੈ ਕੇ ਮਿੱਤਲ ਸਾਹਿਬ ਜੀ। ਦੇਖੋ ਮੈਂ ਜਿਹੜੀ ਚਾਹਲ ਸਾਹਿਬ ਨੇ ਇੱਕ ਗੱਲ ਕਹੀ, ਮੈਂ ਚਾਹਲ ਸਾਹਿਬ ਮੈਂ ਹੁਣ ਵੀ ਤੁਹਾਡੀ ਤਾਰੀਫ ਕਰਦਾ, ਕਿਉਂਕਿ ਤੁਸੀਂ ਮੰਗ ਤੋਂ ਗੱਲ ਸ਼ੁਰੂ ਕੀਤੀ। ਆਪਣੀ ਸਰਕਾਰ ਦੇ ਪਾਰਟੀ ਦੀ ਸਰਕਾਰ ਹੋਵੇ ਔਰ ਉਸ ਦੇ ਵਿੱਚ ਮੰਗ ਇਸ ਤਰੀਕੇ ਦੇ ਨਾਲ ਕਰਨਾ ਬੜਾ ਜਿਗਰਾ ਚਾਹੀਦਾ, ਔਰ ਤੁਸੀਂ ਬਹੁਤ ਸਪਸ਼ਟਵਾਦਤਾ ਨਾਲ ਗੱਲ ਕੀਤੀ। ਲੇਕਿਨ ਜਿਹੜੀ ਮੈਂ ਮੇਨ ਗੱਲ ਕਹਿਣੀ ਚਾਹੁੰਦਾ ਸੀ, ਮੇਨ ਗੱਲ ਜਿਹੜੀ ਇਹਦੇ 'ਚ ਇਹ ਸੀਗੀ ਕਿ ਦੋਸ਼ ਆਰੋਪਣ ਤਾਂ ਕਰ ਦਿੱਤੇ, ਜਿਹੜੇ ਅੰਦਰੋਂ ਮਿਨਿਸਟਰ ਉੱਠ ਕੇ ਆਏ ਉਹਨਾਂ ਨੇ ਵੀ ਕਰ ਦਿੱਤੇ, ਜਿਹੜੇ ਬਿਊਰੋਕ੍ਰੇਸੀ ਹੈ ਉਹਨਾਂ ਨੇ ਵੀ ਕਰ ਦਿੱਤੇ, ਲੇਕਿਨ ਉਹਨਾਂ ਦੋਸ਼ਾਂ ਦਾ ਨਿਵਾਰਣ, ਉਹਨਾਂ ਦੋਸ਼ਾਂ ਦੀ ਤੱਥ ਦੀ ਜਿਹੜੀ ਅੱਗੇ ਜੜ ਤੱਕ ਪਹੁੰਚਣ ਦੇ ਲਈ ਕੀ ਹੋਇਆ? ਕੁਝ ਵੀ ਨਹੀਂ ਹੋਇਆ, ਕਿਸੇ ਜਗ੍ਹਾ ਤੇ ਵੀ ਕੋਈ ਗੱਲ ਨਹੀਂ ਪਹੁੰਚੀ। ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਇਹਦੀ ਜਾਂਚ ਜਿਹੜੀ ਹੈ ਉਹਦੀ ਹੋਣੀ ਚਾਹੀਦੀ ਹੈ, CBI ਕੋਲ ਇਨਕੁਆਇਰੀ ਹੋਣੀ ਚਾਹੀਦੀ। ਸੱਚ ਕੀ ਹੈ, ਕੌਣ ਬੈਨੀਫਿਸ਼ਰੀ ਹੈ, ਕੌਣ ਗਲਤ ਹੈ, ਕਿਹਦੇ ਵੱਲੋਂ ਕੀ ਕਾਰਵਾਈ ਹੋ ਰਹੀ ਹੈ, ਉਹਦੇ ਚ ਮਿਨਿਸਟਰਸ ਦਾ ਕੀ ਰੋਲ ਹੈ, ਕਿਉਂਕਿ MLAs ਦੇ ਨਾਮ ਵੀ ਆਉਂਦੇ ਆ, MLAs ਦੇ ਉੱਤੇ ਵੀ ਕਿਸੇ ਨਾ ਕਿਸੇ ਦੀ ਛਤਰ ਛਾਇਆ ਹੈ, MLAs ਦੇ ਪਰਿਵਾਰ ਦੇ ਬੰਦਿਆਂ ਦੇ ਨਾਮ ਵੀ ਆਉਂਦੇ ਆ, ਕਿਤੇ ਨਾ ਕਿਤੇ ਮੰਤਰੀਆਂ ਦੇ ਨਾਮ ਵੀ ਆ ਰਹੇ ਹੈ। ਤਾਂ ਕੈਬਨਿਟ ਦਾ ਵਿੱਚੋਂ ਉੱਠ ਕੇ ਆਣਾ, ਔਰ ਤੁਸੀਂ ਇਹ ਜਿਹੜਾ ਕਹਿੰਦੇ ਵੀ ਉਹਨਾਂ ਨੇ ਜਵਾਬ ਦਿੱਤਾ ਵੀ ਤੁਹਾਡੀ ਕੋਈ ਗੱਲ ਹੋਈ ਹੋਊਗੀ, ਗੱਲ ਸਾਡੀ ਹੋਈ ਜਾਂ ਨਹੀਂ ਹੋਈ, ਸਵਾਲ ਇਸ ਗੱਲ ਦਾ ਨਹੀਂ ਹੈ। ਸਵਾਲ ਇਸ ਗੱਲ ਦਾ ਹੈ ਕਿ ਚੀਫ ਸੈਕਟਰੀ ਇਜ਼ ਆਨਸਰੇਬਲ ਟੂ ਦੀ ਕੈਬਨਿਟ, ਔਰ ਚੀਫ ਸੈਕਟਰੀ ਕੈਬਨਿਟ ਨੂੰ ਜਵਾਬ ਦੇ ਹੈ। ਚੀਫ ਸੈਕਟਰੀ ਦੇ ਕੋਲ ਇਹ ਮਹਿਕਮਾ ਸੀ, ਇਸ ਕਰਕੇ ਚੀਫ ਸੈਕਟਰੀ ਦਾ ਇਹ ਕਹਿਣਾ ਕਿ ਮੈਂ ਤੁਹਾਨੂੰ ਜਵਾਬ ਦੇ ਨਹੀਂ, ਔਰ ਉੱਥੇ ਲੜਾਈ ਹੋਣਾ, ਉੱਥੇ ਝਗੜਾ ਹੋਣਾ, ਉਹ ਕੁਛ ਨਾ ਕੁਛ ਤਾਂ ਉਹਦੇ ਵਿੱਚ ਧਾਂਦਲੀ ਹੈ ਜਿਹੜੀ ਨਜ਼ਰ ਆਉਂਦੀ ਹੈ, ਜਿਹੜੀ ਕਿ ਸਪਸ਼ਟ ਤੌਰ ਦੇ ਉੱਤੇ ਸਾਹਮਣੇ ਨਹੀਂ ਆ ਰਹੀ। ਮਿੱਤਲ ਸਾਹਿਬ 10 ਦਿਨ ਹੋ ਗਏ ਪਾਲਿਸੀ ਨੂੰ ਲੈ ਕੇ ਗੱਲ ਹੁੰਦੇ ਨੂੰ ਆ ਰਿਹਾ ਚੱਲ ਸਾਹਿਬ, ਮੈਂ ਪਰ ਸਵਾਲ ਹੈ ਕਿ ਪਾਲਿਸੀ ਨਵੀਂ ਵੀ ਆ ਗਈ, ਠੇਕੇ ਅੱਜ ਵੀ ਨਹੀਂ ਖੁੱਲੇ, ਬਿਲਕੁਲ ਇਲੀਗਲ ਅੱਜ ਵੀ ਚੱਲ ਰਿਹਾ ਹੈ, ਤਾਂ ਫਾਇਦਾ ਕਿਹਦਾ ਹੋਇਆ? ਤੁਸੀਂ ਆਪ ਸਮਝੋ ਨਾ। ਬਿਲਕੁਲ ਮੈਂ ਇਹੀ ਤੇ ਮੈਂ ਗੱਲ ਕਹਿ ਰਿਹਾ ਜੀ, ਰੌਲਾ ਵੀ ਪੈ ਗਿਆ ਤੇ ਕੰਮ ਵੀ ਨਹੀਂ ਹੋਇਆ, ਔਰ ਫਿਰ ਵੀ 2 ਨੰਬਰ ਦੇ ਵਿੱਚ ਕੰਮ ਹੋ ਰਿਹਾ। ਇਹ ਪ੍ਰਸ਼ਾਸਨ ਦੀ, ਸਰਕਾਰ ਦੀ ਛਤਰ ਛਾਇਆ ਤੋਂ ਬਿਨਾਂ ਨਹੀਂ ਹੋ ਸਕਦਾ। ਰਾਣਾ ਬਲਜੀ ਜੀ ਗੱਲ ਦੇਖੋ ਜੀ, ਮੈਂ ਤੁਹਾਨੂੰ ਉੱਥੇ ਹੀ ਗੱਲ ਆ ਜਾਂਦਾ, ਇਹਨਾਂ ਮਿੱਤਲ ਸਾਹਿਬ ਦੀ ਗੱਲ ਤੇ ਆ ਜਾਂਦਾ। ਉਹਨੇ ਜਦੋਂ ਇਹੀ ਗੱਲ ਕੀਤੀ ਕਿ ਆਈ ਐਮ ਨਾਟ ਆਨਸਰੇਬਲ ਟੂ ਯੂ, ਠੀਕ ਹੈ ਗੱਲ, ਉਸ ਗੱਲ ਦੇ ਉੱਪਰ ਵਾਕਆਊਟ ਹੋਇਆ। ਤੇ ਦੂਸਰੀ ਗੱਲ ਜਿੱਥੋਂ ਤੱਕ ਫਿਰ ਮੈਂ ਉਸ ਗੱਲ ਤੇ ਹੀ ਆਉਣਾ, ਜਿੱਥੇ ਵੀ ਪੰਜਾਬ ਦੇ, ਜੇ ਅਸੀਂ ਸਿਆਸਤ ਦੇ ਵਿੱਚ ਆਏ ਹਾਂ, ਹਰੇਕ ਬੰਦਾ ਕਿਸੇ ਨਾ ਕਿਸੇ ਮੰਤਵ ਦੇ ਨਾਲ ਆਉਂਦਾ। ਜਿਵੇਂ ਗੱਲ ਦੀਪਾ ਸਾਹਿਬ ਨੇ ਗੱਲ ਕੀਤੀ ਹੈ ਵੀ ਕੋਈ ਪੈਸੇ ਬਣਾਉਣ ਆਉਂਦੇ, ਕੋਈ ਕੋਠੀਆਂ ਬਣਾਉਣ ਆਉਂਦੇ, ਕੋਈ ਕਾਰਾਂ ਬਣਾਉਣ ਆਉਂਦੇ ਆ, ਕੋਈ ਆਪਦੀਆਂ ਜਾਇਦਾਦਾਂ ਬਣਾਉਣਾ ਹੈ। ਅਸੀਂ ਪੋਲੀਟਿਕਸ ਦੇ ਆਏ ਹਾਂ ਟੂ ਚੇਂਜ ਅ ਸਿਸਟਮ ਆਫ ਪੋਲੀਟਿਕਸ, ਜਿਹੜੀ ਇੱਕ ਐਗਜ਼ਾਮਪਲ ਆ ਪੋਲੀਟਿਕਸ ਦੀ, ਇਹ ਚੇਂਜ ਹੋਵੇ ਜਿਹੜੀ ਲੋਕਾਂ ਦੇ ਦਿਮਾਗ ਦੇ ਵਿੱਚ ਆ। ਮੈਂ ਫਿਰ ਉਹੀ ਗੱਲ ਕਹੂੰਗਾ, ਚਾਹੇ ਅੱਜ ਵਿਕ ਰਹੀ ਆ, ਚਾਹੇ 3 ਸਾਲ ਦੀ ਵਿਕ ਰਹੀ ਸੀ, ਜੋ ਇਹਦੇ ਵਿੱਚ ਦੋਸ਼ੀ ਆ, ਚਾਹੇ CBI ਤੋਂ ਜਿੱਦਾਂ ਮਿੱਤਲ ਸਾਹਿਬ ਨੇ ਕੀਤੀ ਆ ਉਹਦੀ ਹੋਣੀ ਚਾਹੀਦੀ ਹੈ, ਜਾਂਚ ਹੋਣੀ ਚਾਹੀਦੀ ਹੈ, ਜੋ ਵੀ ਉਸ ਚੀਜ਼ ਦੇ ਦੋਸ਼ੀ ਆ, ਚਾਹੇ ਕੋਈ ਮਿਨਿਸਟਰਸ, MLAs, ਚਾਹੇ ਕੋਈ ਬਿਊਰੋਕਰੇਟ, ਕੋਈ ਵੀ ਸ਼ਾਮਲ ਆ, ਉਹ ਲੋਕਾਂ ਦੇ ਸਾਹਮਣੇ ਇਸ ਚੀਜ਼ ਦੇ ਚ ਲਿਆਉਣਾ। ਕਿਉਂਕਿ ਫਿਰ ਉੱਥੇ ਗੱਲ ਆ ਜਾਂਦੀ ਆ, ਮੁੱਖ ਮੰਤਰੀ ਸਾਹਿਬ ਦਾ ਬਹੁਤ ਚੰਗਾ ਅਕਸਾ, ਜੇ ਅੱਜ ਇਸ ਚੀਜ਼ ਦੀ ਜਾਂਚ ਪੜਤਾਲ ਹੋ ਕੇ ਲੋਕਾਂ ਦੇ ਸਾਹਮਣੇ ਨਹੀਂ ਆਉਂਦੀ ਤਾਂ ਇਹ ਮੁੱਖ ਮੰਤਰੀ ਸਾਹਿਬ ਤੇ ਹੀ ਸਿੱਧਾ ਸਵਾਲ ਆ। ਤੇ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਸਰਕਾਰ ਬਣਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਸੀ, ਤੇ ਕਿਤੇ ਉਹ ਨਾ ਹੋਵੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਿਸੇ ਨੂੰ ਇਸ ਚੀਜ਼ ਦਾ ਜਵਾਬ ਹੀ ਨਾ ਦੇ ਪਾਈਏ ਜਾ ਕੇ। ਜੇ ਅੱਜ ਬਿਲਕੁਲ ਮੈਂ ਇਹਦੇ ਚ ਇੱਕ ਗੱਲ ਹੋਰ ਐਡ ਕਰਾਂਗਾ, ਚਾਹਲ ਸਾਹਿਬ, ਮੈਂ ਤੁਹਾਡੀ ਗੱਲ ਦੇ ਵਿੱਚ ਇੱਕ ਹੋਰ ਐਡ ਕਰਾਂਗਾ। ਇੱਕ ਬਹੁਤ ਵੱਡਾ ਸਵਾਲ ਹੋਰ ਵੀ ਅੱਜ ਸਰਕਾਰ ਦੇ ਉੱਤੇ ਖੜਾ ਹੋਇਆ ਕਿ ਤੁਸੀਂ ਹੋਰ ਕੁਝ ਨਹੀਂ ਕੀਤਾ ਨਾ, ਬਾਕੀ ਮੁੱਦੇ ਨਹੀਂ ਛੇੜਨੇ, ਕਿਉਂਕਿ ਬਾਕੀ ਮੁੱਦੇ ਛੇੜਾਂਗੇ ਤੇ ਡਿਬੇਟ ਬਹੁਤ ਅੱਗੇ ਤੱਕ ਚਲਾ ਜਾਏਗਾ। ਲੇਕਿਨ ਇੱਕ ਨਵਾਂ ਕੰਮ ਸਰਕਾਰ ਨੇ ਹੋਰ ਕਰ ਦਿੱਤਾ, ਇਹ ਦੋਨੋਂ ਮਹਿਕਮੇ ਮੁੱਖ ਮੰਤਰੀ ਜੀ ਕੋਲ ਹੈ ਕਿ ਕਿਸੇ ਹੋਰ ਨੂੰ ਤਾਂ ਕੀ ਰਿਲੀਫ ਦੇਣਾ ਹੈ, ਵਿਚਾਰੇ ਦੁਕਾਨਦਾਰ ਹੈ, ਹੋਰ ਹੈ, ਬੈਠੇ ਹੈ, ਜਿਹੜੇ ਅੱਜ ਦਾਣੇ ਦਾਣੇ ਤੋਂ ਮੁਹਤਾਜ ਹੋ ਗਏ। ਤੁਸੀਂ ਮਾਈਨਿੰਗ ਦੀ ਫੀਸ ਵੀ ਮਾਫ ਕਰ ਦਿੱਤੀ, ਕੋਰੋਨਾ ਦੀ ਲੜਾਈ ਦੇ ਦੌਰਾਨ ਮਾਈਨਿੰਗ ਸ਼ੁਰੂ ਵੀ ਕਰਵਾ ਦਿੱਤੀ, ਆਮ ਜਨਤਾ ਨੂੰ ਕੋਈ ਫਾਇਦਾ ਨਹੀਂ ਉਸਦਾ। ਤੁਸੀਂ ਮਾਈਨਿੰਗ ਸ਼ੁਰੂ ਵੀ ਕਰਾਤੀ, ਫੀਸ ਵੀ ਮਾਫ ਕਰਾਤੀ, ਸ਼ਰਾਬ ਦੇ ਠੇਕੇ ਦਾ ਵੀ ਤੁਸੀਂ ਰੌਲਾ ਪਾਇਆ, ਸ਼ਰਾਬ ਵੀ ਸ਼ੁਰੂ ਕਰ ਦਿੱਤੀ। ਦੇਖੋ ਮੇਰੀ ਗੱਲ ਜਿਹੜੀ ਹੈ ਇਹ ਬੜੀ ਸਪਸ਼ਟ ਹੈ ਕਿ ਅੱਜ ਅਸੀਂ 1.5 ਸਾਲ ਰਹਿ ਗਿਆ ਸਰਕਾਰ ਨੂੰ, ਤਾਂ ਅਸੀਂ ਇਹ ਗੱਲ ਕਹਿ ਰਹੇ ਹਾਂ 3 ਸਾਲ ਤੋਂ ਹੋ ਰਿਹਾ। ਚਾਹਲ ਸਾਹਿਬ ਮੇਰੀ ਗੱਲ ਦਾ ਗੁੱਸਾ ਨਾ ਕਰਨਾ, ਕਾਂਗਰਸ ਪਾਰਟੀ ਨੂੰ ਵੀ ਕਿਤੇ ਨਾ ਕਿਤੇ ਇਹ ਜਵਾਬ ਦੇਣਾ ਪੈਣਾ ਕਿ 3 ਸਾਲ ਤੁਸੀਂ ਕਿਉਂ ਨਹੀਂ ਬੋਲੇ।
ਤੁਸੀਂ ਕਿਉਂ ਚੁੱਪ ਕਰਕੇ ਬੈਠੇ ਰਹੇ? ਅੱਜ ਤੁਸੀਂ 1.5 ਸਾਲ ਜਦੋਂ ਇਲੈਕਸ਼ਨ ਨੂੰ ਰਹਿ ਗਿਆ ਤਾਂ ਤੁਸੀਂ ਇਹ ਗੱਲਾਂ ਕਰਕੇ ਚੀਚੀ ਉਂਗਲੀ ਕਟਾ ਕੇ ਕੋਈ ਸ਼ਹੀਦ ਨਹੀਂ ਬਣਦਾ। ਦੀਪਾ ਜੀ ਦੇਖੋ ਨਵਨੀਤ ਜੀ, ਇਹਦੇ 'ਚ ਸੱਚਾਈ ਹੈ ਕਿ 2002 ਤੋਂ 2007 ਦੇ ਵਿੱਚ ਜਿਹੜੇ ਕੈਪਟਨ ਅਮਰਿੰਦਰ ਸਿੰਘ ਸੀ, ਜਾਂ ਜਦੋਂ ਉਦੋਂ ਦੀ ਐਡਮਿਨਿਸਟ੍ਰੇਸ਼ਨ ਦਿੱਤੀ, ਉਹ ਅੱਜ ਉਹ ਕੈਪਟਨ ਅਮਰਿੰਦਰ ਸਿੰਘ ਨਹੀਂ ਹੈ। ਉਸ ਚੀਜ਼ ਨੂੰ ਵੇਖ ਕੇ ਹੋਰ ਸ਼ਾਇਦ ਅਕਾਲੀ ਦਲ 'ਚ ਕੋਈ ਮੰਨੇ ਨਾ ਮੰਨੇ, ਮੈਂ ਇਸ ਚੀਜ਼ ਨੂੰ ਮੰਨਦਾ ਕਿ ਉਦੋਂ 2-4 ਕੰਮ ਕੈਪਟਨ ਅਮਰਿੰਦਰ ਸਿੰਘ ਨੇ ਕੀਤੇ ਸੀ ਐਸੇ ਕਿ ਲੋਕ ਕਹਿੰਦੇ ਸੀ ਹਾਂ ਕੈਪਟਨ ਅਮਰਿੰਦਰ ਸਿੰਘ ਨੇ ਚੰਗੇ ਡਿਸੀਜਨ ਲਏ ਆ, ਭਾਵੇਂ ਫਸਲਾਂ ਦਾ ਚੁਕਾਣਾ ਸੀ ਜਾਂ ਭਾਵੇਂ ਵਾਟਰ ਟਰਮੀਨੇਸ਼ਨ ਐਕਟ ਸੀਗਾ, ਹਾਂ ਬਿਜਲੀਆਂ 8 ਘੰਟੇ ਬਿਜਲੀ ਦੇਣਾ ਸੀ, ਜਾਂ ਯਸ ਪਾਣੀਆਂ ਦੇ ਮੁੱਦੇ ਤੇ ਸਟੈਂਡ ਲੈਣ, ਕੁਝ ਇਹੋ ਜਿਹਾ ਸੀ ਕਿ ਲੋਕਾਂ ਨੇ ਯਾਦ ਕੀਤਾ ਕਿ ਕੈਪਟਨ ਨੇ ਉਸੇ ਵਜ੍ਹਾ ਨਾਲ ਜਿਹੜੀ ਇਹ ਸਰਕਾਰ ਬਣੀ ਹੈ ਕੈਪਟਨ ਸਾਹਿਬ ਦੇ ਮੂੰਹ ਨੂੰ ਬਣੀ ਹੈ। ਪਰ ਅੱਜ ਪਿਛਲੇ 3.5 ਸਾਲਾਂ 'ਚ ਜਿੰਨੀ ਉਦੋਂ ਉਸ ਕਰਕੇ ਉਹਨਾਂ ਦੀ ਨਾਂ ਹੋਇਆ ਸੀ, ਅੱਜ ਉਨਾ ਹੀ ਨਾਂ ਉਹਨਾਂ ਦਾ ਲੋਕ ਸ਼ਾਇਦ ਨਾਂ ਲੈਣ ਨੂੰ ਤਿਆਰ ਹੋ। ਬਿਲਕੁਲ ਸਹੀ ਕਿਹਾ ਕਿ ਆਉਣ ਵਾਲੇ ਟਾਈਮ 'ਚ ਸ਼ਾਇਦ ਕਾਂਗਰਸ ਪਾਰਟੀ ਤੇ ਕੈਪਟਨ ਅਮਰਿੰਦਰ ਸਿੰਘ ਹੀ ਭਾਰੀ ਨਾ ਲੈ ਕੇ ਨਾ ਬਹਿ ਜਾਣ ਇਹਨਾਂ ਨੂੰ, ਜੇ ਵਾਕਿਆ ਹੀ ਇਹਨਾਂ ਦਾ ਕੋਈ ਐਸਾ ਵਿੱਚ ਕੋਈ ਮਾੜਾ ਖਿਆਲ ਨਹੀਂ ਜਾਂ ਇਹਨਾਂ ਦਾ ਹੱਥ ਨਹੀਂ, ਇਹਨਾਂ ਦੇ ਪਰਿਵਾਰ ਦਾ ਹੱਥ ਨਹੀਂ, ਤਾਂ ਕੈਪਟਨ ਸਾਹਿਬ ਨੂੰ ਵਾਕਿਆ CBI ਦੀ ਇਨਕੁਆਇਰੀ ਜਾਂ ਆਲ ਪਾਰਟੀ ਦੇ ਜਿਹੜੇ MLA ਨੂੰ ਉਠਾ ਕੇ ਦੀਪਾ ਜੀ ਤੁਸੀਂ ਹਿੱਸਾ ਰਹੇ ਹੋ, ਮੈਂ ਇਸ ਕਰਕੇ ਮਤਲਬ ਤੁਹਾਨੂੰ ਲੱਗਦਾ ਕਿ ਸਿੱਧਾ ਮੁੱਖ ਮੰਤਰੀ ਦਾ ਹੋਏਗਾ, ਜਿਹੜੀ ਗੱਲ ਅਸੀਂ ਬਾਰ-ਬਾਰ ਕਹਿ ਰਹੇ ਹਾਂ। ਸਵਾਲ ਹੈ ਕਿ ਥੱਲੇ ਦੇ ਲੋਕਾਂ ਨੂੰ ਲੈ ਕੇ ਕਿਉਂ ਨਹੀਂ ਸਕਤੀ ਹੈ? ਜੇ ਸਖਤੀ ਜਦੋਂ ਕਰਨਾ ਦੇਖੋ, ਸਰਕਾਰ ਮੁੱਖ ਮੰਤਰੀ ਕੋਲ ਤਾਕਤ ਹੁੰਦੀ ਹੈ, ਥੱਲੇ ਉਹਨਾਂ ਨੂੰ ਤਾਕਤ ਦਿੱਤੀ ਨਹੀਂ ਹੋਈ, ਨਹੀਂ ਤਾਂ ਕਿਵੇਂ ਚੀਫ ਸੈਕਟਰੀ ਦੀ ਹਿੰਮਤ ਹੈ ਕਿ ਕੈਬਨਿਟ ਤੁਹਾਡੀ ਗੱਲ ਹੀ ਮੰਨ ਲੈਣਾ ਕਿ ਕੈਬਨਿਟ ਮਿਨਿਸਟਰ ਨੂੰ ਕਹਿ ਦੇ ਕਿ ਮੈਂ ਤੁਹਾਨੂੰ ਜਵਾਬ ਦੇ ਨਹੀਂ, ਉਹ ਜਵਾਬ ਦੇ ਹੈ। ਉਹ ਚੀਫ ਸੈਕਟਰੀ ਉਹ ਕਹਿ ਹੀ ਨਹੀਂ ਸਕਦੇ, ਅਸੀਂ ਮੰਨ ਹੀ ਨਹੀਂ ਸਕਦੇ। ਤੁਹਾਨੂੰ ਭਾਵੇਂ ਚੀਫ ਸੈਕਟਰੀ ਨੇ ਕਿਹਾ ਹੋਵੇ, ਤੁਹਾਨੂੰ ਕਿਸੇ ਮੰਤਰੀ ਨੇ ਕਿਹਾ ਹੋਵੇ ਕਿ ਚੀਫ ਸੈਕਟਰੀ ਨੇ ਕਿਹਾ, ਅਸੀਂ ਮੰਨ ਹੀ ਨਹੀਂ ਸਕਦੇ। ਐਡਾ ਸੀਨੀਅਰ ਲੀਡਰ ਐਂ ਗੱਲ ਕਹਿ ਦੂਗਾ ਕਿ ਮੈਂ ਤੁਹਾਨੂੰ ਜਵਾਬ ਦੇ ਨਹੀਂ? ਜੇ ਉਹ ਇੰਨਾ ਗੱਲ ਕਹਿੰਦੇ ਆ, ਫਿਰ ਕਿੱਡੀ ਵੱਡੀ ਸ਼ੈ ਹੈ ਪਿੱਛੋਂ ਉਹਨਾਂ ਨੂੰ, ਕਿੰਨੀ ਵੱਡੀ ਥਾਪੀ ਹੈ, ਸਰਕਾਰ ਦੀ ਨਾਕਾਮੀ ਹੈ। ਤੁਸੀਂ ਥੋੜਾ ਕੈਪਟਨ ਅਮਰਿੰਦਰ ਸਿੰਘ ਦੀ ਕਿ ਮੈਂ ਮੇਰੇ ਪਿੱਛੇ ਕੈਪਟਨ ਅਮਰਿੰਦਰ ਸਿੰਘ ਖੜਾ, ਮੈਂ ਕੀ ਪਰਵਾਹ ਕਰਦਾ ਇਸ ਕੈਬਨਿਟ ਮੰਤਰੀਆਂ ਦੀ। ਗੱਲ ਵੇਖੋ ਕਿੱਥੇ ਜਾਂਦੀ ਹੈ। ਤਾਂ ਮੈਂ ਚਾਹਨਾ ਕਿ ਕੈਪਟਨ ਅਮਰਿੰਦਰ ਸਿੰਘ ਜੇ ਸਾਫ਼ ਹੈ, ਜੇ ਉਹ ਵਾਕਿਆ ਹੀ ਇਸ 'ਚ ਉਹਨਾਂ ਦਾ ਹੱਥ ਨਹੀਂ ਹੈ, ਉਹਨਾਂ ਦੇ ਪਰਿਵਾਰ ਦਾ ਹੱਥ ਨਹੀਂ ਹੈ, ਉਹਨਾਂ ਦਾ ਹੱਥ ਨਹੀਂ ਹੈ, ਤਾਂ ਕਰਵਾਉਣ ਇਨਕੁਆਇਰੀ। ਔਰ ਜਿਹੜੇ ਪਿਛਲੇ ਮੈਂ ਅੱਗੇ ਵੀ ਜਾਣਾ, 3 ਸਾਲ ਦੀ ਗੱਲ ਨਾ ਕਰੋ, ਪਿਛਲੇ 13 ਸਾਲਾਂ ਦੀ ਇਨਕੁਆਇਰੀ ਕਰਾਓ, ਤੁਸੀਂ ਕਰਾਓ CBI ਤੋਂ। ਜੇ ਅਕਾਲੀ ਦਲ ਵੇਲੇ ਵੀ ਕੋਈ ਲੀਡਰ ਇਹੋ ਜਿਹਾ ਸੀ, ਉਹਨਾਂ ਦੀਆਂ ਪ੍ਰਾਪਰਟੀਆਂ ਵੀ ਕੌਨਫਿਸਕੇਟ ਹੋਣ, ਉਹਨਾਂ ਦੀਆਂ ਵੀ ਜ਼ਬਤ ਹੋਣ, ਔਰ ਕਾਂਗਰਸ ਦੇ ਲੀਡਰ ਜਾਂ ਕੋਈ ਅਫਸਰਾਂ ਨੇ ਵੀ ਇਸ ਧੰਦੇ ਤੋਂ, ਇਸ ਨਸ਼ੇ ਤੋਂ ਪੈਸਾ ਕਮਾਇਆ ਹੋਵੇ, ਉਹਨਾਂ ਦੀਆਂ ਪ੍ਰਾਪਰਟੀਆਂ ਵੀ ਜ਼ਬਤ ਹੋਣ। ਨਹੀਂ, ਪਰ ਪੈਸੇ ਤੇ ਕਮਾਉਂਦੇ, ਮੇਰੀ ਗੱਲ ਸੁਣੋ, ਜਿਹੜੇ ਲੀਗਲ ਤੌਰ ਤੇ ਜੇ ਵੈਂਡਰ ਹੈਗੇ ਉਹ ਕਮਾਈ ਰਹੇ ਨੇ ਸਾਰੇ, ਦੇਖੋ ਸਾਰੇ ਸਿਆਸੀ ਬੰਦੇ ਦੇ ਹੀ ਨੇ, ਹੁਣ ਕਿਤੇ ਨੇ। ਦੇਖੋ ਬਿਜ਼ਨਸ ਦੇਖੋ ਉਹੀ ਨਾ, ਕੋਈ ਮਾੜੀ ਗੱਲ ਨਹੀਂ, MLA ਵੀ ਕਰ ਸਕਦਾ, ਸ਼ਰਾਬ ਦਾ ਬਿਜ਼ਨਸ ਵੀ ਕਰ ਸਕਦਾ, ਲੀਗਲ ਤੌਰ ਤੇ ਕਰੋ, ਲਿਆਓ, ਟੈਕਸ ਦਿਓ, ਕਰੋ ਕੰਮ ਸਭ ਨੇ ਕਰਨਾ ਹੈ, ਕੰਮ ਕਰਨਾ ਮਾੜਾ ਨਹੀਂ। ਪਰ ਜਿਹੜਾ ਇਲੀਗਲ ਕੰਮ ਕਰਨਾ ਹੈ, ਲੋਕ ਜਿਹੜਾ ਸਰਕਾਰ 'ਚ ਪੈਸਾ ਜਾਣਾ, ਆਪਦੇ ਘਰਾਂ 'ਚ ਸਵਾਲ ਹੈ ਕਿ ਜੋ ਜਨਤਾ ਦਾ ਪੈਸਾ ਟੈਕਸ ਰਾਹੀਂ ਜਾਣਾ ਸੀ, ਉਹਦੀ ਚੋਰੀ ਨੂੰ ਰਹਿੰਦੀ ਦੁਨੀਆ ਤੱਕ ਯਾਦ ਕਰਨਗੇ। ਜੇ ਵਾਕਈ ਜਿਹੜੇ ਲੋਕ ਕਸੂਰਵਾਰ ਹੈ, ਉਹਨਾਂ ਦੀਆਂ ਪ੍ਰਾਪਰਟੀਆਂ, ਉਹਨਾਂ ਦੀਆਂ ਜਾਇਦਾਦਾਂ ਜਿਹੜੀਆਂ ਇਸ ਗਲਤ ਧੰਦੇ ਤੋਂ ਪੈਸੇ ਨਾਲ ਬਣੀਆਂ, ਉਹਨਾਂ ਨੂੰ ਜ਼ਬਤ ਕਰਾਉਣ, ਫਿਰ ਅਸੀਂ ਮੰਨਾਂਗੇ ਕੈਪਟਨ ਅਮਰਿੰਦਰ ਸਿੰਘ ਦਾ ਕੋਈ ਹੱਥ ਨਹੀਂ। ਮੈਂ ਬਿਲਕੁਲ ਫੇਰ ਉਹੀ ਗੱਲ ਆ ਜਾਣੀ ਹੈ, ਦੁਬਾਰਾ ਆਪਾਂ ਉਸੇ ਰੀਲ ਦੇ ਉੱਪਰ ਚੱਲੀ ਜਾਣਾ। ਮੈਂ ਤਾਂ ਖੁਦ ਇਸ ਚੀਜ਼ ਨੂੰ ਗੱਲ ਕਹਿਣਾ ਵੀ ਇੱਥੇ ਅੱਜ ਬਿਊਰੋਕ੍ਰੇਸੀ ਦੀ ਉਦੋਂ ਚੱਲਦੀ ਹੁੰਦੀ ਹੈ ਜਦੋਂ ਕੋਈ ਰਾਸ਼ਟਰਪਤੀ ਰਾਜ ਲਾਗੂ ਹੋਵੇ ਜਾਂ ਹੋਰ ਗੱਲਾਂ ਕਰ, ਉਦੋਂ ਅਫਸਰਾਂ ਨੇ ਆਪਦੀਆਂ ਚਲਾਉਣੀਆਂ ਹੁੰਦੀਆਂ। ਜਦੋਂ ਲੋਕਾਂ ਦੁਆਰਾ ਨੁਮਾਇੰਦੇ ਚੁਣੇ ਗਏ ਆ, ਲੋਕਾਂ ਦੁਆਰਾ ਉਹ ਨੁਮਾਇੰਦੇ ਭੇਜੇ ਗਏ ਆ, ਤਾਂ ਉਸ ਚੀਜ਼ ਦੇ ਵਿੱਚ ਲੋਕਤੰਤਰ ਦੇ ਵਿੱਚ ਉਹ MLA ਲੋਕਾਂ ਦੇ ਪੈਸੇ, ਲੋਕਾਂ ਦੇ ਟੈਕਸਾਂ ਦੇ ਜਵਾਬਦੇਹ ਆ। ਉੱਥੇ ਬਿਊਰੋਕ੍ਰੇਸੀ ਨੂੰ ਆਪਦਾ ਨਹੀਂ ਚਲਾਉਣਾ ਚਾਹੀਦਾ। ਇਸ ਗੱਲ ਨਾਲ ਮੈਂ ਦੀਪਾ ਜੀ ਦੀ ਗੱਲ ਨਾਲ ਵੀ ਸਹਿਮਤ ਨਹੀਂ ਹੈਗਾ ਕਿ ਪੋਲੀਟੀਸ਼ੀਅਨਸ ਜਾਂ ਚਾਹੇ ਅਕਾਲੀ ਦਲ ਦੇ ਹੋਣ ਚਾਹੇ ਕਾਂਗਰਸ ਦੇ ਹੋਣ, ਵੀ ਉਹਨਾਂ ਨੂੰ ਲਿਕਵਰ ਦੇ ਜਿਹੜੇ ਹੈਗੇ ਆ ਟੈਂਡਰ, ਉਹਨਾਂ ਨੂੰ ਮਿਲਣੇ ਚਾਹੀਦੇ। ਇਹ ਆਮ ਲੋਕਾਂ ਨੂੰ ਵੀ ਮਿਲਣੇ ਚਾਹੀਦੇ, ਆਮ ਲੋਕਾਂ ਨੂੰ ਵੀ। ਠੀਕ ਹੈ, ਕਹਿੰਦਾ ਉਹਨਾਂ ਨੂੰ ਪਰ ਇਸ ਗੱਲ ਤੋਂ ਮੈਂ ਮੁਨਕਰ ਨਹੀਂ ਹੁੰਦਾ ਵੀ ਬਦਕਿਸਮਤੀ ਪੰਜਾਬ ਸਰਕਾਰ ਦੀ ਲਾ ਲਓ ਇਸ ਵੇਲੇ, ਜਾਂ ਪੰਜਾਬ ਸਟੇਟ ਦੀ, ਚਾਹੇ ਪਹਿਲਾਂ ਆਈ ਹੈ ਚਾਹੇ ਹੁਣ ਆਈ ਆ, ਇਹ ਸਾਰੇ ਪੋਲੀਟੀਕਲੀ ਸ਼ਹਿ ਨਾਲ ਰਾਜਨੀਤਿਕ ਲੋਕ ਇਹਨਾਂ ਚੀਜ਼ਾਂ ਦਾ ਲਾਹਾ ਲੈਂਦੇ ਆ। ਆਮ ਲੋਕਾਂ ਨੂੰ ਇਹਨਾਂ ਚੀਜ਼ਾਂ ਦਾ ਲਾਹਾ ਕਦੇ ਨਹੀਂ। ਰਾਣਾ ਬਲਜੀਤ ਜੀ, ਮੈਂ ਬੜਾ ਖੁੱਲ ਕੇ ਇੱਕ ਸਵਾਲ ਕਰ ਰਿਹਾ, ਤੁਹਾਨੂੰ ਲੱਗਦਾ ਕਿ 2002 ਤੋਂ ਪਹਿਲੇ ਵੀ ਆਮ ਲੋਕਾਂ ਨੂੰ ਨਹੀਂ ਸੀ ਮਿਲਦੇ? 2002 ਤੋਂ ਪਹਿਲਾਂ ਛੋਟੇ ਠੇਕੇਦਾਰ ਹੁੰਦੇ ਸੀ। ਹਾਂ, ਮੈਂ ਆ ਰਿਹਾ ਉਹਦੇ ਤੇ। 2006 ਤੋਂ ਬਾਅਦ ਜਦੋਂ ਵੱਡੇ ਪਲੇਅਰ ਆਏ, ਮੈਂ ਬਹੁਤ ਕਲੀਅਰ ਕਹਿ ਰਿਹਾ, 2006 ਤੋਂ ਜੋ ਵੱਡੀ, ਠੀਕ ਹੈ, ਚਾਹੇ ਉਹ ਪੌਂਟੀ ਚੱਡਾ ਗਰੁੱਪ ਹੋਏ, ਚਾਹੇ ਉਹ ਹੁਸ਼ਿਆਰਪੁਰ ਵਾਲੀ DP ਯਾਦਵ ਦੀ ਹੋਏ, ਯਾਨੀ ਜਿੰਨੇ ਵੀ ਆ ਗਏ, ਤੁਹਾਨੂੰ ਲੱਗਦਾ ਨਹੀਂ ਕਿ ਉਸ ਤੋਂ ਬਾਅਦ ਹੀ ਇਹ ਸਾਰਾ ਮਾਫੀਆ ਜਨਮ ਲਿਆ? 2002 ਤੱਕ ਛੋਟੇ ਠੇਕੇਦਾਰ ਸੀਗੇ। ਮੈਂ ਤੁਹਾਨੂੰ ਬਿਲਕੁਲ ਇਸ ਚੀਜ਼ ਨੂੰ ਮੈਂ ਮੁਨਕਰ ਹੀ ਨਹੀਂ ਹੁੰਦਾ। ਇਹ ਬੰਦੇ ਪੋਲੀਟੀਕਲੀ ਬੰਦਿਆਂ ਨਾਲ ਡਾਇਰੈਕਟ ਕੋਲੈਬੋਰੇਟ ਕਰ ਲੈਂਦੇ। ਉਦੋਂ ਪੌਂਟੀ ਚੱਡੇ ਦਾ ਚੱਲੀ ਗਿਆ, ਉਸ ਤੋਂ ਬਾਅਦ ਇੱਥੋਂ ਜਿਹੜਾ ਅਬੋਹਰ ਵਾਲਾ ਹੈਗਾ ਸ਼ੋਲੀ ਬਾਦਲ ਵਾਲਿਆ ਮੇਰੇ, ਉਹ ਚਲਾਈ ਗਿਆ ਆਪਦਾ, ਤੇ ਉਸ ਤੋਂ ਬਾਅਦ ਇਹਨਾਂ ਨੂੰ ਮਿਲੇ ਰਾਜਨੀਤਿਕ ਲੋਕਾਂ ਨੂੰ, ਆਮ ਲੋਕਾਂ ਨੂੰ ਕੋਈ ਮੌਕਾ ਹੀ ਨਹੀਂ ਮਿਲਿਆ।
ਜਾਂ ਇਸ ਗੱਲ ਦੇ ਵਿੱਚ ਮੈਂ ਬਿਲਕੁਲ ਨਹੀਂ ਇਸ ਚੀਜ਼ ਨੂੰ ਡਿਨਾਈ ਕਰਦਾ ਨਵਨੀਤ ਜੀ। ਕਿਉਂ ਨਹੀਂ ਸਰਕਾਰ ਪਾਲਿਸੀ ਲੈ ਕੇ ਆਂਦੀ ਕਿ ਵੀ ਅਸੀਂ ਛੋਟੇ ਵੈਂਡਰਸ ਨੂੰ ਹੀ ਦੇਣਾ, ਨਹੀਂ ਦੇਣਾ ਗਰੁੱਪ ਦੇ ਵਿੱਚ, ਲੈ ਕੇ ਆਏ ਸਰਕਾਰ। ਬਿਲਕੁਲ, ਮੈਂ ਤਾਂ ਇਸ ਚੀਜ਼ ਦੀ ਮੰਗ ਕਰਦਾ। ਮੈਂ ਪਹਿਲਾਂ ਵੀ ਬਹੁਤ ਡਿਬੇਟਾਂ ਦੇ ਉੱਪਰ ਗੱਲ ਕਰ ਚੁੱਕਿਆ, ਪਰ ਮੈਂ ਇੱਥੇ ਗੱਲ ਚਾਹਣਾ ਵੀ ਜੇ ਅਸੀਂ ਇੱਕ ਆਪਦੇ ਪੰਜਾਬ ਲਈ, ਪੰਜਾਬ ਦੇ ਹੱਕ ਸੱਚ ਲਈ, ਪੰਜਾਬ ਦੇ ਲੋਕਾਂ ਲਈ ਗੱਲ ਕਰਦੇ ਆ, ਸਾਨੂੰ ਟੀਵੀਆਂ ਤੇ ਬਹਿ ਕੇ ਓਪਨਲੀ ਇਹ ਗੱਲ ਨੂੰ ਡਿਬੇਟਸ ਕਰਨੀਆਂ ਚਾਹੀਦੀਆਂ ਇਸ ਉੱਪਰ। ਜੇ ਅਸੀਂ ਲੋਕਾਂ ਦੇ ਵਾਕਈ ਨਿੱਜੀ ਮੁਆਵਜ਼ਾ ਲਈ ਆ, ਉਹ ਕਹਿ ਦਿੰਦੇ ਆ ਵੀ ਚੋਰ ਮਚਾਏ ਸ਼ੋਰ। ਹੁਣ ਤੁਸੀਂ ਦੇਖੋ ਅੱਜ ਰਾਜਨੀਤੀ ਲੁੱਟ ਹੋ ਗਈ, ਉਹ ਲੋਕ ਕਰ ਰਹੇ ਜਿਨ੍ਹਾਂ ਨੇ 10 ਸਾਲ 'ਚ ਕੀਤੀ। ਹੁਣ ਮੇਰੀ ਕਈ ਡਿਬੇਟਾਂ ਦੇ ਵਿੱਚ ਚੱਲੀ ਹੈ, ਲੋਕ ਨਸ਼ੇ ਦੀਆਂ ਗੱਲਾਂ ਕਰਦੇ ਆ। ਵਿਰਸਾ ਸਿੰਘ ਵਲਟੋਆ ਹੋਰਾਂ ਨਾਲ ਮੇਰੀ ਬਹੁਤ ਥਾਵਾਂ ਦੇ ਉੱਪਰ ਬਹਿਸ ਹੋਈ ਹੈ, ਡਾਇਰੈਕਟ 1 to 1 ਗੱਲਬਾਤ ਹੋਈ ਆ। ਮੈਂ ਕਹਿਣਾ ਅੱਜ ਜੇ ਮੇਰੇ ਉੱਪਰ ਕੋਈ ਐਲੀਗੇਸ਼ਨ ਆਉਂਦਾ ਜਾਂ ਉਸ ਚੀਜ਼ ਦਾ ਆਉਂਦਾ, ਮੈਂ ਕੱਲ ਨੂੰ ਉਸ ਚੀਜ਼ ਦਾ ਰੌਲਾ ਨਾ ਪਾਵਾਂ। ਮੈਂ ਉਸ ਚੀਜ਼ ਦੇ 'ਚ ਇਹ ਨਾ ਆਖਾਂ ਵੀ ਉਸ ਚੀਜ਼ ਦੇ ਘੇਰੇ ਦੇ 'ਚ ਵੀ ਮੈਂ ਆਇਆ ਹੋਵਾਂ, ਤੇ ਜਦੋਂ ਕੋਈ ਹੋਰ ਬੰਦਾ ਕਰਦੇ ਤੇ ਉਸ ਚੀਜ਼ ਦਾ ਮੈਂ ਰੌਲਾ ਵੀ ਪਾਵਾਂ। ਜੇ ਅਸੀਂ ਵਾਕਈ ਪੰਜਾਬ ਦੇ ਭਲੇ ਲਈ, ਪੰਜਾਬ ਦੇ ਲੋਕਾਂ ਲਈ ਖੜਨਾ ਚਾਹੁੰਦੇ ਆ, ਚਾਹੇ ਕਿਸੇ ਵੀ ਪਾਰਟੀ ਦੇ ਨੁਮਾਇੰਦੇ ਹੋਣ, ਚਾਹੇ ਅਕਾਲੀ ਦਲ ਦੇ ਹੋਣ, ਮੈਨੂੰ ਬਹੁਤ ਖੁਸ਼ੀ ਵਾਲੀ ਦੀ ਗੱਲ ਆ ਵੀ ਅੱਜ ਤਿੰਨੇ ਅਸੀਂ ਇੱਥੇ ਮੀਡੀਆ ਦੇ 'ਚ ਤਿੰਨੇ ਜਣੇ, ਤੇ ਚੌਥੇ ਸਾਡੇ ਆਮ ਆਦਮੀ ਵਾਲੇ ਵੀਰ ਨੇ ਜਿਹੜੇ ਉਹਨਾਂ ਨੇ ਲੋਕਾਂ ਦੇ, ਪੰਜਾਬ ਦੇ ਲੋਕਾਂ ਦੀ ਹਿੱਤਾਂ ਦੀ ਗੱਲ ਕੀਤੀ ਆ, ਤੇ ਹਿੱਤਾਂ ਦੀ ਗੱਲ ਹੀ ਹੋਣੀ ਚਾਹੀਦੀ ਆ। ਇਹ ਬਿਊਰੋਕ੍ਰੇਸੀ ਦਾ ਕੀ ਆ, ਇਹਨਾਂ ਨੇ ਤਾਂ ਕੱਲ ਨੂੰ ਜਾ ਕੇ ਫਿਰ ਜੇ ਹੋਰ ਕੋਈ ਗਵਰਨਮੈਂਟ ਆ ਜਾਂਦੀ ਆ, ਉੱਥੇ ਜਾ ਕੇ ਵੀ ਇਹਨਾਂ ਨੇ ਆਹੀ ਕੁਝ ਕਰਨਾ, ਪਰ ਜਵਾਬ ਦੇਤਾ ਅਸੀਂ ਇਹਨਾਂ ਲੋਕਾਂ ਨੂੰ। ਉਹ ਤੇ ਗੱਲ ਤੁਹਾਡੀ ਠੀਕ ਹੈ ਚਹਿਲ ਸਾਹਿਬ, ਪਰ ਬਿਊਰੋਕ੍ਰੇਸੀ ਕਹਿੰਦੀ ਹੈ ਕਿ ਇਹਨਾਂ ਦਾ ਕੀ ਹੈ, ਇਹਨਾਂ ਨੇ 5 ਸਾਲ ਬਾਅਦ ਬਦਲ ਲੈਣਾ, ਅਸੀਂ ਇੱਥੇ ਰਹਿਣਾ ਹੈ। ਫਿਰ ਤਾਈਓ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਨਾ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਚੀਜ਼ ਦੀ ਨਿਰਪੱਖ ਜਾਂਚ ਕਰਾਉਣੀ ਚਾਹੀਦੀ ਆ। ਕੈਪਟਨ ਅਮਰਿੰਦਰ ਸਿੰਘ ਨੂੰ ਇਹ ਸਮਝਣਾ ਚਾਹੀਦਾ ਵੀ ਨਾ ਤਾਂ ਵੋਟਾਂ ਕਰਨ ਅਵਤਾਰ ਸਿੰਘ ਨੇ ਜਾ ਕੇ ਮੰਗਣੀਆਂ, ਨਾ ਉੱਥੇ ਹੋਰ ਕਿਸੇ ਨੇ ਮੰਗਣੀਆਂ। ਉਹ ਵੋਟਾਂ ਜਾ ਕੇ ਮੰਗਣੀਆਂ ਸੁਨੀਲ ਜਾਖੜ ਨੇ, ਵੋਟਾਂ ਮੰਗਣੀਆਂ ਸੁਖਜਿੰਦਰ ਰੰਧਾਵਾ ਨੇ, ਆਓ ਵੋਟਾਂ ਮੰਗਣੀਆਂ ਚਰਨਜੀਤ ਚੰਨੀ ਨੇ, ਮਨਪ੍ਰੀਤ ਬਾਦਲ ਨੇ। ਜੇ ਲੋਕ ਜਿੱਤਣਗੇ, ਲੋਕਾਂ ਦੀਆਂ ਕੀਤੇ ਵਾਅਦੇ ਪੂਰੇ ਹੋਣਗੇ, ਇਹ ਫਿਰ ਸਰਕਾਰ ਵਾਲੀਆਂ ਸਵਾਰੀਆਂ। ਇੱਕ ਮਿੰਟ ਚਹਿਲ ਸਾਹਿਬ, ਵੋਟਾਂ ਤੇ ਉਹਨਾਂ ਨੇ ਵੀ ਮੰਗਣੀਆਂ ਜਿਹੜੇ 3 ਮੰਤਰੀ ਕੱਲ ਗਏ ਮੀਟਿੰਗ ਦੇ ਵਿੱਚ ਸ਼ਾਮਲ ਹੋਏ, ਕਿ ਉਹਨਾਂ ਨੇ ਨਹੀਂ ਮੰਗਣੀਆਂ। ਮੇਰੀ ਇੱਕ ਗੱਲ ਸੁਣੋ, ਮੈਂ ਤੁਹਾਨੂੰ ਉਹੀ ਗੱਲ ਕਰ ਰਿਹਾ, ਚਾਹੇ ML ਹਰੇਕ ਥਾਂ ਤੇ ਕਾਂਗਿਆਰੀ ਹੁੰਦੀ ਹੈ, ਕਣਕ ਚੰਗੀ ਕਣਕ ਦੇ ਵਿੱਚ ਕਾਂਗਿਆਰੀ। ਦੇਖੋ ਚਹਿਲ ਸਾਹਿਬ, ਜੰਗ ਉਦੋਂ ਲੜੀ ਜਾਂਦੀ ਹੈ ਜਾਂ ਜਿੱਤੀ ਜਾਂਦੀ ਹੈ ਜਦੋਂ ਮੁੱਠੀ ਬੰਦ ਹੋਏ। 3 ਮੰਤਰੀ ਤੁਹਾਡੇ ਜਾ ਕੇ ਕੱਲ ਮੀਟਿੰਗ ਸ਼ਾਮਲ ਹੋ ਗਏ, ਉਹ ਤਿੰਨਾਂ ਮੰਤਰੀਆਂ ਨੇ ਮੀਟਿੰਗ ਦੇ ਵਿੱਚ ਚੀਫ ਸੈਕਟਰੀ ਦੇ ਨਾਲ ਸ਼ਮੂਲੀਅਤ ਕੀਤੀ ਆ। ਉਹ ਕਿੱਥੇ ਗਿਆ ਉਹ ਮਤਾ ਜਿਹੜਾ ਪਾਸ ਕੀਤਾ ਗਿਆ ਸੀ? ਉਸ ਚੀਜ਼ ਦਾ ਨਵਨੀਤ ਜੀ ਮੈਂ ਤੁਹਾਨੂੰ ਹੋਰ ਕਹਿ ਰਿਹਾ, ਮੈਂ ਆਪਦੇ ਇੰਡੀਵਿਜੂਅਲ ਵਿਚਾਰ ਇੱਥੇ ਦਿੱਤੇ ਆ ਤੁਹਾਨੂੰ। ਉਸ ਚੀਜ਼ ਦਾ ਉਹ ਮੰਤਰੀ ਸਾਹਿਬਾਨ ਦੱਸ ਸਕਦੇ ਆ ਵੀ ਉਹਨਾਂ ਨੇ ਪਹਿਲਾਂ ਵਾਕਆਊਟ ਕੀਤਾ, ਉਹਨਾਂ ਨੇ ਰੀਜ਼ਨਸ ਦੱਸੇ ਸੀ ਕੀ ਆ, ਤੇ ਹੁਣ ਉਸੇ ਮੀਟਿੰਗ ਦੇ ਸ਼ਮੂਲੀਅਤ ਕੀਤੀ, ਉਹਦੇ ਕੋਈ ਰੀਜ਼ਨ ਨਹੀਂ ਦੱਸਿਆ, ਕੋਈ ਰੀਜ਼ਨ ਨਹੀਂ ਦੱਸਿਆ। ਮੈਂ ਨਵਨੀਤ ਜੀ, ਜੇ ਤੁਸੀਂ ਮੈਂ ਇੱਕ ਛੋਟੀ ਚਹਿਲ ਸਾਹਿਬ ਆਪਣੀ ਗੱਲ ਰੱਖੋ, ਪੂਰੀ ਕਰ ਲਓ। ਜੇ ਅਸੀਂ ਇਹੀ ਗੱਲ ਚਾਹੁੰਦੇ, ਜੇ ਅਸੀਂ ਵਾਕਈ ਸੱਚਾਈ ਦੇ ਉੱਪਰ ਖੜਨਾ ਚਾਹੁੰਦੇ ਹਾਂ ਪੰਜਾਬ ਦੇ ਲੋਕਾਂ ਲਈ, ਪੰਜਾਬ ਨੇ ਸੰਤਾਪ ਬਹੁਤ ਭੋਗਿਆ 84 ਤੋਂ ਬਾਅਦ, ਉਸ ਤੋਂ ਬਾਅਦ ਆ ਗਿਆ 10 ਸਾਲਾਂ ਦੇ ਵਿੱਚ ਅਕਾਲੀ ਦਲ ਦੇ ਰਾਜ ਦੇ ਵਿੱਚ ਜੋ ਪੰਜਾਬ ਦਾ ਹਾਲ ਹੋਇਆ। ਤੇ ਜੇ ਹੁਣ ਸਿਮਿਲਰ ਚੀਜ਼ਾਂ ਚੱਲਣਗੀਆਂ, ਆਹੀ ਕੁਝ ਚੱਲੂਗਾ, ਤਾਂ ਮੈਂ ਸਮਝਦਾ ਵੀ ਲੋਕ ਵਾਕਈ ਹੀ ਬਦਲ ਦੀ ਆਸ ਦੇ ਵਿੱਚ ਰਹਿਣਗੇ ਕਿ ਸਾਨੂੰ ਕੋਈ ਨਵਾਂ ਬਦਲ ਤੇ ਆਵੇ। ਉਹ ਬਦਲ ਪਾਰਟੀਆਂ ਦੇ ਹਿਸਾਬ ਨਾਲ ਨਹੀਂ ਮਿਲਣਾ, ਬੰਦੇ ਦੇ ਇੰਡੀਵਿਜੂਅਲ ਕਿਰਦਾਰਾਂ ਦੇ ਹਿਸਾਬ ਨਾਲ ਮਿਲਣਾ। ਦੇਖੋ, ਮੈਂ ਚਹਿਲ ਸਾਹਿਬ ਪ੍ਰਮੁੱਖ ਬੁਲਾਰੇ ਨੇ ਕਾਂਗਰਸ ਪਾਰਟੀ ਦੇ, ਜੋ ਮੈਂ ਉਹਨਾਂ ਦੇ ਵਿਚਾਰ ਅੱਜ ਸੁਣ ਰਿਹਾ ਹਾਂ, ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਉਹ ਬੜੀ ਨਿਰਪੱਖ ਤੌਰ ਦੇ ਉੱਤੇ ਗੱਲ ਕਰ ਰਹੇ ਹੈ, ਔਰ ਮੈਂ ਵੀ ਸਮਝਦਾ ਕਿ ਇਹ ਕਾਂਗਰਸ ਪਾਰਟੀ ਦਾ ਵਿਊ ਹੈ, ਕਿਉਂਕਿ ਇਹ ਪਾਰਟੀ ਦੇ ਪ੍ਰਮੁੱਖ ਬੁਲਾਰੇ। ਮੈਂ ਸਿਰਫ ਇੱਕ ਛੋਟੀ ਜਿਹੀ ਗੱਲ ਪੁੱਛਣੀ ਚਾਹੁੰਦਾ, ਕਿਆ ਮੈਂ ਅੱਜ ਇਹ ਸਮਝਾਂ ਇਸ ਸਾਰੀ ਅੱਜ ਸਾਡੀ ਡਿਸਕਸ਼ਨ ਤੋਂ ਕਿ ਕਾਂਗਰਸ ਪਾਰਟੀ ਇਸ ਮੁੱਦੇ ਦੇ ਉੱਤੇ ਸਰਕਾਰ ਦੇ ਕੋਲੋਂ ਇਸ ਗੱਲ ਦੀ ਡਿਮਾਂਡ ਦਾ ਸਮਰਥਨ, ਜੋ ਵਿਰੋਧੀ ਪਾਰਟੀਆਂ ਨੇ ਡਿਮਾਂਡ ਤਾਂ ਰੱਖੀ ਹੋਈ ਹੈ, ਕਿਆ ਕਾਂਗਰਸ ਦੇ ਪ੍ਰਧਾਨ, ਕਾਂਗਰਸ ਪਾਰਟੀ ਇਸ ਗੱਲ ਦੀ ਡਿਮਾਂਡ ਸਰਕਾਰ ਕੋਲੋਂ ਕਰੇਗੀ ਕਿ ਇਸ ਦੀ ਜਾਂਚ ਜਾਂ CBI ਤੋਂ ਜਾਂ MLAs ਦੇ ਗਰੁੱਪਸ ਤੋਂ ਕਰਾਈ ਜਾਵੇ? ਰਾਣਾ ਬਲਜੀਤ, ਦੇਖੋ ਮਿੱਤਲ ਸਾਹਿਬ, ਫਿਰ ਉੱਥੇ ਗੱਲ ਆ ਜਾਂਦੀ ਆ ਬਿਊਰੋਕ੍ਰੇਸੀ ਦੇ ਖਿਲਾਫ। ਸੁਨੀਲ ਜਾਖੜ ਜੀ ਪਹਿਲਾਂ ਵੀ ਬੋਲਦੇ ਰਹੇ ਆ, ਹੁਣ ਵੀ ਬੋਲੇ। ਮੇਰੀ 2 ਮਿੰਟ ਗੱਲ। ਅੱਜ ਚਾਹੇ ਸਾਡੇ ਰਾਜਾ ਵੜਿੰਗ ਨੇ ਟਵੀਟ ਕਰਕੇ ਕੀਤਾ, ਚਾਹੇ ਉਸ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਨੇ ਉਹਨਾਂ ਦਾ ਸਾਥ ਦਿੱਤਾ, ਜਾਂ ਹੋਰ ਮਿਨਿਸਟਰਸ ਨੇ ਦਿੱਤਾ, ਅਸੀਂ ਕਾਂਗਰਸ ਪਾਰਟੀ ਇਸ ਚੀਜ਼ ਦੀ ਮੰਗ ਕਰਦੇ ਆ। ਮੈਂ ਤੁਹਾਨੂੰ ਫੇਰ ਇਹ ਗੱਲ ਕਹੀ ਆ, ਵੋਟਾਂ ਅਸੀਂ ਮੰਗਣੀਆਂ, ਕਾਂਗਰਸ ਪਾਰਟੀ ਨੂੰ ਵੋਟਾਂ ਪੈਣੀਆਂ, ਬਿਊਰੋਕ੍ਰੇਸੀ ਨੂੰ ਵੋਟਾਂ ਨਹੀਂ ਮੰਗਣੀਆਂ। ਤਾਂ ਹੀ ਤੇ ਮਿੱਤਲ ਸਾਹਿਬ ਸਵਾਲ ਕਰ ਰਹੇ ਨੇ ਚਹਿਲ ਸਾਹਿਬ ਕਿ ਪਾਰਟੀ ਦੇ ਨਾਮ ਤੇ ਵੋਟਾਂ ਪੈਣਗੀਆਂ, ਕੱਲ ਨੂੰ ਮੰਤਰੀ ਰਹੇ ਨਾ ਰਹੇ, ਤੇ ਪਾਰਟੀ ਪ੍ਰਧਾਨ ਨੂੰ ਚਾਹੀਦਾ ਹੈ ਸਾਰੀ ਪਾਰਟੀਆਂ ਦੇ, ਦੀਪਾ ਸਾਹਿਬ ਦੀ ਪਾਰਟੀ ਦੇ ਆਗੂਆਂ ਨੂੰ ਵੀ ਸੱਦਣ, ਵਾਲੀਆ ਸਾਹਿਬ ਦੀ ਪਾਰਟੀ ਦੇ ਆਗੂ ਨੂੰ ਵੀ ਸੱਦਣ, ਮਿੱਤਲ ਸਾਹਿਬ ਦੀ ਵੀ, ਔਰ ਆਪ ਦੇ ਵੀ ਆਗੂ ਦੇਣ ਕਿ ਚਲੋ ਆਪਾਂ ਜਾਂਚ ਕਰੀਏ, ਸਰਕਾਰ ਤੋਂ ਮੰਗ ਕਰੀਏ। ਜਾਖੜ ਸਾਹਿਬ ਇਹ ਗੱਲ ਰੱਖਣਗੇ? ਅਸੀਂ ਤਾਂ ਸਾਰੇ ਕਰ ਚੁੱਕੇ, ਕਿਆ ਤੁਸੀਂ ਵੀ ਸਾਡੇ ਨਾਲ ਰਲ ਕੇ, ਕਿਆ ਆਓ ਆਪਾਂ ਮਿਲ ਕੇ ਜਾਂਚ ਦੀ ਮੰਗ ਕਰੀਏ, ਵੋਟਾਂ ਪਾਰਟੀਆਂ ਆਓ ਸਾਡੇ ਨਾਲ ਇੱਕ ਪਲੇਟਫਾਰਮ ਤੇ ਆ ਕੇ ਉਹਦੀ ਮੰਗ ਕਰੀਏ ਸਰਕਾਰ ਕੋਲੋਂ ਵੀ ਜਾਂਚ ਕੀਤੀ ਜਾਵੇ।
ਬਿਲਕੁਲ ਇਸ ਚੀਜ਼ ਦੀ ਜਿਹੜੀ ਇਕੱਠੇ ਹੋਣ ਦੀ ਗੱਲ ਜਾਂ ਕਰਨ ਕਰਾਉਣ ਦੀ ਉਹ ਗੱਲ ਬਿਹਤਰ ਜਾਖੜ ਸਾਹਿਬ ਦੱਸ ਸਕਦੇ ਆ, ਪਰ ਮੰਗ ਦੀ ਗੱਲ ਜਿੱਥੋਂ ਤੱਕ ਤੁਸੀਂ ਕੀਤੀ ਆ ਕਾਂਗਰਸ ਪਾਰਟੀ ਦੀ, ਜਾਖੜ ਸਾਹਿਬ ਨੇ ਲੈਟਰ ਲਿਖਿਆ, ਉਹਨਾਂ ਨੇ ਮੰਗ ਕੀਤੀ ਆ ਕਿ ਕਰਨ ਅਵਤਾਰ ਸਿੰਘ ਵਾਲੇ ਕੇਸ ਦੇ ਵਿੱਚ ਇਹ ਗੱਲ ਲੋਕਾਂ ਦੇ ਸਾਹਮਣੇ ਕਲੀਅਰ ਹੋ ਕੇ ਆਉਣੀ ਚਾਹੀਦੀ ਹੈ। ਚਾਹੇ ਪ੍ਰਤਾਪ ਸਿੰਘ ਬਾਜਵਾ ਹੁਣ ਉਹਨਾਂ ਨੇ ਵੀ ਮੰਗ ਕੀਤੀ ਆ, ਹਰੇਕ ਕਾਂਗਰਸੀ ਬੰਦੇ ਨੇ, ਹਰੇਕ ਮੈਂ ਕਹਿ ਸਕਦਾ ਜਿਹੜੇ ਗਰਾਊਂਡ ਨਾਲ ਲੋਕ ਜੁੜੇ ਆ, ਜਿਨ੍ਹਾਂ ਨੇ ਵੋਟਾਂ ਮੰਗਣੀਆਂ, ਜਿਨ੍ਹਾਂ ਨੂੰ ਲੱਗਦਾ ਕਿ ਸਾਡਾ ਕਰੀਅਰ ਹੈ, ਅਸੀਂ ਲੋਕਾਂ ਦੇ ਜਾ ਕੇ ਜਵਾਬ ਦੇਣਾ, ਅਸੀਂ ਇਕੱਲਾ ਪੈਸਾ ਬਣਾਉਣੇ ਆ, ਉਹਨਾਂ ਹਰੇਕ ਨੇ ਮੰਗ ਕੀਤੀ ਆ। ਪਰ ਜਿੱਥੋਂ ਤੱਕ ਤੁਸੀਂ ਅੱਜ ਗੱਲ ਕਹਿੰਦੇ ਹੋ ਵੀ ਜਿਵੇਂ ਹੁਣ ਸ਼੍ਰੋਮਣੀ ਅਕਾਲੀ ਦਲ ਵਾਲੇ ਗੱਲ ਕਹਿ ਰਹੇ ਆ, ਜਿਨ੍ਹਾਂ ਨੇ ਇਹ ਸ਼ਬਦ ਪੈਦਾ ਕੀਤਾ, ਜਿਨ੍ਹਾਂ ਨੇ ਪਾਈ, ਜਿਨ੍ਹਾਂ ਨੇ ਰੂਟਸ ਪੰਜਾਬ ਦੇ ਵਿੱਚ ਖੜੀਆਂ ਕੀਤੀਆਂ, ਅੱਜ ਉਹ ਲੋਕ ਕਹਿ ਰਹੇ ਆ ਵੀ ਸਾਨੂੰ ਨਾਲ ਭਾ ਕੇ ਚੋਰਾਂ ਨੂੰ ਭਾ ਕੇ ਪੁੱਛੋ। ਬਿਲਕੁਲ ਦੇਖੋ ਚਹਿਲ ਸਾਹਿਬ, ਮੈਂ ਥੋੜੀ ਗੱਲ ਕਰਦਾ। ਚਹਿਲ ਸਾਹਿਬ ਬੜੀ ਸਿੰਪਲ ਜੀ ਗੱਲ ਹੈ, ਜੇ ਤੁਹਾਨੂੰ ਇਹ ਲੱਗਦਾ ਕਿ ਅਕਾਲੀ ਦਲ ਦੇ ਰਾਜ ਦੇ ਵਿੱਚ ਜਾਂ ਅਕਾਲੀ ਦਲ ਭਾਜਪਾ ਦੇ ਰਾਜ ਦੇ ਵਿੱਚ ਕਿਸੇ ਮੰਤਰੀ ਨੇ ਕੁਝ ਵੀ ਕੀਤਾ ਸੀ, ਉਸ ਦੇ ਵਾਸਤੇ ਅਸੀਂ ਪਿਛਲੇ 3.5 ਸਾਲ 'ਚ ਬੜਾ ਕੁਝ ਦੇਖਿਆ, ਬੜਾ ਰੌਲਾ ਵੀ ਪਿਆ, ਵਿਧਾਨ ਸਭਾ 'ਚ ਵੀ ਰੌਲਾ ਪਿਆ। ਸਰਕਾਰ ਦੇ ਕੋਲ ਪੂਰੇ ਅਧਿਕਾਰ ਸੀ, ਉਸ ਦੀ ਜਾਂਚ ਕਰੋ, ਪੜਤਾਲ ਕਰੋ, ਜਿਹੜਾ ਵੀ ਦੋਸ਼ੀ ਹੈ ਉਹਦੇ ਪਰ ਕਾਰਵਾਈ ਕਰੋ, ਤੁਹਾਨੂੰ ਕਿਸੇ ਨੇ ਰੋਕਿਆ ਨਹੀਂ। ਅਸੀਂ ਤੁਹਾਨੂੰ ਕਿਸੇ ਗੱਲ ਤੇ ਉਸ ਗੱਲ ਤੇ ਮਨਾ ਨਹੀਂ ਕਰਦੇ, ਬਾਰ-ਬਾਰ ਡਿਬੇਟਸ ਦੇ ਵਿੱਚ ਵੀ ਇਹ ਗੱਲਾਂ ਉੱਠੀਆਂ ਔਰ ਅਸੀਂ ਇਹ ਗੱਲਾਂ ਕਹੀਆਂ ਕਿ ਜਿਹੜਾ ਵੀ ਦੋਸ਼ੀ ਹੈ ਤੁਸੀਂ ਕਰੋ ਕਾਰਵਾਈ, ਉਹਦੇ ਤੇ ਕਾਰਵਾਈ ਕਰੋ। ਲੇਕਿਨ ਅੱਜ ਜਿਹੜੀ ਮੈਂ ਗੱਲ ਇੱਕ ਸੈਕਿੰਡ ਜੀ, ਅੱਜ ਜਿਹੜੀ ਗੱਲ ਹੈਗੀ ਹੈ, ਮੇਰੀ ਗੱਲ ਇਹ ਹੈ ਕਿ ਕਿਆ ਆਪਾਂ ਇਸ ਗੱਲ ਦੇ ਉੱਤੇ ਕਾਮਨ ਪਲੇਟਫਾਰਮ ਤੇ ਆਉਣ ਨੂੰ ਤਿਆਰ ਹੈ ਵੀ ਆਪਾਂ ਇੱਕ ਪਲੇਟਫਾਰਮ ਤੇ ਖੜੇ ਹੋ ਕੇ ਸਰਕਾਰ ਤੋਂ ਮੰਗ ਕਰੀਏ ਕਿ ਇਹਦੀ ਜਾਂ CBI ਤੋਂ ਜਾਂਚ ਕੀਤੀ ਜਾਵੇ ਕਿ ਕੌਣ ਦੋਸ਼ੀ ਹੈ ਇਹਦੇ ਵਿੱਚ, ਇਹ ਸਾਰੀ ਸ਼ਰਾਬ ਦੀ ਧਾਂਦਲੀ ਦੇ ਵਿੱਚ, ਇਹ ਸਾਰੀ ਜਿਹੜੀ ਬਲੈਕ ਮਾਰਕੀਟਿੰਗ ਦੇ ਵਿੱਚ, ਇਹ 2 ਨੰਬਰ ਦੀ ਸ਼ਰਾਬ ਸਮਗਲਿੰਗ ਜੋ ਰੈਵਨਿਊ ਲਾਸ ਹੋਇਆ, ਕਿਆ ਇਸ ਦੀ ਜਾਂਚ CBI ਤੋਂ ਜਾਂ ਆਲ ਪਾਰਟੀ ਡੈਲੀਗੇਸ਼ਨ, ਆਲ ਪਾਰਟੀ ਜਿਵੇਂ ਜੁਆਇੰਟ ਪਾਰਲੀਮੈਂਟਰੀ ਕਮੇਟੀ ਬਣਦੀ ਹੈ ਲੋਕ ਸਭਾ ਉਸ ਤਰੀਕਾ ਦੀ ਕੋਈ ਬਣਾ ਕੇ ਕਿਆ ਆਪਾਂ ਉਹਦੀ ਮੰਗ ਦੇ ਉੱਤੇ ਸਮਰਥਨ ਦੋ ਵਾਰੀ ਇਹ ਕਹਿ ਚੁੱਕੇ ਕਿ ਪਿਛਲੇ 10 ਸਾਲਾਂ ਵਿੱਚ ਆ ਕੁਝ ਹੋਇਆ। ਬਿਲਕੁਲ ਮਿੱਤਲ ਜੀ ਨੇ ਕਿਹਾ 3.5 ਸਾਲ ਹੋ ਗਏ, 1.5 ਸਾਲ ਅਜੇ ਹੋਰ ਵੀ ਪਿਆ, ਹਜੇ ਹੈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕੋਲ, ਕੈਬਨਿਟ ਕੋਲ ਟਾਈਮ ਹੈਗਾ, ਕੋਈ ਨਾ ਕੋਈ ਇਨਕੁਆਇਰੀ ਕਰੋ ਪਿਛਲੇ 10 ਸਾਲਾਂ ਦੀ, ਨਸ਼ਿਆਂ ਤੇ ਕਰੋ, ਰੇਤੇ ਮਾਫੀ ਤੇ ਕਰੋ, ਸ਼ਰਾਬ ਤੇ ਕਰੋ, ਜਿੰਨੇ ਕੋਈ ਨੁਕਸਾਨ ਕੀਤਾ ਉਹਨੂੰ ਸਾਹਮਣੇ ਲਿਆਓ। ਅਕਾਲੀ ਦਲ ਦਾ ਲੀਡਰ ਹੈ, ਕੋਈ ਵਰਕਰ ਹੈ, ਕੋਈ ਇੱਕ ਵਰਕਰ ਤੱਕ ਤਾਂ ਤੁਹਾਨੂੰ ਕੋਲ ਉਂਗਲ ਨਹੀਂ ਉਠਾਈ ਗਈ। ਦੂਜੀ ਗੱਲ, ਮੈਂ ਤੱਥਾਂ ਦੇ ਆਧਾਰ ਤੇ ਡਾਟੇ ਦੀ ਗੱਲ ਕਰਦਾ, ਪਿਛਲੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਟਾਈਮ ਸੀਗਾ 2007 ਤੋਂ ਲੈ ਕੇ 2017 ਤੱਕ 12.8% ਦੀ ਇੰਕਰੀਜ਼ ਹਰ ਸਾਲ ਸੀ ਐਵਰੇਜ, 10 ਵੀ ਹੋਣੀ ਹੈ 15 ਵੀ, ਐਵਰੇਜ 12.8% ਦੀ ਇੰਕਰੀਜ਼ ਹਰ ਸਾਲ ਸੀ। 1460 ਕਰੋੜ ਦੇ ਅਸੀਂ ਰੈਵਨਿਊ ਛੱਡਿਆ ਸੀਗਾ, 2007 ਤੇ ਫੜ ਲਿਆ ਸੀ, 2017 ਚ 5000 ਕਰੋੜ ਤੇ ਅਸੀਂ ਛੱਡਿਆ। ਉਸ ਤੋਂ ਬਾਅਦ 12-15% ਦੀ ਹੁੰਦੀ ਹੈ, ਅੱਜ 7-7.5 ਕਰੋੜ ਤੇ ਰੈਵਨਿਊ ਜਾਣਾ ਚਾਹੀਦਾ ਸੀ, ਜਿਹੜਾ ਅੱਜ 4300 ਤੇ 80 4300 ਕਰੋੜ ਰੁਪਏ। ਇਹਨਾਂ ਦਾ 250-300 ਕਰੋੜ ਤਾਂ ਪਹਿਲੇ ਸਾਲ ਘਟ ਗਿਆ, 927 ਕਰੋੜ ਦੂਜੇ ਸਾਲ ਘਟ ਗਿਆ, 1840 ਕਰੋੜ ਹੁਣ ਤੀਜੇ ਸਾਲ ਘਟ ਗਿਆ 11 ਮਹੀਨਿਆਂ ਦੇ ਵਿੱਚ। ਇਹ ਨੈਸ਼ਨਲ ਡੇਲੀ ਦੀ ਰਿਪੋਰਟ ਹੈ, ਜਿਹੜੀ ਆਡਿਟ ਦੀ ਰਿਪੋਰਟ ਹੈ, ਪੰਜਾਬ ਸਰਕਾਰ ਦੇ ਆਡੀਟਰਸ ਦੀ ਰਿਪੋਰਟ ਹੈ ਕਿ ਇੰਨਾ ਨੁਕਸਾਨ ਹੋਇਆ। ਸਾਡੇ ਸਰਕਾਰ ਵੇਲੇ 3500 ਕਰੋੜ ਰੁਪਏ ਦਾ ਵਾਧਾ ਹੋਇਆ, ਤੁਹਾਡੇ ਵੇਲੇ 2500 ਕਰੋੜ ਦਾ ਜਾਂ 3000 ਕਰੋੜ ਦਾ 3 ਸਾਲਾਂ 'ਚ ਨੁਕਸਾਨ ਹੋ ਰਿਹਾ। ਤੇ ਤੁਸੀਂ ਕੀ ਮਾਫੀਆ ਦੀ ਗੱਲ ਕਰਦੇ ਹੋ? ਕਿਹੜਾ ਮਾਫੀਆ? ਮਾਫੀਆ ਕਹਿਣ ਨੂੰ ਐਲੀਗੇਸ਼ਨ ਲਾਏ ਜਾ ਸਕਦੇ ਆ, ਪਰ ਪ੍ਰੂਫ ਤਾਂ ਕਰੋ। ਜੇ ਸਾਲ ਬਾਅਦ ਹੀ ਅਗਲੇ ਇਲੈਕਸ਼ਨਾਂ 'ਚ ਵੀ ਇਹ ਗੱਲ ਕਰੋਗੇ, ਲੋਕਾਂ ਨੇ ਪਿੰਡਾਂ 'ਚ ਨਹੀਂ ਵੜਨ ਦੇਣਾ। ਹਜੇ ਵੀ 1.5 ਸਾਲ ਹੈ, ਪ੍ਰੂਫ ਕਰਦੇ ਹੋ ਕਿ ਅਕਾਲੀ ਦਲ ਨੇ ਧਾਂਦਲੀਆਂ ਕੀਤੀਆਂ, ਦੀਪਕ ਸਾਹਿਬ ਉਹ ਤੇ ਕਹਿ ਰਹੇ ਨੇ ਅੱਗੇ ਵੋਟਾਂ ਲੈਣੀਆਂ ਤੇ ਫਿਰ ਦਿੱਕਤ ਹੋ ਹੀ ਜਾਣੀ ਹੈ। ਹੁਣ ਵੋਟਾਂ ਦੀ ਗੱਲ ਕਰ ਲਓ, ਬਿਲਕੁਲ ਇਹਨਾਂ ਦੇ MLA ਜਿਹੜੇ ਹੈਗੇ ਮੰਤਰੀਆਂ ਨੇ ਵੋਟਾਂ ਲੈਣੀਆਂ ਹੋਣਗੀਆਂ। ਮੈਨੂੰ ਇਹ ਲੱਗਦਾ ਕੈਪਟਨ ਅਮਰਿੰਦਰ ਸਿੰਘ ਨੇ ਵੋਟਾਂ ਨਹੀਂ ਲੈਣੀਆਂ, ਕਹਿ ਚੁੱਕੇ ਸੀ ਉਹ ਕਿ ਮੇਰਾ ਲਾਸਟ ਇਲੈਕਸ਼ਨ ਹੈ। ਹੁਣ ਠੀਕ ਹੈ, ਕਿਉਂਕਿ 1.5 ਸਾਲ ਹੋਰ ਘਟਣਾ ਹੈ, 5 ਸਾਲ ਪੂਰੇ ਕਰਨੇ, ਇਸ ਵਾਸਤੇ ਕਹਿ ਰਹੇ ਕਿ ਮੈਂ ਅਗਲੀ ਪਾਰੀ ਵੀ ਖੇਡਾਂਗੇ। ਉਹ ਇੰਜੋਏ ਕਰ ਰਹੇ ਆ ਆਪਦੀ ਇਹ ਪਾਰੀ, ਕਿਵੇਂ ਪੈਲਸ 'ਚ ਬਹਿ ਕੇ ਇੰਜੋਏ ਕਰ ਰਹੇ ਆ ਔਰ ਕਿਸ ਤਰ੍ਹਾਂ ਇੰਜੋਏ ਕਰ ਰਹੇ ਆ ਪੰਜਾਬ ਦੇ ਲੋਕ ਜਾਣਦੇ ਆ। ਠੀਕ ਹੈ ਵਾਲੀਆ ਸਾਹਿਬ, ਬਿਲਕੁਲ ਕੋਈ ਫਰਕ ਨਹੀਂ ਉਹਨਾਂ ਨੂੰ ਪੈ ਰਿਹਾ, ਜੋ ਉਹਨਾਂ ਨੂੰ ਚਾਹੀਦਾ ਉਹਨਾਂ ਨੂੰ ਮਿਲ ਰਿਹਾ। ਜੋ ਉਹਨਾਂ ਨੂੰ ਚਾਹੀਦਾ ਉਹ ਐਸੇ ਪਾਲਿਸੀ ਨਾਲ ਹੀ, ਜਿਹੜੀ 3 ਸਾਲ 'ਚ ਪਾਲਿਸੀ ਬਣਾਈ ਹੈ ਜਾਂ ਜਿਹੜੀ 1.5 ਸਾਲ ਦੇ ਵਿੱਚ ਪਾਲਿਸੀ ਚੱਲੂਗੀ, ਉਹੀ ਉਹ ਪਾਲਿਸੀ ਰਹੂਗੀ। ਹਾਈ ਕਮਾਂਡ ਅੱਗੇ ਕੁਝ ਇੰਟਰਫੇਅਰ ਕਰਦੀ ਸੀ, ਹਾਈ ਕਮਾਂਡ 'ਚ ਇਸ ਵੇਲੇ ਕੋਈ ਦਮ ਨਹੀਂ ਕਾਂਗਰਸ ਪਾਰਟੀ ਦਾ, ਉਹ ਕੈਪਟਨ ਅਮਰਿੰਦਰ ਸਿੰਘ ਨੂੰ ਕੁਝ ਕਹਿ ਨਹੀਂ ਸਕਦੇ। ਸੋ ਜੋ ਜਿਸ ਦਿਨ ਸੁਨੀਲ ਜਾਖੜ ਪ੍ਰਧਾਨ ਬਣੇ ਸੀ ਉਸ ਦਿਨ ਵੀ ਕਹਿੰਦੇ ਸੀ ਅਫਸਰਾਂ ਦੀ ਚੱਲਦੀ ਹੈ, ਅੱਜ ਵੀ 3 ਸਾਲਾਂ ਬਾਅਦ ਉਹ ਕਹਿ ਰਹੇ ਆ, ਇਹ ਕਹਿੰਦੇ ਰਹਿਣਗੇ, ਇਸੇ ਤਰ੍ਹਾਂ ਡਿਸਕਸ਼ਨ। ਠੀਕ ਹੈ ਵਾਲੀਆ ਸਾਹਿਬ। ਹਾਂਜੀ ਨਵਨੀਤ ਜੀ ਦੇਖੋ, ਜਿਵੇਂ ਦੀਪਾ ਜੀ ਨੇ ਵੀ ਗੱਲ ਕੀਤੀ, ਬਾਕੀ ਹੋਰ ਆਪਣਾ ਮਿੱਤਲ ਸਾਹਿਬ ਨੇ ਗੱਲ ਕੀਤੀ, ਖੈਰ ਮੈਂ ਪਰੇਜ ਚਹਿਲ ਸਾਹਿਬ ਦੀ ਵੀ ਕਰੂੰਗਾ
ਕਿ ਅੱਜ ਉਹ ਕਾਂਗਰਸੀ ਸਪੋਕਸਪਰਸਨ ਹੋਣ ਦੇ ਨਾਤੇ ਦੇ ਨਾਲ ਉਹ ਪੰਜਾਬ ਦੇ ਵਸਿੰਦੇ ਹੋਣ ਦੇ ਨਾਤੇ ਵੀ ਆਪਣਾ ਦੁੱਖ ਜਿਹੜਾ ਹੈਗਾ ਸਰਕਾਰ ਦੇ ਖਿਲਾਫ ਵਿਅਕਤ ਕਰ ਰਹੇ। ਮੈਂ ਉਹਨਾਂ ਦਾ ਧੰਨਵਾਦ ਹੈ ਇਸ ਚੀਜ਼ ਤੇ, ਅੱਜ ਉਹ ਪੰਜਾਬੀਆਂ ਦੀ ਗੱਲ ਕਰ ਰਹੇ ਬੇਸਿਕਲੀ। ਤੇ ਹੁਣ ਆਪਾਂ ਗੱਲ ਕਰੀਏ, ਦੇਖੋ ਜੋ ਠੇਕਿਆਂ ਦੀ ਗੱਲ ਕੀਤੀ ਸੀਗੀ ਵੀ ਲਿਕਵਰ ਮਾਫੀਆ ਕਿਵੇਂ ਚੱਲ ਰਿਹਾ ਹੈ। ਤੁਹਾਨੂੰ ਯਾਦ ਹੋਏਗਾ ਤੁਹਾਡੇ ਲਿਵਿੰਗ ਇੰਡੀਆ ਤੇ ਮੈਂ ਇੱਕ ਰਿਪੋਰਟ ਦੇਖੀ ਸੀ ਅੱਜ ਤੋਂ 1.5-2 ਮਹੀਨੇ ਪਹਿਲਾਂ, ਕਿ ਰੋਪੜ ਏਰੀਆ 'ਚ ਵੀ ਫੋਰੈਸਟ ਡਿਪਾਰਟਮੈਂਟ ਨੇ ਸਾਰੇ ਨਿਯਮਾਂ ਦੀ ਧੱਜੀਆਂ ਉਡਾ ਕੇ ਹਾਈਵੇ ਦੇ ਉੱਤੇ ਠੇਕੇ ਖੋਲੇ ਹੋਏ ਨੇ ਗ੍ਰੀਨ ਜ਼ੋਨ ਦੇ ਵਿੱਚ। ਹਾਂ, ਗ੍ਰੀਨ ਜ਼ੋਨ ਦੇ ਵਿੱਚ, ਗ੍ਰੀਨ ਜ਼ੋਨ 'ਚ ਅਹਾਤਿਆਂ ਨੂੰ ਪਰਮਿਸ਼ਨਾਂ ਦਿੱਤੀਆਂ ਹੋਈਆਂ ਨੇ, ਬਿਜਲੀ ਦੇ ਮੀਟਰ ਲਾਏ ਹੋਏ ਨੇ। ਹਾਂ ਬਿਲਕੁਲ। ਹੁਣ ਤੁਸੀਂ ਕਿਵੇਂ ਕਹਿ ਦੋਗੇ ਸਰਕਾਰ ਦਾ ਇਹ ਧਾਂਦਲੀਆਂ 'ਚ ਹੱਥ ਨਹੀਂ ਹੈਗਾ? ਤੁਸੀਂ ਕਿਵੇਂ ਕਹਿ ਦੋਗੇ ਸਰਕਾਰ ਇਸ ਮਾਫੀਏ ਦੇ ਨਾਲ ਨਹੀਂ ਚੱਲ ਰਹੀ? ਉਹ ਇਟਸੈਲਫ ਰਿਪੋਰਟਾਂ ਸਾਬਤ ਕਰਦੀਆਂ। ਹੁਣ ਦੂਜੀ ਗੱਲ ਆਉਂਦੀ ਹੈ ਕਿ ਕੈਪਟਨ ਸਾਹਿਬ ਜਿਹੜੇ ਹੈਗੇ ਨੇ, ਜੋ ਪਿਛਲੇ 3 ਸਾਲਾਂ ਦੀ ਚਹਿਲ ਸਾਹਿਬ ਨੇ ਗੱਲ ਕੀਤੀ ਬੜੀ ਇਮਾਨਦਾਰੀ ਨਾਲ ਕਿ ਜੀ ਕੈਪਟਨ ਸਾਹਿਬ ਦੇਖ ਰਹੇ, ਲੁੱਕ ਆਫਟਰ ਕਰ ਰਹੇ, ਲੋਕ ਸਵਾਲ ਪੁੱਛਣਗੇ। ਚਹਿਲ ਸਾਹਿਬ ਸਵਾਲ ਤਾਂ ਕੈਪਟਨ ਸਾਹਿਬ ਨੂੰ ਪਿਛਲੇ 3 ਸਾਲ ਦੇ ਵੈਸੇ ਪੁੱਛੇ ਜਾ ਰਹੇ, ਜਵਾਬ ਨਹੀਂ ਦੇ ਰਹੇ। ਸਿੱਧੂ ਸਾਹਿਬ, ਨਵਜੋਤ ਸਿੰਘ ਸਿੱਧੂ ਜੀ ਇੰਨੀ ਵਧੀਆ ਪਾਲਿਸੀਆਂ ਲੈ ਕੇ ਆਏ, ਉਹਨਾਂ ਨੂੰ ਚੱਕ ਕੇ ਲਾਂਭੇ ਕਰਦਾ, ਕੈਬਨਿਟ ਤੋਂ ਹਟਾਤੇ। ਪ੍ਰਗਟ ਸਿੰਘ ਜੀ ਬਾਰ-ਬਾਰ ਸਵਾਲ ਕਰ ਰਹੇ ਆ, ਪ੍ਰਤਾਪ ਸਿੰਘ ਬਾਜਵਾ ਜੀ ਬਾਰ-ਬਾਰ ਸਵਾਲ ਕਰ ਰਹੇ ਆ। ਤੁਹਾਡੇ ਆਪਣੇ ਧੀਮਾਨ ਸਾਹਿਬ ਐਮਐਲਏ ਜਿਹੜੇ ਡਰੱਗਸ ਦੇ ਇਸ਼ੂ ਤੇ ਗੱਲ ਕਰਕੇ ਉਹਨਾਂ ਦੀ ਸੁਣੀ ਨਹੀਂ ਗਈ। ਨਿਰਮਲ ਸਿੰਘ ਜੀ ਕਰਪਸ਼ਨ ਤੇ ਗੱਲ ਕਰਕੇ ਇੱਕ ਤਹਿਸੀਲਦਾਰ ਨਹੀਂ ਕਾਬੂ ਆਇਆ ਉਹਨਾਂ ਤੋਂ, ਉਹ ਵੀ ਮਹਾਰਾਜਾ ਸਾਹਿਬ ਦੀ ਜੋ ਲੋਕ ਸਭਾ ਹਲਕਾ ਪਟਿਆਲਾ, ਉੱਥੇ ਤੱਕ ਤਹਿਸੀਲਦਾਰ ਹੀ ਕਾਬੂ ਨਹੀਂ ਆਇਆ ਤੁਹਾਡੇ ਐਮਐਲਏ ਤੋਂ। ਉਹ ਮਿੰਨਤਾਂ ਕਰ ਥੱਕ ਗਿਆ ਮਹਾਰਾਜਾ ਸਾਹਿਬ ਦੀਆਂ ਕਿ ਭਾਈ ਤਹਿਸੀਲਦਾਰ ਮੇਰੇ ਤੋਂ ਕਮਿਸ਼ਨ ਮੰਗ ਰਿਹਾ ਹੈ, ਐਮਐਲਏ ਤੋਂ ਕਮਿਸ਼ਨ ਮੰਗ ਰਿਹਾ ਹੈ, ਪਰ ਉਹ ਤਹਿਸੀਲਦਾਰ ਕਾਬੂ ਨਹੀਂ ਆਇਆ। ਉਹ ਕਰਪਸ਼ਨ ਦੀ ਗੱਲ ਕਰਦੇ ਰਹੇ। ਤੇ ਹੋਰ ਤੁਹਾਡੇ ਧੀਮਾਨ ਆਪਣਾ ਦੋਲੋ ਸਾਹਿਬ ਜਿਹੜੇ ਐਮਪੀ ਨੇ ਉਹ ਗੱਲ ਕਰਦੇ ਰਹੇ। ਮਤਲਬ ਬਾਰ-ਬਾਰ ਕੈਪਟਨ ਸਾਹਿਬ ਨੂੰ ਕਹਿੰਦੇ ਰਹੇ। ਮੈਂ ਨਵਨੀਤ ਜੀ ਉਹੀ ਕਹਿੰਦਾ, ਇਹ ਸਿੰਗਲ ਮੈਨ ਸਰਕਾਰ ਚੱਲ ਰਹੀ ਹੈ, ਸਿਰਫ ਕੈਪਟਨ ਸਾਹਿਬ ਹੀ ਸਰਕਾਰ ਨੂੰ ਚਲਾ ਰਹੇ ਨੇ। ਇਹੀ ਰਿਜ਼ਲਟ ਹੈ ਜੋ ਚੀਫ ਸੈਕਟਰੀ ਕੈਬਨਿਟ ਰੈਂਕ ਦੇ 3 ਕੈਬਨਿਟ ਮੰਤਰੀਆਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਚੀਫ ਸੈਕਟਰੀ ਦੇ ਅਗੇਂਸਟ ਬੋਲਣਾ ਪਿਆ, ਅਗੇਂਸਟ ਖੜਨਾ ਪਿਆ, ਵਾਕਆਊਟ ਕਰਨਾ ਪਿਆ ਮੀਟਿੰਗ ਦਾ। ਇਹੀ ਕਾਰਨ ਹੈ ਕਿਉਂਕਿ ਚੀਫ ਸੈਕਟਰੀ ਨੂੰ ਪਤਾ ਹੈ ਕਿ ਕੈਪਟਨ ਸਾਹਿਬ ਤੋਂ ਇਲਾਵਾ ਪੰਜਾਬ ਨੂੰ ਹੋਰ ਕਿਸੇ ਦੀ ਗੱਲ ਨਹੀਂ ਸੁਣਨੀ ਹੈਗੀ। ਜਿਵੇਂ ਕੈਪਟਨ ਸਾਹਿਬ ਕਹਿਣਗੇ, ਜਿਵੇਂ ਚੀਫ ਸੈਕਟਰੀ ਕਹੇਗਾ, ਉਵੇਂ ਹੀ ਪੰਜਾਬ ਚੱਲੇਗਾ। ਹੋਰ ਚਾਹੇ ਕੋਈ ਕੈਬਨਿਟ ਮੰਤਰੀ ਜੇ ਜਿੱਡਾ ਮਰਜ਼ੀ ਵੱਡਾ ਕਾਂਗਰਸ ਦਾ ਲੀਡਰ ਹੈ, ਪੰਜਾਬ ਦੇ ਹੱਕ 'ਚ ਗੱਲ ਕਰਨਾ ਉਹਦੇ ਵਾਸਤੇ ਵੀ ਜਿਹੜਾ ਮੈਂ ਕਹਿ ਰਿਹਾ ਤੁਹਾਡੇ ਸਾਹਮਣੇ ਚੀਫ ਸੈਕਟਰੀ ਦੀ ਗੱਲ ਦਾ ਰਿਜ਼ਲਟ ਆਏ ਗਿਆ ਹੈਗਾ। ਸੋ ਇਹ ਗੱਲਾਂ ਜਿਹੜੀਆਂ ਹੈਗੀਆਂ ਬਿਲਕੁਲ ਕਲੀਅਰ ਨੇ। ਮੋਰ ਓਵਰ ਹੁਣ ਇਹ ਕਮੇਟੀ ਦੀ ਗੱਲ ਆਪਣਾ ਪੰਜਾਬ 'ਚ ਤੁਸੀਂ ਦੇਖਿਆ ਹੋਊਗਾ, ਪਿੱਛੇ ਕਾਂਗਰਸ ਸਰਕਾਰ ਨੇ ਕਾਂਗਰਸ ਪਾਰਟੀ ਨੇ ਇੱਕ ਨੈਸ਼ਨਲ ਲੈਵਲ ਤੇ ਕਮੇਟੀ ਅਪਾਇੰਟ ਕੀਤੀ ਸੀਗੀ, ਜਿਹਦੇ ਪੀ ਚਿਦੰਬਰਮ ਜੀ ਜਿਹੜੇ ਹੈੱਡ ਬਣਾ ਕੇ ਭੇਜੇ ਸੀਗੇ ਕਿ ਪੰਜਾਬ ਦੇ ਮੈਨੀਫੈਸਟੋ ਇੰਪਲੀਮੈਂਟੇਸ਼ਨ ਕਮੇਟੀ, ਮੈਨੀਫੈਸਟੋ ਇੰਪਲੀਮੈਂਟੇਸ਼ਨ ਕਮੇਟੀ। ਹਾਂਜੀ, ਵੀ ਪੰਜਾਬ ਕਿਵੇਂ ਚੱਲਣਾ ਹੈ, ਪੰਜਾਬ ਦੀ ਪਾਲਿਸੀਆਂ ਕਿਵੇਂ ਪਬਲਿਕ ਵਾਸਤੇ ਇੰਪਲੀਮੈਂਟ ਕਰਨੀਆਂ ਹੈ, ਉਹ ਕਮੇਟੀ ਬਣਾ ਕੇ ਭੇਜੀ ਸੀਗੀ। ਇਹਦਾ ਮਤਲਬ ਅੱਜ ਕੈਪਟਨ ਸਾਹਿਬ ਦਾ ਕੱਦ ਅੱਡਾ ਵੱਡਾ ਹੋ ਚੁੱਕਿਆ ਇੰਡੀਵਿਜੂਅਲ ਲੈਵਲ ਤੇ, ਕਿ ਨਾ ਤਾਂ ਉਹ ਆਪਣੀ ਨੈਸ਼ਨਲ ਲੈਵਲ ਪਾਰਟੀ ਨੂੰ ਕੁਝ ਸਮਝਦੇ, ਉਹਨਾਂ ਦੀ ਕਮੇਟੀ ਨੂੰ ਕੁਝ ਸਮਝ ਰਹੇ ਨੇ, ਤੇ ਨਾ ਹੀ ਉਹ ਆਪਣੇ ਸਟੇਟ ਦੇ ਕੈਬਨਿਟ ਮੰਤਰੀਆਂ ਤੇ ਹੋਰ ਲੋਕਾਂ ਨੂੰ ਕੁਝ ਸਮਝ ਰਹੇ ਨੇ। ਮੈਂ ਬਿਲਕੁਲ ਸਹਿਮਤ ਹਾਂ ਦੀਪਕ ਸਾਹਿਬ ਦੀ ਗੱਲ ਨਾਲ ਕਿ ਕੈਪਟਨ ਸਾਹਿਬ ਦਾ ਆਖਰੀ ਇਲੈਕਸ਼ਨ ਹੈ, ਉਹ ਆਪਣੇ ਮਹਾਰਾਜੇ ਵਾਲੀ ਫੀਲਿੰਗਸ ਲੈ ਰਹੇ ਹੈ। ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਪੰਜਾਬ ਦੀ ਪਬਲਿਕ ਤੇ, ਕੋਈ ਲੈਣਾ ਦੇਣਾ ਨਹੀਂ ਕਿ ਕਾਂਗਰਸ ਦੇ ਬਾਕੀ ਐਮਐਲਏ ਨੇ ਅੱਗੇ ਇਲੈਕਸ਼ਨ ਵੀ ਲੜਨੇ ਹੈ, ਉਹਨਾਂ ਨੂੰ ਕੋਈ ਮਤਲਬ ਨਹੀਂ ਹੈ। ਭਗਵੰਤ ਮਾਨ ਸਾਹਿਬ ਠੀਕ ਕਹਿ ਰਹੇ ਹੈ, ਉਹਨਾਂ ਨੇ ਕਿਹਾ ਕਿ ਮੋਦੀ ਸਾਹਿਬ ਦੀ ਡਾਇਰੈਕਸ਼ਨਾਂ ਤੇ ਕੈਪਟਨ ਸਾਹਿਬ ਚੱਲਣ ਲੱਗੇ ਹੋਏ। ਉਹ ਤੇ ਇਹ ਵੀ ਕਹਿ ਗਏ ਅੱਜ ਕੇ ਭਗਵਾ ਕਰਨ ਹੋਣ ਵਾਲਾ ਕੈਪਟਨ ਸਾਹਿਬ ਦਾ, ਉਹਦੇ 'ਚ ਕੋਈ ਦੋ ਰਾਏ ਨਹੀਂ। ਉਹੀ ਕਹਿ ਰਿਹਾ ਕਿ ਮੋਦੀ ਸਾਹਿਬ ਦੀ ਡਾਇਰੈਕਸ਼ਨ ਤੇ ਕੈਪਟਨ ਸਾਹਿਬ ਚੱਲਣ ਲੱਗੇ ਹੋਏ ਆ, ਉਹਨਾਂ ਨੂੰ ਕਾਂਗਰਸ ਨੂੰ ਖਤਮ ਕਰਨ ਦੇ ਕਗਾਰ ਤੇ ਲਿਆਂਦਾ ਹੋਇਆ ਕੈਪਟਨ ਸਾਹਿਬ ਨੇ ਪੰਜਾਬ। ਅੱਛਾ ਚਲੋ, ਮੈਂ ਰਾਣਾ ਸਾਹਿਬ ਇੱਕ ਚੀਜ਼ ਹੋਰ, ਜਿਹੜੀ ਗੱਲ ਬਾਰ-ਬਾਰ ਹੋ ਰਹੀ ਹੈ ਕਿ ਜੀ ਕੈਪਟਨ ਸਾਹਿਬ ਦਾ ਅਖੀਰਲਾ ਟਰਮ ਜਾਂ ਉਹ, ਮੇਰਾ ਇੱਕ ਸਵਾਲ ਹੋਰ ਹੈ, ਲੱਗਦਾ ਨਹੀਂ ਕਿ ਸ਼ਾਇਦ ਬਿਊਰੋਕ੍ਰੇਸੀ ਦੇ ਵਿੱਚ ਵੀ ਇੱਕ ਜੰਗ ਹੈ ਕਿ ਅਗਲਾ ਚੀਫ ਸੈਕਟਰੀ ਕੌਣ, ਕਿਉਂਕਿ 3 ਮਹੀਨੇ ਰਹਿ ਗਏ ਕਰਨ ਅਵਤਾਰ ਹੋਰਾਂ ਦੇ, 31 ਅਗਸਤ ਨੂੰ ਰਿਟਾਇਰ ਹੋ ਰਹੇ ਨੇ। ਸ਼ਾਇਦ ਉਹੀ ਪਾਲਿਸੀ ਉੱਥੇ ਵੀ ਨਜ਼ਰ ਆ ਰਹੀ ਹੈ ਬਿਊਰੋਕ੍ਰੇਸੀ ਦੇ ਵਿੱਚ ਜਿਹੜਾ ਜ਼ਿਕਰ ਕੈਪਟਨ ਸਾਹਿਬ ਨੂੰ ਲੈ ਕੇ ਵਾਲੀਆ ਸਾਹਿਬ ਨੇ ਕੀਤਾ। ਨਹੀਂ ਬੜੀ ਮਤਲਬ ਇਹ ਸਵਾਲ ਬੜਾ ਵਾਜਬ ਸਵਾਲ ਹੈ ਕਿ 3 ਮਹੀਨੇ ਦਾ ਸਮਾਂ ਰਹਿ ਗਿਆ, ਇਸ ਕਰਕੇ ਸ਼ਾਇਦ ਜੋ ਤੁਸੀਂ ਵੀ ਕਹਿ ਰਹੇ ਹੋ ਕਿ ਜੀ ਉਹਨਾਂ ਨੇ ਮੈਸੇਜ ਫਾਰਵਰਡ ਕਰਕੇ ਕਿਹਾ ਜੀ ਇਹ ਲੋ ਪਾਲਿਸੀ ਔਰ ਮੈਂ ਤੁਹਾਨੂੰ ਜਵਾਬ ਦੇਣੀ, ਸ਼ਾਇਦ ਉਹ ਵੀ ਇੱਕ ਕਾਰਨ ਹੋ ਸਕਦਾ। ਨਹੀਂ ਦੇਖੋ ਜੀ, ਮੈਂ ਤਾਂ ਇਸ ਚੀਜ਼ ਦੇ ਵਿੱਚ ਪਹਿਲਾਂ ਹੀ ਚਾਹੁੰਦਾ ਸੀ, ਜੇ ਮੰਨ ਲਓ ਕਰਨ ਅਵਤਾਰ ਸਿੰਘ ਹੋਰੀ ਆਪਣੇ ਆਪ ਨੂੰ ਇਸ ਚੀਜ਼ ਦੇ ਵਿੱਚ ਕਹਿ ਰਿਹਾ ਵੀ ਮੈਂ ਜਿੱਦਾਂ ਇਹਨਾਂ ਨੇ ਹੁਣ ਗੱਲ ਕੀਤੀ ਆ ਬਈ ਜੀ ਮੈਂ ਤਾਂ ਉਹਦੇ ਵਿੱਚ ਜਿਹੜਾ ਸਾਡਾ ਲੀਕਰ ਦਾ ਹੈਗਾ ਬਜਟ ਸਿਸਟਮ ਆ ਉਹਦਾ ਘਟਣ ਦਾ ਕਾਰਨ ਇਹ ਰਿਹਾ ਵੀ ਇਲੀਗਲ ਸ਼ਰਾਬ ਵਿਕ ਰਹੀ ਆ ਜਾਂ ਹੋਰ ਗੱਲਾਂ ਵਿਕ ਰਹੀਆਂ, ਤਾਂ ਉਹਨਾਂ ਨੂੰ ਤਾਂ ਖੁਦ ਹੀ ਚਾਹੀਦਾ ਸੀ ਵੀ 2 ਮਹੀਨੇ ਰਹਿ ਗਏ ਉਹਨਾਂ ਦੇ, ਉਹ ਕਹਿ ਦੇਣ ਭਾਈ ਮੈਂ ਜਾਣਾ ਛੁੱਟੀ ਦੇ ਉੱਤੇ, ਠੀਕ ਹੈ ਗੱਲ, ਇਸ ਚੀਜ਼ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਤੇ ਜਿੱਥੋਂ ਤੱਕ ਤੁਸੀਂ ਫਿਰ ਉੱਥੇ ਗੱਲ ਆ ਜਾਂਦੀ ਹੈ ਸਵਾਰਥਤਾ ਜੀ, ਕਿਸੇ ਦਾ ਜੁੜਿਆ ਹੀ ਹੁੰਦਾ ਹਰੇਕ ਗੱਲ ਦੇ ਨਾਲ। ਜਿਹੜੀ ਤੁਸੀਂ ਕਹਿ ਰਹੇ ਹੋ ਵੀ ਅਗਲਾ ਚੀਫ ਸੈਕਟਰੀ ਕੀ ਕੌਣ ਹੋਊਗਾ, ਉਹ ਵੀ ਇੱਕ ਲੌਬਿੰਗ ਜਿਹੜੀ ਬਿਊਰੋਕ੍ਰੇਸੀ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ। ਬਿਲਕੁਲ ਉਹਦਾ ਗਰਾਊਂਡ ਜਿਹੜੀ ਹੁੰਦੀ ਹੈ, ਹਰੇਕ ਬੰਦਾ ਚਾਹੇ ਪੁਲਿਸ ਡਿਪਾਰਟਮੈਂਟ ਹੋਵੇ ਹੋਰ ਡਿਪਾਰਟਮੈਂਟਸ ਹੋਣ, ਉਹਦੇ 'ਚ ਗਰਾਊਂਡ ਤਾਂ ਤਿਆਰ ਕਰਨੀ ਅਗਲਾ ਸ਼ੁਰੂ ਕਰ ਹੀ ਦਿੰਦਾ, ਉਸ ਹਿਸਾਬ ਨਾਲ ਫੇਵਰਿੰਗ ਹੋਈ ਜਾਂਦੀ ਹੈ ਗੱਲਬਾਤ ਦੀ। ਦੀਪਾ ਜੀ। ਨਵਨੀਤ ਜੀ, ਇਹ ਚੀਫ ਸੈਕਟਰੀ ਨੂੰ ਹਟਾਉਣਾ ਜਾਂ ਨਵਾਂ ਕਿਹੜਾ ਆਣਾ ਹੈ,
ਇਹ ਤਾਂ ਦੇਖੋ ਸਕੇਪ ਗੋਟ ਵਾਲੀ ਗੱਲ ਹੈ ਵੀ ਉਹਨਾਂ ਨੂੰ ਕਿਵੇਂ ਬਲੀ ਦਾ ਬੱਕਰਾ ਬਣਾਇਆ ਜਾ ਸਕਦਾ ਹੈ। ਮੈਨੂੰ ਨਹੀਂ ਸਮਝ ਆਉਂਦੀ ਕੈਬਨਿਟ ਨੇ ਰੈਜ਼ੋਲੂਸ਼ਨ ਪਾਸ ਕੀਤਾ ਹੋਵੇ ਕਿ ਅਸੀਂ ਇਸ ਚੀਫ ਸੈਕਟਰੀ ਜਿੰਨੀ ਦੇਰ ਸਾਡੀ ਕਿਸੇ ਵੀ ਮੀਟਿੰਗ 'ਚ ਬੈਠਾਂਗੇ ਅਸੀਂ ਨਹੀਂ ਬੈਠਾਂਗੇ। ਕੈਪਟਨ ਅਮਰਿੰਦਰ ਸਿੰਘ ਪਤਾ 2-3 ਮਹੀਨੇ ਉਹਨਾਂ ਦੇ ਰਹਿ ਗਏ, ਫਿਰ ਵੀ ਉਹਨਾਂ ਨੂੰ ਕਿਉਂ ਨਹੀਂ ਹਟਾ ਰਹੇ? ਕੋਈ ਤਾਂ ਵਜ੍ਹਾ ਹੈ। ਉਹਨਾਂ ਨੂੰ ਵੀ ਪਤਾ ਲੈ ਸਾਨੂੰ ਹਟਾਓ ਤੇ ਫਿਰ ਅਸੀਂ ਦੱਸਦੇ ਹਾਂ ਪੈਸਾ ਕਿੱਥੋਂ ਆਉਂਦਾ ਸੀ ਕਿੱਥੇ ਜਾਂਦਾ ਸੀ। ਇਹ ਵਜ੍ਹਾ ਤਾਂ ਨਹੀਂ ਵੱਡੀ, ਨਹੀਂ ਤਾਂ ਕਿਹੜੀ ਗੱਲ ਹੈ? ਕੈਪਟਨ ਸਾਹਿਬ ਦੀ ਜੇ ਇਮੇਜ ਖਰਾਬ ਹੋ ਰਹੀ ਹੈ ਇਸ ਪਿੱਛੇ, ਕਿਉਂ ਇੱਕ ਚੀਫ ਸੈਕਟਰੀ ਪਿੱਛੇ ਉਹ ਆਪਦੀ ਇਮੇਜ ਖਰਾਬ ਕਰਨ? ਸਰਕਾਰ ਦੀ ਉਹਨਾਂ ਤਾਂ 2 ਮਹੀਨੇ 'ਚ ਰਿਟਾਇਰ ਹੋ ਜਾਣਾ, ਉਹਨਾਂ ਨੇ ਕਿਹੜਾ ਇਲੈਕਸ਼ਨ ਲੜਨਾ, ਉਹਨਾਂ ਨੇ ਕਿਹੜਾ ਵੋਟਾਂ ਲੈਣੀਆਂ? ਚਲੋ ਕੈਪਟਨ ਸਾਹਿਬ ਨੇ ਲੈਣੀ ਹੈ, ਪਾਰਟੀ ਨੇ ਤਾਂ ਲੈਣੀ ਹੈ। ਇਸ ਪਾਰਟੀ ਨੇ ਉਹਨਾਂ ਨੂੰ ਇੰਨਾ ਵੱਡਾ ਰੁਤਬਾ ਦਿੱਤਾ, ਇੰਨਾ ਉਹਨਾਂ ਨੂੰ ਆਨੰਦ ਮਾਣਨ ਦਾ ਮੌਕਾ ਦਿੱਤਾ, 5 ਸਾਲ ਦੀ ਸੇਵਾ ਕਰਨ ਦਾ ਮੌਕਾ ਦਿੱਤਾ, ਉਸ ਪਾਰਟੀ ਨੂੰ ਤਾਂ ਬਚਾ ਲੈਣ। ਅੱਜ ਪਾਰਟੀ ਤੇ ਉਂਗਲ ਉੱਠ ਰਹੀ ਹੈ, ਇਹਨਾਂ ਦੀ ਹਾਈ ਕਮਾਂਡ ਤੇ ਉੱਠ ਰਹੀ ਹੈ, ਸਾਰੇ ਐਮਐਲਏ ਤੇ ਉੱਠ ਰਹੀ ਹੈ, ਇੱਕ ਵਰਕਰ ਤੇ ਉੱਠ ਰਹੀ ਹੈ। ਉਹ ਸਾਰੇ ਇੱਕ ਪਾਸੇ, ਇੱਕ ਬਿਊਰੋਕਰੈਟ ਇੱਕ ਪਾਸੇ, ਵੀ ਉਹਨੂੰ ਨਹੀਂ ਲਾ ਸਕਦੇ। ਕੋਈ ਨਾ ਕੋਈ ਵਜ੍ਹਾ ਹੋਊਗੀ ਇਹਦੇ ਪਿੱਛੇ, ਕੋਈ ਨਾ ਕੋਈ, ਮੈਂ ਕਹਿੰਦਾ ਥ੍ਰੈਟ ਨਾ ਹੋਵੇ ਕੋਈ ਕਿ ਨਹੀਂ ਯੈਸ ਜੇ ਉਹ ਬੋਲਣ ਲੱਗ ਪਏ ਬਿਊਰੋਕਰੈਟਸ ਕਿ ਸਾਨੂੰ ਕਿਉਂ ਤੁਸੀਂ ਬਲੀ ਦਾ ਬੱਕਰਾ ਬਣੇ ਹੋ, ਅਸਲੀਅਤ ਹੈ ਜੋ ਉਸ ਬਿਊਰੋਕਰੈਟ ਨੇ ਮੀਟਿੰਗ ਦੇ ਵਿੱਚ ਕਿਹਾ ਵੀ ਹੈ ਕਿ ਤੁਹਾਡੇ ਐਮਐਲਏ ਮੰਤਰੀਆਂ ਦੇ ਕਰਕੇ ਆ ਰੈਵਨਿਊ ਘਟ ਰਿਹਾ, ਜਿੰਦੇ ਕਰਕੇ ਚੱਕਰ ਪਿਆ, ਜੋ ਚੀਜ਼ ਬਾਹਰ ਆਈ ਹੈ। ਸੋ ਇਹ ਗੱਲਾਂ ਬਹੁਤ ਹੈ, ਮੈਂ ਨਹੀਂ ਸਮਝਦਾ ਕਿਸੇ ਨੇ ਕਿਸੇ ਨੂੰ ਹਟਾਣਾ, ਐਸੇ ਤਰ੍ਹਾਂ ਹੀ ਟਾਈਮ ਨਿਕਲ ਜਾਣਾ। ਦੇਖੋ ਜਿੱਥੇ ਤੱਕ ਚੀਫ ਸੈਕਟਰੀ ਨਵਾਂ ਆਣਾ ਹੈ ਜਾਂ ਪੁਰਾਣਾ ਆਣਾ ਹੈ, ਮੈਂ ਸਮਝਦਾ ਕਿ ਵੀ ਇਹ ਸਰਕਾਰ ਦਾ ਇੰਟਰਨਲ ਮੈਟਰ ਹੈ। ਪਬਲਿਕ ਨੂੰ ਇਸ ਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ। ਇਹ ਚੀਫ ਮਿਨਿਸਟਰ ਨੇ ਜਾਂ ਕੈਬਨਿਟ ਨੇ ਸਹਿਮਤੀ ਦੇ ਨਾਲ ਫੈਸਲਾ ਕਰਨਾ ਹੈ। ਲੇਕਿਨ ਇੱਥੇ ਤਾਂ ਇਹ ਨਜ਼ਰ ਆ ਰਿਹਾ ਕਿ ਚੀਫ ਮਿਨਿਸਟਰ ਦਾ ਔਰ ਕੈਬਨਿਟ ਦਾ ਕਿਤੇ ਆਪਸ ਦੇ ਵਿੱਚ ਤਾਲਮੇਲ ਹੀ ਹੈ ਨਹੀਂ, ਔਰ ਚੀਫ ਸੈਕਟਰੀ ਆਪਣੀ ਮਨਮਰਜ਼ੀ ਦੇ ਨਾਲ ਉਹਨਾਂ ਨੂੰ ਜੋ ਚਹਿਲ ਸਾਹਿਬ ਨੇ ਦੱਸਿਆ ਕਿ ਉਹਨੇ ਜਵਾਬ ਦੇ ਦਿੱਤਾ ਕਿ ਮੈਂ ਤੁਹਾਨੂੰ ਜਵਾਬ ਦੇ ਨਹੀਂ ਹੈ, ਔਰ ਕੈਬਨਿਟ ਉਸ ਦੇ ਉੱਤੇ ਕੁਝ ਕਰ ਨਹੀਂ ਪਾ ਰਹੀ, ਲਾਚਾਰੀ ਦਿਖਾ ਰਹੀ ਹੈ। ਮੈਂ ਸਮਝਦਾ ਕੈਬਨਿਟ ਦਾ, ਗਵਰਨਮੈਂਟ ਦਾ ਜਿਹੜਾ ਢਾਂਚਾ ਹੀ ਫੇਲ ਹੋ ਚੁੱਕਿਆ ਐਕਚੁਅਲੀ ਪੰਜਾਬ ਦੇ ਵਿੱਚ। ਅਸੀਂ ਚੀਫ ਸੈਕਟਰੀ ਦੀ ਕੀ ਗੱਲ ਕਰੀਏ, ਵਰਕਿੰਗ ਹੀ ਸਿਸਟਮ ਜਿਹੜਾ ਉਹ ਸਾਰਾ ਫੇਲ ਹੋ ਚੁੱਕਿਆ। ਕੰਮ ਚੱਲ ਹੀ ਨਹੀਂ ਰਿਹਾ, ਕੌਣ ਚਲਾ ਰਿਹਾ ਕੌਣ ਨਹੀਂ ਚਲਾ ਰਿਹਾ ਇਹ ਤਾਂ ਬਾਅਦ ਦੀ ਗੱਲ ਹੈ। ਸਭ ਤੋਂ ਪ੍ਰਮੁੱਖ ਗੱਲ ਤਾਂ ਇਸ ਵੇਲੇ ਇਹ ਹੈ ਕਿ ਸਰਕਾਰ ਦੀ ਜਿਹੜੀ ਪਹਿਲੀ ਜ਼ਿੰਮੇਵਾਰੀ ਹੈ ਉਹ ਜਨਤਾ ਦੇ ਵੱਲ ਹੈ, ਚੀਫ ਸੈਕਟਰੀ ਵੱਲ ਨਹੀਂ ਹੈ। ਚੀਫ ਸੈਕਟਰੀ ਜਿਹਨੂੰ ਮਰਜ਼ੀ ਲੈ ਕੇ ਆਉਣ, ਸਾਨੂੰ ਕੋਈ ਫਰਕ ਨਹੀਂ ਪੈਂਦਾ, ਲੇਕਿਨ ਸਰਕਾਰ ਲੋਕਾਂ ਤੋਂ ਵੋਟਾਂ ਲੈ ਕੇ ਬਣਦੀ ਹੈ, ਲੋਕਾਂ ਦੇ ਪ੍ਰਤੀ ਜ਼ਿੰਮੇਵਾਰ ਹੈ, ਲੋਕਾਂ ਨੂੰ ਜਵਾਬਦੇਹ ਹੈ। ਉਸ ਜਵਾਬਦੇਹੀ ਦੇ ਉੱਤੇ ਸਰਕਾਰ ਬੁਰੀ ਤਰ੍ਹਾਂ ਦੇ ਨਾਲ ਫੇਲ ਹੈ। ਠੀਕ ਹੈ, ਸਵਾਲ ਹੋਈ ਹੈ ਕਿ ਸ਼ਰਾਬ ਨੂੰ ਲੈ ਕੇ ਸਰਕਾਰ ਤੇ ਸਵਾਲ ਕਿਉਂ ਨੇ? ਚਹਿਲ ਸਾਹਿਬ, ਦੀਪਾ ਸਾਹਿਬ, ਮਿੱਤਲ ਸਾਹਿਬ, ਵਾਲੀਆ ਸਾਹਿਬ, ਸਾਰਿਆਂ ਦਾ ਧੰਨਵਾਦ ਚਰਚਾ ਜੁੜਨ ਦੇ ਲਈ। ਪਰ ਸਵਾਲ ਉਹੀ, ਸ਼ਰਾਬ, ਸਰਕਾਰ ਤੇ ਫਿਰ ਇੱਕ ਵੱਡਾ ਕੁਐਸਚਨ ਮਾਰਕ ਜਿਹਦਾ ਜਵਾਬ ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ ਕੁਝ ਦਿਨਾਂ 'ਚ ਮਿਲ ਜਾਏ। ਇਜਾਜ਼ਤ ਦਿਓ, ਧੰਨਵਾਦ, ਸਤਿ ਸ਼੍ਰੀ ਅਕਾਲ।